मैंने बहुत रोल अदा कीते हैं उन्होंने, so it's very difficult. और फिर 42 years की एज तक, amazing what he achieved. Most of us when we are 42 we don't even know who we are, I mean life ਦਾ ਹੀ ਨਹੀਂ ਪਤਾ ਹੁੰਦਾ ਕਿਸੇ ਨੂੰ। ਤੇ ਉਹਨਾਂ ਨੇ 42 ਸਾਲ ਦੀ ਉਮਰ ਵਿੱਚ ਬਹੁਤ ਜਿਹੜੀਆਂ ਅਚੀਵਮੈਂਟਸ ਹਨ ਉਹਦੀ ਕੋਈ ਲਿਮਿਟ ਨਹੀਂ ਹੈ ਉਹਨਾਂ ਅਚੀਵਮੈਂਟਸ ਦੀ। It's 9:01 right now. I'm going to start. Whoever joins later can join. That's fine. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। As I was saying ਕਿ January 20th ਨੂੰ ਉਹਨਾਂ ਦਾ ਪ੍ਰਕਾਸ਼ ਉਤਸਵ ਹੈ। ਤੇ ਬਾਕੀ ਗੁਰੂਆਂ ਦੇ ਵੀ ਬੜੇ ਨਾਂ ਹਨ, ਲੇਕਿਨ ਗੁਰੂ ਨਾਨਕ ਦੇਵ ਜੀ ਬਾਰੇ ਵੀ ਬੜੇ ਐਡਜੈਕਟਿਵ ਯੂਜ਼ ਕਰਦੇ ਆ, ਬਟ ਸਭ ਤੋਂ ਜ਼ਿਆਦਾ ਐਡਜੈਕਟਿਵ ਜਿਹੜੇ ਹਨ ਉਹ ਦਸਮ ਪਾਤਸ਼ਾਹ ਨਾਲ ਐਸੋਸੀਏਟਡ ਹਨ, ਬਹੁਤ ਜ਼ਿਆਦਾ। ਹਾਂਜੀ, ਬੜੇ ਐਡਜੈਕਟਿਵ ਹਨ। ਕਲਗੀਧਰ ਪਿਤਾ, ਸਰਬੰਸਦਾਨੀ ਪਿਤਾ। ਲੇਕਿਨ ਇੱਕ ਨਾਂ ਜਿਹੜਾ ਮੇਰੇ ਮਨ ਚ ਬਚਪਨ ਤੋਂ ਬਹੁਤ ਜ਼ਿਆਦਾ ਜਿਹੜਾ ਹੈ ਉਹ ਹੈ ਸਾਹਿਬ ਕਮਾਲ, ਕਿਉਂਕਿ ਵਾਕਈ ਹੀ ਕਮਾਲ ਸਨ। ਉਹਨਾਂ ਦੀ ਜ਼ਿੰਦਗੀ, ਉਹਨਾਂ ਦੀਆਂ ਅਚੀਵਮੈਂਟਸ, ਜਿਹੜੇ ਜਿਸ ਸਰਕਮਸਟੈਂਸਸ ਵਿੱਚ ਪੈਦਾ ਹੋਏ, ਜਿੱਥੇ ਵੱਡੇ ਹੋਏ, ਇੰਨੇ ਕੌਨਫਲਿਕਟਸ ਉਹਨਾਂ ਨੇ ਦੇਖੇ। ਚਾਰੋਂ ਪੁੱਤਰ ਚਲੇ ਗਏ, ਫਾਦਰ ਚਲੇ ਗਏ, ਮਦਰ ਚਲੇ ਗਏ। ਆਈ ਮੀਨ ਹੋਰ ਕੋਈ ਹੁੰਦਾ ਤੇ ਪਤਾ ਨਹੀਂ, ਆਈ ਡੋਨਟ ਨੋ ਵਾਟ ਦੇ ਵੁੱਡ ਹੈਵ ਡਨ, ਬਟ ਉਹਨਾਂ ਦੀ ਆਪਣੀ, ਕਿਉਂਕਿ ਪ੍ਰਮਾਤਮਾ ਤਰਫੋਂ ਸਪੈਸ਼ਲੀ ਭੇਜੇ ਗਏ ਸਨ, ਰੀਜ਼ਨ ਸੀ ਇੱਥੇ ਆਉਣ ਦਾ ਉਹਨਾਂ ਦਾ। ਹੋਰ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ ਅੰਦਰ ਉਹਨਾਂ ਦੇ। ਸੋ ਉਹ ਆਪਣੇ ਜਿਹੜੀਆਂ ਪ੍ਰਿੰਸੀਪਲ ਸਨ ਉਹਦੇ ਧੜ ਖੜੇ ਰਹੇ ਉਹਦੇ ਬਚਪਨ ਤੋਂ। ਔਰ ਦੂਸਰੀ ਗੱਲ, ਮੈਂ ਇੱਕ ਗੱਲ ਹੋਰ ਕਹਿ ਦਿਆਂ ਸੰਗਤ ਨੂੰ ਅੱਜ ਕਿ ਬੇਸ਼ੱਕ ਗੁਰਿਆਈ ਉਹਨਾਂ ਨੂੰ ਬਾਅਦ ਵਿੱਚ ਮਿਲੀ। ਗੁਰਿਆਈ ਉਹਨਾਂ ਨੂੰ 1675 ਵਿੱਚ 1675 ਵਿੱਚ ਗੁਰਿਆਈ ਮਿਲੀ, 1666 ਵਿੱਚ ਉਹਨਾਂ ਦਾ ਜਨਮ ਹੈ। ਸੋ ਹੀ ਵਾਸ 9 years old ਜਦੋਂ ਗੁਰਿਆਈ ਮਿਲੀ ਉਹਨਾਂ ਨੂੰ ਅਨੰਦਪੁਰ ਸਾਹਿਬ। ਲੇਕਿਨ ਅਸੀਂ ਸਿੱਖ ਕ੍ਰੋਨਿਕਲਸ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ ਨੂੰ ਜਨਮ ਤੋਂ ਗੁਰੂ ਮੰਨਦੇ ਹਾਂ। ਅਸੀਂ ਉਹਨਾਂ ਨੂੰ ਗੁਰਿਆਈ ਵਾਲੇ ਦਿਨ ਤੋਂ ਗੁਰੂ ਨਹੀਂ ਮੰਨਦੇ, ਜਨਮ ਤੋਂ। ਜਿਸ ਦਿਨ ਜਨਮ ਹੋਇਆ ਹੈ, ਔਰ ਭੀਖਣ ਸ਼ਾਹ ਉੱਥੇ ਜਾ ਕੇ ਉਹਨੇ ਵੀ ਦਰਸ਼ਨ ਕੀਤੇ, ਅਸੀਂ ਜਨਮ ਤੋਂ ਗੁਰੂ ਮੰਨਿਆ ਹੈ। ਇਸ ਵਾਸਤੇ ਤੁਸੀਂ ਨੋਟਿਸ ਕਰੋਗੇ ਕਿ ਬਚਪਨ ਤੋਂ ਹੁਣ ਅਸੀਂ ਕਾਫੀ ਗੁਰਪੁਰਬ ਮਨਾਉਂਦੇ ਹਾਂ ਇਸ ਏਜ ਵਿੱਚ ਆ ਕੇ, ਮੰਨੇ ਕਿ ਗੁਰਦੁਆਰੇ। ਪਰ ਜਦੋਂ ਮੈਂ ਛੋਟਾ ਸੀ, ਜਦੋਂ ਬਚਪਨ ਚ ਮੈਨੂੰ ਯਾਦ ਹੈ ਕਿ 3-4 ਜਿਹੜੇ ਇੰਪੋਰਟੈਂਟ ਇਵੈਂਟਸ ਇੱਕ ਕ੍ਰੋਨਿਕਲ ਵਿੱਚ ਸਨ। ਇੱਕ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਉਤਸਵ, ਇੱਕ ਵਿਸਾਖੀ ਵਾਲਾ ਦਿਨ, ਇੱਕ ਸ਼ਹੀਦੀ ਗੁਰਪੁਰਬ ਗੁਰੂ ਅਰਜਨ ਦੇਵ ਮਹਾਰਾਜ ਦਾ, ਤੇ ਇੱਕ ਸ਼ਹੀਦੀ ਗੁਰਪੁਰਬ ਗੁਰੂ ਤੇਗ ਬਹਾਦਰ ਮਹਾਰਾਜ। ਇਹ 5-6 ਇੰਪੋਰਟੈਂਟ ਇਵੈਂਟਸ ਸਿੱਖ ਕੈਲੰਡਰ ਦੇ ਵਿੱਚ ਸਨ। ਤੇ ਉੱਥੇ ਵੀ ਤੁਸੀਂ ਨੋਟਿਸ ਕਰੋਗੇ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਂਦੇ ਸੀ ਹਮੇਸ਼ਾ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਇਆ ਜਾਂਦਾ ਸੀ। ਹੁਣ ਇਹ ਨਹੀਂ ਕਹਿਣਾ ਚਾਹੀਦਾ ਮੈਨੂੰ ਕਿ ਬਾਕੀ ਗੁਰੂਆਂ ਨੂੰ ਕਿਉਂ ਨਹੀਂ ਮਨਾਉਂਦੇ, ਮਨਾਉਣਾ ਚਾਹੀਦਾ ਬਾਕੀ ਗੁਰੂਆਂ ਦਾ। ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਉਤਸਵ ਇਸ ਵਾਸਤੇ ਹੈ ਕਿ ਅਸੀਂ ਸਿੱਖ ਕ੍ਰੋਨਿਕਲ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ ਨੂੰ ਜਨਮ ਤੋਂ ਗੁਰੂ ਮੰਨਿਆ ਹੈ। ਉਹ ਜਿਸ ਦਿਨ ਆਏ ਹਨ ਇੱਥੇ, ਉਹ ਫੁੱਲੀ ਰੀਅਲਾਈਜ਼ ਸੋਲ ਸਨ। ਉਹਨਾਂ ਕੋਲ ਕਿਧਰੇ ਕੋਈ ਟ੍ਰੇਨਿੰਗ ਨਹੀਂ ਲੈਣੀ ਪਈ, ਉਹਨਾਂ ਨੇ ਕਿਸੇ ਕੁਝ ਸਿੱਖਣਾ ਨਹੀਂ ਪਿਆ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਪਹਿਲੇ ਦਿਨ ਤੋਂ ਹੀ ਗੁਰੂ ਮੰਨੇ ਹਨ, ਅਸੀਂ ਗੁਰੂ ਮੰਨਦੇ ਹਾਂ ਉਹਨਾਂ ਨੂੰ। ਉਹ ਕਿਧਰੇ ਕੋਈ ਜਾ ਕੇ ਉਹਨਾਂ ਨੇ, ਔਰ ਇਸ ਗੱਲ ਦੇ ਬੜੇ ਪ੍ਰੂਫ ਮਿਲਦੇ ਹਨ, ਸਿੱਖ ਕ੍ਰੋਨਿਕਲਸ ਚ ਬੜੇ ਪ੍ਰੂਫ ਮਿਲਦੇ ਹਨ ਇਸ ਗੱਲ ਦੇ। ਸਭ ਤੋਂ ਵੱਡਾ ਪ੍ਰੂਫ ਹੁਕਮਨਾਮਿਆਂ ਚੋਂ ਮਿਲਦਾ ਹੈ, ਔਰ ਉਹਨਾਂ ਦੇ ਲਿਖਤਾਂ ਚੋਂ ਮਿਲਦਾ ਹੈ ਕਿ ਪੁਰਾਣੀਆਂ ਲਿਖਤਾਂ ਤੋਂ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਬਚਨ ਜਦੋਂ ਕਹੇ ਮਾਤਾ ਗੁਜਰੀ ਨੂੰ, ਜੋ ਕਿ ਤੁਸੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ। ਜਦੋਂ ਅਸਾਮ ਜਦੋਂ ਚਿੱਠੀ ਲਿਖੀ, ਪਤਾ ਲੱਗਿਆ ਇਹਨਾਂ ਦਾ ਜਨਮ ਹੋਇਆ ਹੈ। ਔਰ ਇੱਕ ਗੱਲ ਹੋਰ ਚੇਤੇ ਰਹੇ ਕਿ 33 years ਆਲਮੋਸਟ ਮੈਰਿਜ ਤੋਂ ਬਾਅਦ, ਗੁਰੂ ਤੇਗ ਬਹਾਦਰ ਦੀ ਮੈਰਿਜ ਤੋਂ 33 ਸਾਲ ਬਾਅਦ ਉਹਨਾਂ ਦਾ ਜਨਮ ਹੋਇਆ। ਸੋ ਇਤਨਾ ਟਾਈਮ ਲੱਗਿਆ ਟੂ ਮੇਕਿੰਗ ਸ਼ੋਰ ਕਿ ਉਹ ਕੁੱਖ ਵੀ ਰੈਡੀ ਸੀ, ਉਹ ਗਰਭ ਵੀ ਰੈਡੀ ਸੀ, ਔਰ ਉਹ ਬਰਥ ਹੋਣ ਵਾਸਤੇ ਔਰ ਆਪ ਰੈਡੀ ਸਨ। ਕਿਉਂਕਿ ਇਹ ਇੱਕ ਕੋਈ ਆਮ ਆਤਮਾ ਨੇ ਜਨਮ ਨਹੀਂ ਲੈਣਾ ਸੀ ਇੱਥੇ, ਕੋਈ ਆਮ ਬੰਦੇ ਨੇ ਆਉਣਾ ਨਹੀਂ ਸੀ ਇੱਥੇ। ਇਸ ਇੱਕ ਕਿਹੋ ਜਿਹੇ ਬੰਦੇ ਨੇ ਆਉਣਾ ਨਹੀਂ ਸੀ ਕਿ ਅੱਗੇ ਜਾ ਕੇ ਉਹਨਾਂ ਨੂੰ ਕਿਧਰੋਂ ਸੋਝੀ ਮਿਲੇਗੀ। ਹਾਂਜੀ, ਬਹੁਤ ਫਰਕ ਹੈ। ਲੈਟ ਮੀ ਪੁਆਇੰਟ ਆਊਟ ਦ ਡਿਫਰੈਂਸ। ਜਦੋਂ ਭਾਈ ਲਹਿਣਾ ਗੁਰੂ ਨਾਨਕ ਦੇਵ ਮਹਾਰਾਜ ਕੋਲ ਗਏ ਸਨ, ਤੇ ਉੱਥੇ ਜਾ ਕੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਥਰੂ ਉਹਨਾਂ ਨੂੰ ਰਿਅਲਾਈਜ਼ੇਸ਼ਨ ਹੋਈ। ਗੁਰੂ ਨਾਲ ਮਿਲੇ, ਗੁਰੂ ਨਾਲ ਬੈਠੇ, ਸਾਰੀ ਗੱਲ ਸਮਝੀ, ਸੇਵਾ ਚ ਜੁੜੇ। ਗੁਰੂ ਅਮਰਦਾਸ ਪਾਤਸ਼ਾਹ ਦੀ ਸੇਮ ਸਟੋਰੀ ਹੈ। ਹਾਂਜੀ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇਹ ਸਟੋਰੀ ਨਹੀਂ ਹੈ।
ਇਹ ਗੱਲ ਉੱਥੇ ਲਾਗੂ ਨਹੀਂ ਹੁੰਦੀ। ਉਹ ਜਨਮ ਤੋਂ ਸਿੱਧ ਸਨ। ਗੁਰੂ ਅਰਜਨ ਦੇਵ ਮਹਾਰਾਜ ਬਾਰੇ ਵੀ ਇਹ ਕਿਹਾ ਜਾਂਦਾ ਹੈ, ਉਸ ਬਾਰੇ ਉਹਨਾਂ ਬਾਰੇ ਵੀ ਤੇ ਜਨਮਤ ਬ੍ਰਹਮ ਪਛਾਣਿਓ ਵਰਡ ਆਏ ਹਨ। ਪਰ ਤੁਸੀਂ ਇੱਕ ਹਾਲ ਹੋਰ ਨੋਟਿਸ ਕਰੋਗੇ, ਜਿਸ ਤਰ੍ਹਾਂ ਬਚਪਨ ਦੀਆਂ ਸਾਖੀਆਂ ਗੁਰੂ ਨਾਨਕ ਦੇਵ ਨਾਲ ਜੋੜੀਆਂ ਗਈਆਂ ਬੜੀਆਂ ਸਾਰੀਆਂ, ਹਨਾ, ਬੜੀਆਂ ਸਾਰੀਆਂ, ਸੱਪ ਦੇ ਛਾਂ ਦੇ ਦਿੱਤੀ, ਗਾਂ ਚਰਾਣ ਚਲੇ ਗਏ, ਉੱਥੇ ਚਲੇ ਗਏ, 20 ਰੁਪਏ ਦੇ ਕੇ ਭੇਜੇ। ਬਚਪਨ ਦੀਆਂ ਕਿਤਨੀਆਂ ਸਾਖੀਆਂ ਹਨ ਉਹਨਾਂ ਦੀਆਂ। ਉਸੇ ਤਰ੍ਹਾਂ ਬਚਪਨ ਦੀਆਂ ਸਾਖੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੀਵਨ ਦੀਆਂ ਸਾਖੀਆਂ ਹਨ। ਹਰ ਗੁਰੂ ਦੇ ਲਾਈਫ ਦੀਆਂ ਬਚਪਨ ਦੀਆਂ ਸਾਖੀਆਂ ਨਹੀਂ ਹਨ, ਕ੍ਰੋਨਿਕਲ ਰਿਕਾਰਡ ਨਹੀਂ ਹੋਏ ਉਹ ਵਾਲੇ, ਪਰ ਸਾਹਿਬੇ ਕਮਾਲ ਨਾਲ ਹੋਏ ਹਨ, ਦਸਮ ਪਾਤਸ਼ਾਹ ਨਾਲ ਹੋਏ ਹਨ। ਕਿਉਂ? ਕਿਉਂਕਿ ਅਸੀਂ ਇਹਨਾਂ ਨੂੰ ਜਨਮ ਤੋਂ ਗੁਰੂ ਮੰਨਿਆ ਹੈ। ਉਹ ਜਨਮ ਤੋਂ ਗੁਰੂ ਹਨ, ਜੋ ਜਿਸ ਦਿਨ ਆਏ ਹਨ ਉਸੇ ਦਿਨ ਤੋਂ ਰਿਅਲਾਈਜ਼ ਮੰਨਦੇ ਹਾਂ ਅਸੀਂ। ਇਹ ਇਸ ਗੱਲ ਦਾ ਚੇਤੇ ਰਹੇ ਸਾਰਿਆਂ ਨੂੰ। ਇਸੇ ਵਾਸਤੇ ਉਹਨਾਂ ਦਾ ਪ੍ਰਕਾਸ਼ ਉਤਸਵ ਦੀ ਅਲੱਗ ਇੰਪੋਰਟੈਂਸ ਹੈ। ਉਹਨਾਂ ਦੇ ਪ੍ਰਕਾਸ਼ ਉਤਸਵ ਦੀ ਇੱਕ ਜਿਹੜੀ ਮਹਿਮਾ ਜਿਹੜੀ ਹੈ ਉਹ ਅਲੱਗ ਹੈ। ਤੇ ਇਹ ਗੱਲ ਹੋਰ ਕੌਣ ਅੱਛੀ ਤਰ੍ਹਾਂ ਬਿਆਨ ਕਰ ਸਕਦਾ ਹੈ? ਭਾਈ ਸਾਹਿਬ ਭਾਈ ਵੀਰ ਸਿੰਘ ਨੇ, ਅਸੀਂ ਪੜ੍ਹਦੇ ਪਏ ਹਾਂ ਕਲਗੀਧਰ ਚਮਤਕਾਰ। there is a reading group, anybody wants to join, you let me ਉਹਦੇ ਵਿੱਚ ਪਹਿਲੇ 2-3 ਜਿਹੜੇ ਚੈਪਟਰ ਜਿਹੜੇ ਆਏ ਹਨ, ਸਪੈਸ਼ਲੀ ਹੇਮਕੁੰਟ ਤੋਂ ਸੱਚਖੰਡ ਤੋਂ ਮਾਤਲੋਕ ਵਾਲਾ ਜਿਹੜਾ ਚੈਪਟਰ ਹੈ, ਉਹਦੇ ਵਿੱਚ ਕਿਤਨਾ ਸੋਹਣੀ ਤਰ੍ਹਾਂ ਭਾਈ ਸਾਹਿਬ ਨੇ ਡਿਸਕ੍ਰਾਈਬ ਕੀਤਾ ਹੈ ਉਹਨਾਂ ਦੀ ਲਾਈਫ ਨੂੰ, ਔਰ ਕਿਸ ਤਰ੍ਹਾਂ ਉਹਨਾਂ ਦਾ ਜਨਮ ਇੱਥੇ ਹੋਇਆ, ਕਿਸ ਤਰ੍ਹਾਂ ਉਹਨਾਂ ਦਾ ਚਿੱਤ ਨਹੀਂ ਕਰਦਾ ਸੀ ਇੱਥੇ ਆਉਣ ਦਾ। ਉਹ ਆਲਰੇਡੀ ਰਿਅਲਾਈਜ਼ ਸੋਲ ਸਨ। ਉਹ ਜਿਹੜੇ ਰਿਅਲਾਈਜ਼ ਹੁੰਦੇ ਹਨ, ਉਹ ਜਨਮ ਮਰਨ ਦੇ ਜਿਹੜੇ ਗੇੜੇ ਵਿੱਚੋਂ ਜਿਹੜੇ ਹਨ, ਜਨਮ ਮਰਨ ਦੇ ਬਰਥ ਸਾਈਕਲ ਆਫ ਬਰਥ ਔਰ ਡੈਥ ਤੋਂ ਪਰੇ ਹੁੰਦੇ ਹਨ। ਉਹਨਾਂ ਨੂੰ ਆਉਣ ਦੀ ਲੋੜ ਨਹੀਂ ਪੈਂਦੀ, ਪਰ ਜਨ ਪਰਉਪਕਾਰੀ ਆਉਂਦੇ ਹਨ ਇੱਥੇ ਦੂਸਰਿਆਂ ਨੂੰ ਤਾਰਨ ਵਾਸਤੇ। ਜਨ ਆਉਂਦੇ ਹਨ ਇੱਥੇ, ਉਹ ਆਏ ਹਨ ਦੁਨੀਆ ਨੂੰ ਬਚਾਉਣ ਵਾਸਤੇ। ਤੇ ਬੁੱਲੇ ਸ਼ਾਹ, ਇੱਕ ਮੈਨੂੰ ਐਗਜ਼ੈਕਟ ਲਾਈਨਾਂ ਨਹੀਂ ਮੇਰੇ ਸਾਹਮਣੇ ਪਈਆਂ ਹੋਈਆਂ, ਤੇ ਬੁੱਲੇ ਸ਼ਾਹ ਇੱਕ ਬਹੁਤ ਵੱਡੇ ਸੂਫੀ ਫਕੀਰ ਹੋਏ ਹਨ। ਤੁਸੀਂ ਗੂਗਲ ਕਰੋਗੇ ਤੇ ਤੁਹਾਨੂੰ ਆ ਜਾਏਗਾ। ਉਹਨਾਂ ਦੀਆਂ ਲਾਈਨਾਂ ਹਨ ਕਿ ਜੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਦੁਨੀਆ 'ਚ ਨਾ ਆਉਂਦੇ ਅਗਰ, ਤੇ ਅੱਜ ਪੂਰੇ ਦੁਨੀਆ 'ਚ, ਹਿੰਦੁਸਤਾਨ ਵਿੱਚ, ਐਟਲੀਸਟ ਨਾਰਥਰਨ ਇੰਡੀਆ ਵਿੱਚ ਜ਼ਰੂਰ ਸਾਰਿਆਂ ਦੀ ਸੁਨਤੀ ਹੁੰਦੀ। ਅੱਜ ਕੋਈ ਇਸ ਸਰੂਪ 'ਚ ਤੁਹਾਨੂੰ ਮਿਲਦਾ ਨਾ ਕੋਈ ਵੀ ਇੱਥੇ। ਸੋ ਬਹੁਤ ਵੱਡੀ ਉਹਨਾਂ ਦਾ ਰੋਲ ਰਿਹਾ ਹੈ ਛੋਟੇ 42 ਸਾਲ ਦੀ ਉਮਰ ਵਿੱਚ। ਔਰ ਆਪਣੀ ਲਾਈਫ ਬਾਰੇ ਵਿਚਿਤਰ ਨਾਟਕ ਵਿੱਚ ਆਪ ਲਿਖਿਆ ਉਹਨਾਂ ਨੇ ਕਿ ਮੇਰਾ ਚਿੱਤ ਨਹੀਂ ਕਰਨ ਦੀ ਇੱਥੇ ਆਉਣ ਦਾ, ਮੇਰਾ ਚਿੱਤ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ ਸੀ, ਲੇਕਿਨ ਮਾਲਕ ਦਾ ਹੁਕਮ ਹੋਇਆ ਤੁਸੀਂ ਜਾਓ, ਤੁਹਾਡੀ ਲੋੜ ਹੈ ਉੱਥੇ। ਤੇ ਇਸ ਸਰਕਮਸਟੈਂਸਸ ਵਿੱਚ ਉਹਨਾਂ ਦਾ ਪ੍ਰਕਾਸ਼ ਉਤਸਵ ਇਸ 20th ਨੂੰ ਤੁਸੀਂ ਮਨਾਉਣਾ ਹੈ ਕਿ ਕਿਸ ਸਰਕਮਸਟੈਂਸਸ ਵਿੱਚ ਆਏ ਹਨ, ਹਿੰਦੁਸਤਾਨ ਦੀ ਕੀ ਹਾਲਤ ਸੀ ਉਸ ਵੇਲੇ। ਤੇ ਮੈਂ ਵਿਚਿਤਰ ਨਾਟਕ ਤੋਂ ਥੋੜੀ ਜਿਹੀ ਲਾਈਨਾਂ ਕੋਟ ਕਰਾਂਗਾ ਜੋ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਕਲਗੀਧਰ ਚਮਤਕਾਰ 'ਚ ਕੋਟ ਕੀਤੀਆਂ ਹਨ। I want to go over some of the lines and have a little better understanding of the perspective of ਉਹਨਾਂ ਦੇ ਬਰਥ ਦੇ ਟਾਈਮ ਦਾ ਕੀ ਹਾਲਾਤ ਸੀ। ਔਰੰਗਜ਼ੇਬ ਦਾ ਰਾਜ ਹੈ, 1666 ਵਿੱਚ ਜਨਮ ਹੋਇਆ ਉਹਨਾਂ ਦਾ, 1666 ਵਿੱਚ। ਔਰ ਹਾਹਾਕਾਰ ਮਚੀ ਹੋਈ ਹੈ ਪੂਰੀ ਦੁਨੀਆ 'ਚ, ਹਾਹਾਕਾਰ ਮਚੀ ਹੋਈ ਹੈ ਪੂਰੇ ਇੰਡੀਆ ਵਿੱਚ। ਕੋਈ ਕਿਸੇ ਦੇ ਨਾਨ ਮੁਸਲਿਮ ਦੇ ਕੋਈ ਰਾਈਟਸ ਨਹੀਂ ਹਨ। ਹਰ ਜਗ੍ਹਾ ਰਾਈਟਸ ਨੂੰ ਖਿਦੇੜਿਆ ਜਾ ਰਿਹਾ ਹੈ। ਜਜ਼ੀਆ ਟੈਕਸ ਲਗਾ ਦਿੱਤਾ, ਤੁਸੀਂ ਆਪਣੇ ਧਰਮ ਸਥਾਨਾਂ ਦੇ ਦਰਸ਼ਨ ਨਹੀਂ ਕਰ ਸਕਦੇ, ਘੋੜੇ ਤੇ ਨਹੀਂ ਚੜ ਸਕਦੇ, ਦਸਤਾਰ ਨਹੀਂ ਬੰਨ ਸਕਦੇ, ਕਲਗੀ ਨਹੀਂ ਸਜਾ ਸਕਦੇ, ਕੋਈ ਕਿਸੇ ਕਿਸਮ ਦੇ ਰਾਈਟ, ਤੁਹਾਡੇ ਸਾਰੇ ਰਾਈਟ ਤੁਹਾਡੇ ਕੋਲ ਖੋਹ ਲਿੱਤੇ ਗਏ ਸਾਰੇ। ਇਹਨਾਂ ਰਾਈਟਸ ਦੀ ਖੋਣ ਦੀ ਵਜ੍ਹਾ ਨਾਲ ਪ੍ਰਜਾ ਵਿੱਚ ਬਹੁਤ ਦੁਖੀ ਹੈ, ਪ੍ਰਜਾ ਬੜੀ ਦੁਖੀ ਹੈ। ਤੇ ਉੱਥੇ ਫਿਰ ਉਸ ਟਾਈਮ ਵਿੱਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੇ ਉਹ ਆਉਂਦੇ ਹਨ ਇੱਥੇ। ਤੇ ਇੱਕ ਚੇਤਾ ਮੈਂ ਹੋਰ ਦਵਾ ਦਿਆਂ, ਮੈਂ ਬਾਰ-ਬਾਰ ਇਹ ਗੱਲ, ਮੇਰੀ ਇਹ ਸੈਂਟੈਂਸ ਬਾਰ-ਬਾਰ ਰਿਪੀਟ ਕਰਾਂਗਾ ਮੈਂ। ਪੰਜਾਬ approximately 960 ਤੋਂ 965 AD, 960 ਤੋਂ 965 ਈਸਵੀ, ਮਨੇ ਅੱਜ ਤੋਂ ਤੁਸੀਂ ਸੋਚ ਲਓ ਕਿ ਇਹ 2020 ਹੈ ਤੇ 1000 ਸਾਲ 1100 ਸਾਲ ਪਹਿਲੇ ਹੀ ਇਹਨੂੰ ਗੁਲਾਮ ਹੋਇਆ। ਲਾਸਟ ਹਿੰਦੂ ਕਿੰਗ ਜਿਹੜਾ ਸੀ ਜੈਪਾਲ, I'm pretty sure his name was Jaipal, ਗਲਤੀ ਵੀ ਲੱਗ ਸਕਦੀ ਹੈ ਮੈਨੂੰ, but he was ruled Punjab in the year 960, the early 960s ਵਿੱਚ he lost the battle to Muhammad Ghazni। ਤੇ ਮਹਾਰਾਜ ਦਾ ਜਨਮ 1666 ਵਿੱਚ ਹੁੰਦਾ ਹੈ, ਅੰਮ੍ਰਿਤ ਸੰਚਾਰ 1699 ਦੀ ਵਿਸਾਖੀ ਵਿੱਚ ਹੈ। So if I subtract year 1699 ਵਿੱਚੋਂ 962 ਦਾ,
700 almost 700 या 750 साल गुलामी दियां बेड़ियां पंजाब विच हैं, नॉर्दर्न इंडिया विच। खालसा जी, ये कोई छोटी संगत जी, ये कोई छोटी मियाद नहीं। कोई 50 साल ही गल करदा रहे, 30 साल करदा रहे, 100 साल करदा रहे ते बंदे च ओ फीलिंग आ जांदी है। ते जे 750 ईयर्स तो गुलामी दियां बेड़ियां तुसी पहनियां होवन, गुलाम होवो किसी दे कहण ते तुहानू चलना पवे, तुसी सोच के देखो कि उस प्रजा दी की हालत होनी है। And suddenly there is somebody who appears in 1666 though and starts telling everybody ki we can take these people on. You don't have to live like this. We can, doesn't matter how small we are, doesn't matter whether we have military training or not, पर किसी को डरन दी लोड़ नहीं, ਅਸੀਂ डर के नहीं रहना। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਅਗਰ 1666 ਵਿੱਚ ਜਦੋਂ ਅਗਰ ਕੋਈ ਕਹਿੰਦਾ ਉਸ ਵੇਲੇ ਕਿ ਇਹ ਮਹਾਰਾਜ ਆ ਕੇ 30 ਸਾਲਾਂ ਦੇ ਅੰਦਰ ਇੱਕ ਨਵੇਂ ਪੰਥ ਦੀ ਸਾਜਨਾ ਕਰਕੇ ਤੇ ਇਹ ਡਰ ਨਾਮ ਦੀ ਚੀਜ਼ ਪੰਜਾਬ ਤੋਂ ਹਟਾ ਦੇਣਗੇ ਤੇ ਹੋਰ ਅੱਗੇ 50 ਸਾਲਾਂ ਵਿੱਚ ਮੁਗਲਾਂ ਦਾ ਰਾਜ ਖਤਮ ਹੋ ਜਾਏਗਾ ਤੇ ਪੀਪਲ ਵੁੱਡ ਹੈਵ ਲਾਫਡ ਐਟ ਅਸ, 500 550 ਸਾਲ ਪੁਰਾਣੀ ਮੁਗਲ ਹਕੂਮਤ, ਜਿਨ੍ਹਾਂ ਦਾ ਰਾਜ ਈਰਾਨ ਦੇ ਬਾਰਡਰ ਤੋਂ ਲੈ ਕੇ ਅਸਾਮ ਤੱਕ ਸੀ, ਜਿਨ੍ਹਾਂ ਦਾ ਰਾਜ ਤਿੱਬਤ ਤੋਂ ਲੈ ਕੇ ਥੱਲੇ ਕੇਰਲਾ ਤੱਕ ਜਿਨ੍ਹਾਂ ਦਾ ਰਾਜ ਸੀ, 500 550 ਸਾਲ ਦੀ 1469 ਵਿੱਚ ਗੁਰੂ ਨਾਨਕ ਦੇਵ ਦਾ ਜਨਮ ਹੋਇਆ। ਉਸ ਤੋਂ ਥੋੜੀ ਦੇਰ ਬਾਅਦ ਬਾਬਰ ਆਇਆ ਉੱਥੇ। ਇਤਨਾ ਲੰਬੇ ਰਾਜ ਵਾਲੀ, ਇਤਨੀਆਂ ਪਾਵਰਫੁਲ ਜਿਹਦੀ ਕਿੰਗਡਮ ਹੋਵੇ ਤੇ ਉਸ ਦੇ ਨਾਲ ਟੱਕਰ ਲੈਣ ਵਾਲੇ ਖੜੇ ਹੋ ਜਾਣ, और कोई फॉर्मल मिलिट्री ट्रेनिंग ना होवे, कोई प्रॉपर मिलिट्री ट्रेनिंग, कोई स्कूल नहीं है, कोई आर्टिलरी नहीं है, कोई गन लैंड दे पैसे नहीं हैं। ये सोच के देखो कि किस तरह जुल्म दा टाकरा करनगे। ये उन्हां दी लाइफ दी एक खासियत है। I'm going to stop for a second here and ask anybody has any questions so far though before I delve deeper into his childhood, और childhood तो ही उन्हां दियां माता गुजरी दे ਦੀਆਂ ਗੱਲਾਂ ਕਰਨੀਆਂ, ਉਹਨਾਂ ਨੇ ਕਹਿਣਾ ਕਿ ਮੈਂ ਇਹ ਜ਼ੁਲਮ ਦੀਆਂ ਰਾਜ ਖਤਮ ਕਰ ਦਿਆਂਗਾ ਇਥੋਂ। ਤੇ ਮਾਤਾ ਗੁਜਰੀ ਵੀ ਉੱਥੇ ਜਦੋਂ ਪਹਿਲੀ ਵਾਰੀ ਸੁਣਿਆ, ਜਦੋਂ ਇਹਨਾਂ ਦੀ ਗੱਲ 4 ਸਾਲ ਦੀ ਜਾਂ 5 ਸਾਲ ਦੀ ਉਮਰ ਚ ਉਹਨਾਂ ਨੇ ਗੱਲ ਕਹੀ ਪਹਿਲੀ ਵਾਰੀ ਕਿ ਮੈਂ ਜੜਾਂ ਪੁੱਟ ਦਿਆਂਗਾ ਇਥੋਂ ਇਹਨਾਂ ਦੀਆਂ, ਤੇ ਉਹਨਾਂ ਦੇ ਮਨ ਵਿੱਚ ਅੰਦਰੋਂ ਇੱਕ ਕੰਬੜ ਜਿਹਾ ਛੜ ਗਿਆ ਅੰਦਰ ਉਹਨਾਂ ਦੇ, ਵੀ ਪਤਾ ਨਹੀਂ ਕੀ ਕਰਨ ਆਏ ਹਨ। ਲੇਕਿਨ ਪਿਤਾ ਗੁਰੂ ਦਾ ਹੁਕਮ ਸੀ, ਗੁਰੂ ਤੇਗ ਬਹਾਦਰ ਮਹਾਰਾਜ ਦਾ, ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ ਅੱਗੋਂ, ਇਹ ਜੋ ਮਰਜ਼ੀ ਪੇ ਕਰਨ, ਚਾਹੇ ਗਾਗਰਾ ਤੋੜਨ, ਚਾਹੇ ਕੰਗਣ ਸੁੱਟਣ ਕਿਸੇ ਦੇ, ਚਾਹੇ ਗਾਗਰਾ ਪਿੱਤਲ ਦੀਆਂ ਤੋੜ ਦੇਣ, ਚਾਹੇ ਕੁਝ ਵੀ ਕਰਨ, ਮੂੰਹ ਕੁਝ ਵੀ ਬੋਲਣ, ਤੁਸੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਅੱਗੋਂ, ਇਹਨਾਂ ਅੱਗੇ ਕੋਈ ਬਚਨ ਨਹੀਂ, ਇਹ ਜੋ ਕਰਨਗੇ ਇਹਨਾਂ ਦੇ ਕੋਤਕ ਹੈ। ਸੋ ਇਹ ਗੱਲਾਂ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹਨ ਬਚਪਨ ਵਿੱਚ ਖਾਲੀ, ਹਾਂਜੀ। ਸੋ ਇਹ ਗੱਲ ਯਾਦ ਰਹੇ ਸਾਰਿਆਂ ਨੂੰ, ਤਾਂ ਹੀ ਉਹਨਾਂ ਦਾ ਨਾਂ ਸਾਹਿਬੇ ਕਮਾਲ ਹੈ ਛੋਟੇ ਬਚਪਨ ਤੋਂ, ਔਰ ਉਹਨਾਂ ਦੇ ਬਚਪਨ ਦਾ ਨਾਂ ਬਾਲਾ ਪ੍ਰੀਤਮ ਹੈ। ਬਾਲਾ ਪ੍ਰੀਤਮ ਕਰਕੇ ਪੁਕਾਰੇ ਜਾਂਦੇ। ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਵੀ ਬਾਲਾ ਪ੍ਰੀਤਮ, ਪਰ ਇੱਥੇ ਵੀ ਬਚਪਨ ਵਿੱਚ, ਔਰ ਉਹਨਾਂ ਦੀਆਂ ਬਚਪਨ ਦੀਆਂ ਯਾਦਾਂ ਹੁਣ ਵੀ ਪਟਨਾ ਹਨ ਸਾਰੀਆਂ ਵਿੱਚ। ਆਮ ਗੋਇੰਗ ਟੂ ਗੋ ਥਰੂ ਉਹਨਾਂ ਦੇ ਬਚਪਨ ਦੀਆਂ ਥੋੜੀਆਂ ਜਿਹੀਆਂ ਸਾਖੀਆਂ ਤੇ ਬਚਪਨ ਦੇ ਉਹਨਾਂ ਦਾ ਬਚਪਨ ਕਿੰਜ ਬੀਤਿਆ, ਉਹਨਾਂ ਦਾ ਕੌਣ ਉਹਨਾਂ ਦੀ ਲਾਈਫ ਵਿੱਚ ਆਇਆ। ਆਮ ਗੋਇੰਗ ਟੂ ਸਟਾਪ ਫॉर अ सेकंड एंड सी इफ somebody has a question though, or somebody wants to add a comment or something. I would love to hear that. If not, then I'll continue. Okay, no question. That's good. ਪਟਨੇ ਵਿੱਚ ਜਨਮ ਹੁੰਦਾ ਹੈ ਤੇ ਇੱਕ ਗੱਲ ਮੈਂ ਹੋਰ ਚੇਤੇ ਕਰਾ ਦਿਆਂ, ਗੁਰੂ ਨਾਨਕ ਦੇਵ ਜੀ ਦੂਸਰੀ ਉਦਾਸੀ ਵਿੱਚ, ਜਦੋਂ ਦੂਸਰੀ ਜਿਹੜੀ ਸੈਕੰਡ ਉਦਾਸੀ ਵਿੱਚ ਜਦੋਂ ਫੇਰੀ ਲੈਂਦੇ ਹਨ ਇੰਡੀਆ ਦੀ, ਜਦੋਂ ਪੂਰੇ ਇੰਡੀਆ ਦੇ ਜਦੋਂ ਲਗਾਉਂਦੇ ਹਨ, ਤੇ ਜਦੋਂ ਸਾਲਸ ਰਾਏ ਕੋਲ ਸਾਖੀ ਜਿਹੜੀ ਹੈ ਪਟਨਾ ਸਾਹਿਬ, ਜਿਹੜੀ ਸਾਲਸ ਰਾਏ ਦੀ ਸਾਖੀ ਹੈ, ਜਦੋਂ ਮਰਦਾਨੇ ਨੂੰ ਜਦੋਂ ਉਹ ਦਿੰਦੇ ਹਨ ਇੱਕ ਕੀਮਤੀ ਪੱਥਰ ਦਿੰਦੇ ਹਨ, ਲਾਲ ਕਿਹਾ ਹੈ ਉਹਨੂੰ, ਜਦੋਂ ਮਰਦਾਨਾ ਵੇਚਣ ਜਾਂਦਾ ਹੈ, ਭੁੱਖ ਲੱਗੀ ਹੈ, ਮਰਦਾਨੇ ਨੂੰ ਨਹੀਂ ਵੇਚ ਸਕਦਾ, ਤੇ ਇਹ ਸਾਲਸ ਰਾਏ ਜੁਐਲਰ ਸੀ ਜਿਹਦੇ ਘਰ ਫਿਰ ਮਹਾਰਾਜ ਰਹੇ ਉੱਥੇ, ਜਿਸਨੇ ਉਸ ਪੱਥਰ ਦੀ ਕੀਮਤ ਸਮਝੀ। ਤੇ ਇਹ ਜਿਹੜੀ ਹੁਣ ਵੀ ਜਿਹੜੀ ਜਿੱਥੇ ਜਨਮ ਸਥਾਨ ਦੀ ਜਿਹੜੀ ਜਗ੍ਹਾ ਜਿਹੜੀ ਹੈ ਪਟਨਾ ਸਾਹਿਬ, ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਹਰਮੰਦਰ ਸਾਹਿਬ ਦੇ, ਜਿਹੜੇ ਪਟਨਾ ਸਾਹਿਬ ਦਰਸ਼ਨ ਕੀਤੇ ਹਨ, ਇਹ ਸਾਲਸ ਰਾਏ ਦੀ ਹਵੇਲੀ ਸੀ, ਇਹ ਸਾਲਸ ਰਾਏ ਦੀ ਜਗ੍ਹਾ ਸੀ। ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਆ ਕੇ ਠਹਿਰਦੇ ਸਨ, ਕਿਉਂਕਿ ਇਹ ਗੁਰਦੁਆਰਾ ਧਰਮਸਾਲ ਬਣਿਆ
ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਹੀ ਸਾਲਸ ਰਾਏ ਨੇ ਬਣਾਇਆ। ਮਹਾਰਾਜ ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਰਹੇ, ਜਦੋਂ 9ਵੇਂ ਜਾਮੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ 2 ਫੇਰੀਆਂ ਹਨ ਅਸਾਮ ਦੀਆਂ, ਤੇ ਪਹਿਲੀ ਵਾਰੀ ਜਦੋਂ ਆਏ ਹਨ ਤੇ ਤਾਂ ਗੁਰੂ ਨਹੀਂ ਸਨ, ਸੈਕੰਡ ਟਾਈਮ ਜਦੋਂ ਆਏ ਸਨ ਤੇ ਗੁਰੂ ਸਨ, ਤੇ ਪਹਿਲੀ ਵਾਰੀ ਵੀ ਜਦੋਂ ਆਏ ਹਨ ਤਾਂ ਵੀ ਇੱਥੇ ਰਹੇ ਹਨ ਸਾਲਸ ਰਾਏ ਦੇ ਉਹ ਇਸੀ ਧਰਮਸਾਲ ਦੇ ਅੰਦਰ ਰਹੇ ਹਨ। ਉਹ ਫੈਮਿਲੀ ਜਿਹੜੀ ਹੈ ਉਹ ਸਿੱਖਾਂ ਦੀਆਂ ਫੈਮਲੀਆਂ ਉਸ ਵੇਲੇ ਪਟਨੇ ਵਿੱਚ ਸਨ, ਆਲੇ ਦੁਆਲੇ ਕਾਫੀ। ਤੇ ਇਹ ਜਿੱਥੇ ਜਨਮ, ਜਿੱਥੇ ਪ੍ਰਕਾਸ਼ ਸਥਾਨ ਜਿਹੜਾ ਹੁਣ ਜਿਹੜਾ ਹੈ, ਜਿਹੜਾ ਇਹ ਵੀ ਸਾਲਸ ਰਾਏ ਦਾ ਹੀ ਸਥਾਨ ਸੀ। ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇੱਥੇ ਹੀ ਰਹੇ ਹਨ। ਸੋ ਮੈਂ ਕਲੈਰਿਟੀ ਗੱਲ ਕਰਦਿਆਂ ਕਈਆਂ ਨੂੰ ਇਸ ਬਾਰੇ ਪਤਾ ਨਾ ਹੋਵੇ ਇਸ ਬਾਰੇ। ਸੋ ਉੱਥੇ ਜਨਮ ਹੁੰਦਾ ਹੈ ਛੋਟੇ ਹੁੰਦਿਆਂ, ਤੇ ਪਟਨੇ ਵਿੱਚ 2 ਬੰਦਿਆਂ ਦਾ ਮੈਂ ਜ਼ਿਕਰ ਕਰਾਂਗਾ ਜਿਹੜੇ ਬਚਪਨ ਦੇ ਉਹਨਾਂ ਦੀਆਂ ਸਾਖੀਆਂ ਨਾਲ ਸੰਬੰਧਿਤ ਹਨ, ਜਿਹੜੇ ਪਟਨੇ ਦੇ ਰਹਿਣ। ਇੱਕ ਪੰਡਿਤ ਸ਼ਿਵਦਾਤੁਰੀ ਜਿਹੜੇ ਕਿ ਬ੍ਰਾਹਮਣ ਸਨ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੜੇ ਵੱਡੇ ਭਗਤ ਸਨ, ਉਹਨਾਂ ਦੇ ਜਾਣਦੇ ਸਨ, ਪ੍ਰਮਾਤਮ ਰੂਪ ਉਹਨਾਂ ਵਿੱਚ ਦੇਖਿਆ ਸੀ ਉਹਨਾਂ ਨੂੰ। ਤੇ ਇੱਕ ਇਹ ਤੇ ਇੱਕ ਮੈਣੀ ਸੰਗਤ ਫਤਿਹ ਚੰਦ ਜਿਹੜਾ ਉੱਥੇ ਦਾ ਲੋਕਲ ਜਿਹੜਾ ਰਾਜਾ ਸੀ, ਜਿਹੜਾ ਉਸ ਵੇਲੇ ਰਿਆਸਤਦਾਰ ਹੁੰਦੇ ਸਨ, ਜਿਹੜੇ ਛੋਟੀਆਂ ਜਗ੍ਹਾ ਦੇ। ਵੈਸੇ ਤੇ ਹੁਕੂਮਤ ਤੇ ਮੁਗਲਾਂ ਦੀ ਸੀ, ਪਰ ਤਾਂ ਵੀ ਜਿਨ੍ਹਾਂ ਦੀਆਂ ਜਾਇਦਾਦ ਜ਼ਿਆਦਾ ਸਨ, ਜਿਨ੍ਹਾਂ ਦੀਆਂ ਉਹਨਾਂ ਦੀਆਂ ਆਪਣੀਆਂ ਥੋੜੀ ਬਹੁਤ ਐਟ ਅ ਸਮਾਲਰ ਲੈਵਲ ਹੁਕੂਮਤ ਚਲਦੀ ਸੀ। ਤੇ ਫਤਿਹ ਚੰਦ ਆਪਣੀ ਹਵੇਲੀ ਸੀ ਇਹਦੀ, ਤੇ ਇਹਦੀ ਵਾਈਫ ਵੀ ਨਾਲ। ਮੈਣੀ ਕਹਿੰਦੇ ਸਨ ਲਾਸਟ ਨੇ, ਮੈਣੀ ਸੰਗਤ ਜਾਂ ਮੈਨਾਣੀ ਜਾਂ ਮੈਣੀ ਕਹਿੰਦੇ ਸਨ ਇਹਨਾਂ ਨੂੰ। ਇਹ 2 ਬੰਦਿਆਂ ਦੇ ਬਾਰੇ ਮੈਂ ਜ਼ਿਕਰ ਜ਼ਰੂਰ ਕਰਾਂਗਾ। ਪੰਡਿਤ ਸ਼ਿਵਦਾਤੁਰੀ ਸਾਖੀ ਇੰਝ ਆਂਦੀ ਹੈ ਕਿ ਪੁਜਾਰੀ ਸਨ ਜਦੋਂ, ਤੇ ਰਾਮ ਦੇ ਕ੍ਰਿਸ਼ਨ ਦੇ ਤੇ ਪੂਜਾ ਕਰਦੇ ਸਨ, ਤੇ ਮਹਾਰਾਜ ਕਿਤੇ ਛੋਟੇ ਹੁੰਦਿਆਂ ਫਰੈਂਡ ਨਾਲ ਜਾਂਦੇ ਸਨ, ਜਦੋਂ ਪੂਜਾ ਕਰਦੇ ਸਨ ਤੇ ਇਹਨਾਂ ਦੀਆਂ ਮਿਠਾਈ ਕਈ ਵਾਰੀ ਚੁੱਕ ਲੈਣੀ। ਇੱਕ ਵਾਰੀ ਦੇਖ ਲਿੱਤਾ ਪੰਡਿਤ ਸ਼ਿਵਦਾਤੁਰੀ ਨੂੰ, ਪਤਾ ਲੱਗ ਗਿਆ ਜਦੋਂ ਦਰਸ਼ਨ ਹੋਏ ਇਹਨਾਂ ਦੇ ਥਰੂ, ਤੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਤੁਸੀਂ ਉਹ ਵਾਲੇ ਤੀਰ ਕਮਾਉਣ ਵਾਲੇ ਉਸ ਮਹਾਰਾਜ ਉਹ ਵਾਲੇ ਉਸ ਕਹਿੰਦੇ ਦਰਸ਼ਨ ਕਰਾਓ। ਉਹਨਾਂ ਨੇ ਦਰਸ਼ਨ ਉਹ ਦਿੱਤੇ ਉਹਨਾਂ ਨੂੰ, ਤੇ ਬੜਾ ਵੱਡਾ ਭਗਤ ਬਣਿਆ। ਇਹਨਾਂ ਦਾ ਬੜਾ ਪਿਆਰ ਸੀ, ਬੜਾ ਇੱਜ਼ਤ ਮਾਨ ਕਰਦਾ ਸੀ ਬਾਲਾ ਪ੍ਰੀਤਮ ਦਾ। ਅਗਰ ਇਹ ਚੈਪਟਰ ਤੁਸੀਂ ਜਿਹੜੇ, ਔਰ ਮੈਂ ਬਾਰ-ਬਾਰ ਇਸ ਗੱਲ ਨੂੰ ਕਹਿੰਦਾ ਹੁੰਦਾ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਤਮਾ ਦੇ ਦਰਸ਼ਨ ਕਰਨੇ ਹਨ ਨਾ, ਜੇ ਤੁਸੀਂ ਉਹਨਾਂ ਦੀ ਲਾਈਫ ਦੇ ਦਰਸ਼ਨ ਕਰਨੇ ਹਨ, ਜੇ ਉਹਨਾਂ ਦੇ ਸਿਰਫ ਸਰੀਰ ਨੂੰ ਛੋਹਣਾ ਹੈ ਅਗਰ ਤੁਸੀਂ, ਫਿਰ ਕਲਗੀਧਰ ਚਮਤਕਾਰ ਤੁਹਾਨੂੰ ਪੜ੍ਹਨੀ ਪਵੇਗੀ। There is not a single other book that is available today. ਸੂਰਜ ਪ੍ਰਕਾਸ਼ ਵਿੱਚ ਬੜੀਆਂ ਡਿਟੇਲਸ ਆਈਆਂ ਹਨ, ਪਰ ਜਿਹੜੀਆਂ ਡਿਟੇਲਸ ਔਰ ਜਿਸ ਖੂਬਸੂਰਤੀ ਨਾਲ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਕਲਗੀਧਰ ਚਮਤਕਾਰ ਵਿੱਚ ਮਹਾਰਾਜ ਦੇ ਜੀਵਨ ਨੂੰ ਜਿਸ ਤਰ੍ਹਾਂ ਨਿਰੂਪਣ ਕੀਤਾ ਹੈ, ਜਿਸ ਤਰ੍ਹਾਂ ਉਹਨਾਂ ਦੇ ਜੀਵਨ ਨੂੰ ਜਿਸ ਤਰ੍ਹਾਂ ਲਿਖਿਆ ਹੈ ਉਹਨਾਂ ਨੇ, ਔਰ ਉਹਨਾਂ ਦੀ ਆਤਮਾ ਦੇ ਜਿਸ ਤਰ੍ਹਾਂ ਦਰਸ਼ਨ ਕਰਾਏ ਹਨ, ਔਰ ਕਿਸੇ ਆਥਰ ਨੇ ਨਹੀਂ ਕਰਾ ਸਕਿਆ ਅਨਫੋਰਚੂਨੇਟਲੀ। ਉਹ ਪਿਆਰ, ਉਹ ਅੰਦਰ ਦਾ ਵਲਵਲੇ, ਉਹ ਅੰਦਰ ਦੀਆਂ ਡਿਸਕ੍ਰਿਪਸ਼ਨ, ਉਹ ਕੋਈ ਨਹੀਂ ਕਰਾ ਸਕਿਆ ਹੋਰ। ਤੇ ਉਹਨਾਂ ਦੇ ਜਨਮ ਤੋਂ ਪਹਿਲੇ ਦੀਆਂ ਮੈਂ ਥੋੜੀਆਂ ਜੀਆਂ ਇੱਕ ਵਿਚਿੱਤਰ ਨਾਟਕ ਤੋਂ ਮੈਂ ਉਹਨਾਂ ਦੀਆਂ ਲਾਈਫ ਬਾਰੇ, ਉਹਨਾਂ ਦੀ ਆਪਣੀ ਲਾਈਫ ਬਾਰੇ ਜੋ ਲਿਖਿਆ ਹੈ ਕਿ ਕਿਸ ਤਰ੍ਹਾਂ ਮੈਂ ਆਇਆ ਦੁਨੀਆ ਵਿੱਚ। ਤੇ ਉੱਥੇ ਚੌਪਈ ਵਿੱਚ ਉੱਥੇ ਵਰਡ ਤੁਸੀਂ ਸਾਰੇ ਜਾਣਦੇ ਹੋ ਕਿ ਜਿਨ ਜਿਨ ਨਾਮ ਤਿਹਾਰੋ ਧਿਆਇਆ, ਦੁਖ ਪਾਪ ਤੇ ਨਿਕਟ ਨਾ ਆਇਆ, ਜੇ ਔਰ ਧਿਆਨ ਕੋ ਤਰਹਿ, ਬਹਿਸ ਬਹਿਸ ਬਦਨੋ ਸਰ ਹੈ, ਹਮ एक काज जगत मोह आए, धर्म हेत गुरुदेव पटाए, जहां तहां तुम धर्म बिथारो, दुष्ट दोखियन पकड़ पछारो, याही काज हाँ हम जन्मंग, समझ ले हो साधु सम मंगमंग, धर्म चलावन संत उबारन, दुष्ट सबन को मूल उतारन। ਇਹ ਗੱਲ ਤੁਸੀਂ ਚੇਤੇ ਰੱਖਿਓ, ਜਿਹੜਾ ਉਹਨਾਂ ਦਾ ਆਉਣ ਦਾ ਮੋਟਿਵ ਜਿਹੜਾ ਸੀ, ਤੇ ਉਹਨਾਂ ਦਾ ਆਉਣ ਦਾ ਮੋਟਿਵ ਇਹ ਸੀ ਕਿ ਹਰ ਬੰਦੇ ਨੂੰ ਅਣਖ ਦੇ ਨਾਲ ਜੀਵਨ ਦਾ ਹੱਕ ਹੈ। ਹਰ ਬੰਦੇ ਨੂੰ ਹੱਕ ਹੈ ਕਿ ਉਹਦੇ ਹਿਊਮਨ ਰਾਈਟਸ ਉਹਦੇ ਨਾਲ ਰਹਿਣ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਈਸਾਈ ਹੈ, ਕਿਸੇ ਵੀ ਧਰਮ ਦਾ ਹੋਵੇ। ਤੇ ਇਸ ਅਣਖ ਨਾਲ ਜੀਣਾ ਉਹਨਾਂ ਨੇ ਸਿਖਾਇਆ ਸਾਨੂੰ, ਔਰ ਇਹ ਕੋਈ ਆਸਾਨ ਚੀਜ਼ ਨਹੀਂ ਸੀ ਖਾਲਸਾ ਜੀ। ਉਹਨਾਂ ਦੀ ਲਾਈਫ ਤੋਂ ਅੱਗੋਂ ਤੁਸੀਂ ਦੇਖੋਗੇ ਕਿਤਨੀ ਸਟਰਗਲ ਉਹਨਾਂ ਦੀ ਲਾਈਫ ਵਿੱਚ ਆਈ ਹੈ, ਅੱਗੇ ਕਿਤਨੀਆਂ ਕਨਫਲਿਕਟਸ ਉਹਨਾਂ ਦੀ ਲਾਈਫ ਵਿੱਚ ਆਈਆਂ, ਤੁਸੀਂ ਸੋਚ ਨਹੀਂ ਸਕਦੇ। ਜਦੋਂ 7 ਸਾਲ ਦੀ ਉਮਰ ਵਿੱਚ, ਉਹਨਾਂ ਦੀ 9 ਸਾਲ ਦੀ ਅਵਸਥਾ ਸੀ 1675 ਵਿੱਚ, ਜਦੋਂ ਪਿਤਾ ਗੁਰੂ ਦੀ ਸ਼ਹੀਦੀ ਹੋਈ, ਜਦੋਂ ਗੁਰਿਆਈ ਮਿਲੀ, ਤੇ 9 ਸਾਲ ਦੀ ਉਮਰ ਵਿੱਚ ਇੰਨਾ ਵੱਡਾ ਭਾਰ ਸੰਭਾਲਿਆ ਉਹਨਾਂ ਨੇ, ਇੰਨੀ ਵੱਡੀ ਕੌਮ ਦਾ। ਤੁਸੀਂ ਸੋਚ ਕੇ ਦੇਖੋ ਵੀ ਇਸ ਤੋਂ ਕਲੈਰਿਟੀ ਹੋ ਜਾਂਦੀ ਹੈ ਇਸ ਥਾਟ ਤੋਂ ਕਿ 4 ਸਾਲ ਦੀ ਉਮਰ ਵਿੱਚ ਵੀ ਗੁਰੂ ਸਨ, 3 ਸਾਲ ਦੀ ਉਮਰ ਵਿੱਚ ਵੀ ਗੁਰੂ ਸਨ। ਉਹਨਾਂ ਨੂੰ
ਉਹਨਾਂ ਨੂੰ ਕਿਸੇ ਤੋਂ ਟ੍ਰੇਨਿੰਗ ਨਹੀਂ ਲੈਣੀ ਪਈ, ਜਨਮ ਤੋਂ ਗੁਰੂ ਮੰਨਿਆ ਹੈ। ਪੰਡਿਤ ਸ਼ਿਵਦੱਤ ਬੜੇ ਵੱਡੇ ਭਗਤ ਹਨ, ਬੜੇ, ਹੁਣ ਵੀ ਤੁਸੀਂ ਦਰਸ਼ਨ ਕਰੋਗੇ ਜਦੋਂ ਕੰਗਨ ਘਾਟ ਗੁਰਦੁਆਰੇ ਦੇ ਤੇ ਉੱਥੇ ਉਹਨਾਂ ਦਾ ਸਥਾਨ ਹੈ, ਉੱਥੇ ਗੰਗਾ ਦੇ ਕਿਨਾਰੇ। ਹੁਣ ਗੰਗਾ ਦੂਰ ਚਲੀ ਗਈ ਹੈ, rivers always change their courses, you know, ਇੱਕ ਜਗ੍ਹਾ courses ਨਹੀਂ ਰਹਿੰਦੀਆਂ, rivers ਦੇ courses ਹਮੇਸ਼ਾ ਬਦਲ ਜਾਂਦੇ ਹਨ, ਤੁਹਾਨੂੰ ਪਤਾ ਹੈ। ਜਿੱਥੇ ਜਿੱਥੇ rivers ਹੁੰਦੀਆਂ ਹਨ, ਪਹਿਲੇ ਗੰਗਾ ਨੇੜੇ ਸੀ, ਉੱਥੋਂ ਗੰਗਾ ਥੋੜੀ ਦੂਰ ਚਲੀ ਗਈ ਹੈ ਕਾਫੀ, you have to walk a lot to reach the waters, you know। ਉਸ ਤੋਂ ਇਲਾਵਾ ਗੁਰਦੁਆਰਾ ਮੈਣੀ ਸੰਗਤ, ਜਿੱਥੇ ਉਹਨਾਂ ਦੀ ਵਾਈਫ ਫਤਿਹ ਚੰਦ ਦੀ ਵਾਈਫ ਜਿਹੜੀ, ਬੱਚਾ ਨਹੀਂ ਸੀ ਉਹਨਾਂ ਦਾ ਘਰ, ਉਹਨਾਂ ਔਲਾਦ ਨਹੀਂ ਸੀ, ਤੇ ਉਹ ਚਾਹੁੰਦੀ ਸੀ, ਤੇ ਜਦੋਂ ਪਹਿਲੀ ਵਾਰੀ ਦੇਖਿਆ ਇਹਨਾਂ ਨੂੰ, ਤੇ ਇੱਥੇ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ ਵਿੱਚ ਪੂਰੀ ਬੁੱਕ ਪੜ੍ਹਨ ਦਾ ਅਗਰ ਕਿਸੇ ਕੋਲ ਟਾਈਮ ਨਾ ਹੋਵੇ, ਤੇ ਇੱਕ ਚੈਪਟਰ ਹੈ, ਪੇਜ ਨੰਬਰ 28 ਤੇ ਸ਼ੁਰੂ ਹੁੰਦਾ ਹੈ। ਉਸ ਚੈਪਟਰ ਦਾ ਨਾਮ ਹੈ ਮੇਰਾ ਬਾਲਾ ਪ੍ਰੀਤਮ, ਕਲਗੀਧਰ ਚਮਤਕਾਰ ਦੀ ਪਹਿਲੇ ਵੋਲਿਊਮ ਵਿੱਚ ਚੈਪਟਰ ਹੈ, ਭਾਈ ਸਾਹਿਬ ਭਾਈ ਵੀਰ ਸਿੰਘਾਂ ਦੇ ਲਿਖੀ ਹੋਈ। ਤੇ ਅੱਜ ਉੱਥੇ ਪਹਿਲੇ 1.5 ਪੇਜਾਂ ਵਿੱਚ ਨਾ ਉਹਨਾਂ ਨੇ ਹੀ ਡਿਫਾਈਨਸ ਵਾਟ ਬਿਊਟੀ ਇਜ਼, ਯੂ ਨੋ, ਸੁੰਦਰਤਾ ਕੀ ਹੈ, ਉਹਨਾਂ ਦੇ ਚਿਹਰੇ ਦਾ ਨੂਰ ਕੀ ਹੈ ਉਹਨਾਂ ਦਾ। ਤੇ ਉਸ ਚਿਹਰੇ ਦੇ ਨੂਰ ਵਿੱਚ ਜਦੋਂ ਡਿਸਕ੍ਰਾਈਬ ਜਦੋਂ ਕਰਦੇ ਹਨ ਉੱਥੇ, ਤੇ ਚਿਹਰੇ ਦੇ ਨੂਰ ਅੱਗੇ ਪਹਿਲਾ ਲਾਈਨ ਹੈ ਕਿ ਅੱਜ ਚੰਦ ਨਹੀਂ ਚੜਿਆ ਪਰ ਚੰਦਾ, ਸੁੰਦਰਤਾ ਨੀਰੀ ਤੇਰੀ ਹੀ ਮੁਤਾਜ ਨਹੀਂ। ਸੁੰਦਰਤਾ ਇੱਕ ਇਲਾਹੀ ਜਲਵਾ ਹੈ, ਕਦੇ ਤੇਰੇ ਵਿੱਚੋਂ ਝਾਤੀਆਂ ਮਾਰਦੀ ਹੈ, ਕਦੀ ਵਹਿੰਦੇ ਪਾਣੀਆਂ ਵਿੱਚੋਂ ਝਾਕ ਦਿੰਦੀ ਹੈ, ਤੇ ਕਦੀ ਪਹਾੜਾਂ ਵਿੱਚ ਉਮਲ ਪੈਂਦੀ ਹੈ, ਕਦੇ ਬਨਸਪਤੀ ਵਿੱਚੋਂ ਮੋਲ ਲੁੱਟਦੀ ਹੈ, ਤੇ ਕਦੀ ਬਿਜਲੀ ਦੀ ਡਰਾਉਣੀ ਗੜਗੜ ਵਿੱਚੋਂ ਲਿਸ਼ਕਾਰਾ ਮਾਰ ਜਾਂਦੀ ਹੈ। ਇਹ ਇੱਥੋਂ ਸ਼ੁਰੂ ਹੁੰਦੀ ਹੈ ਸਟੋਰੀ, ਤੇ ਡਿਫਾਈਨ ਕਰਦੇ ਹਨ ਕਿ ਬਿਊਟੀ ਕੀ ਹੈ, ਉਹਨਾਂ ਦੇ ਚਿਹਰੇ ਦਾ ਨੂਰ ਕਿਉਂ ਜਿਹਾ ਸੀ ਉਸ ਵੇਲੇ। ਤੇ ਪਹਿਲੀ ਵਾਰੀ ਜਦੋਂ ਉਹਨਾਂ ਦੀ ਵਾਈਫ ਫਤਿਹ ਚੰਦ ਦੀ ਵਾਈਫ ਨੇ, ਮੈਣਾਣੀ ਨੇ, ਜਦੋਂ ਪਹਿਲੀ ਵਾਰੀ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਬਾਲਾ ਪ੍ਰੀਤਮ ਦੇ, ਤੇ ਮਮਤਾ ਜਾਗ ਪਈ ਉਹਨਾਂ ਦੇ ਅੰਦਰ। ਤੇ ਬਾਹਰ ਵਿੱਚ ਪੰਡਿਤ ਸ਼ਿਵਦੱਤ ਨੂੰ ਕਹਿਣ ਲੱਗੀ ਕਿ ਮੇਰੇ ਘਰ ਔਲਾਦ ਨਹੀਂ ਹੈ, ਮੈਂ ਚਾਹੁੰਦੀ ਹਾਂ ਇਹੋ ਜਿਹਾ ਬੱਚਾ, ਇਹੋ ਜਿਹੀ ਔਲਾਦ ਮੇਰੇ ਘਰ ਵਿੱਚ ਹੋਵੇ। ਤੇ ਪੰਡਿਤ ਸ਼ਿਵਦੱਤ ਜਰਾ ਨੇ ਕਿਹਾ ਕਿ ਇਹੋ ਜਿਹੇ ਸਿਰਫ ਇਹੋ ਹੀ ਹਨ, ਬਸ ਹੋਰ ਕੋਈ ਨਹੀਂ, ਹੋਰ ਇਹੋ ਜਿਹੇ ਹੋਰ ਦੁਨੀਆ 'ਚ ਕਿਸੇ ਨੇ ਨਹੀਂ ਆਉਣਾ ਹੋਰ ਦੁਬਾਰਾ, ਇਹੋ ਜਿਹੇ ਹੋਰ ਕੋਈ ਨਹੀਂ ਹੈ ਹੋਰ ਦੁਨੀਆ ਵਿੱਚ ਕੋਈ ਹੋਰ। ਤੇ ਫਿਰ ਕਹਿਣ ਲੱਗੀ ਕਿ ਫਿਰ ਮੈਂ ਇਹਨਾਂ ਨੂੰ ਕਿਸ ਤਰ੍ਹਾਂ ਅਡਾਪਟ, ਮੈਂ ਇਹਨਾਂ ਨੂੰ ਕਿਸ ਤਰ੍ਹਾਂ ਮਿਲਾਂ, ਮੈਂ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਨੂੰ ਆਪਣੇ ਗੋਦ ਵਿੱਚ ਬਿਠਾਵਾਂ, ਮੈਂ ਇਹਨਾਂ ਨੂੰ ਆਪਣਾ ਪੁੱਤਰ ਮੰਨ ਚੁੱਕੀ ਹੈ, ਇਹ ਹੀ ਮੇਰੇ ਔਲਾਦ ਵਿੱਚੋਂ ਹੈ। ਉੱਥੇ ਪੰਡਿਤ ਸ਼ਿਵਦੱਤ ਨੇ ਸਮਝਾਇਆ, ਭਗਤ ਹਨ ਪ੍ਰਮਾਤਮਾ ਦੇ, ਇਹਨਾਂ ਨੂੰ ਯਾਦ ਕਰੋ ਪਿਆਰ ਨਾਲ। ਜੇ ਪ੍ਰਮਾਤਮਾ ਦੀ ਆਰਾਧਨਾ ਕਰੋਗੇ, ਇਹਨਾਂ ਨੂੰ ਯਾਦ ਕਰੋਗੇ, ਤੇ ਇਹ ਆਣਗੇ, ਇਹ ਤੁਹਾਨੂੰ ਆਪਣੀ ਮਾਂ ਸਮਝਣਗੇ ਤੁਹਾਨੂੰ। ਤੇ ਪੂਰੀ ਸਾਖੀ ਹੈ ਫਿਰ ਕਿਸ ਤਰ੍ਹਾਂ ਦੋਨੋਂ ਫਤਿਹ ਚੰਦ ਤੇ ਉਹਨਾਂ ਦੀ ਵਾਈਫ ਮੈਣਾਣੀ ਜਿਹੜੀ ਹੈ, ਕਿਸ ਤਰ੍ਹਾਂ ਇਹ ਫਿਰ ਪ੍ਰਮਾਤਮਾ ਦੀ ਆਰਾਧਨਾ ਵਿੱਚ ਜੁੜਦੇ ਹਨ, ਪ੍ਰਮਾਤਮਾ ਨੂੰ ਯਾਦ ਕਰਦੇ ਹਨ, ਤੇ ਬਾਰ-ਬਾਰ ਬੁਲਾਉਂਦੇ ਹਨ ਗੁਰੂ ਸਾਹਿਬ ਨੂੰ। ਤੇ ਗੁਰੂ ਸਾਹਿਬ ਫਿਰ ਬਚਪਨ 'ਚ, ਛੋਟੇ ਹੁੰਦਿਆਂ ਵੀ ਜਦੋਂ ਬਚਪਨ 'ਚ ਖੇਡਦੇ ਸਨ ਆਪਣੇ ਦੋਸਤਾਂ ਨਾਲ, ਤੇ ਉੱਥੇ ਵੀ ਤੀਰ ਕਮਾਨਾਂ ਵਾਲੇ 2 ਆਰਮੀਜ਼ ਬਣਾ ਕੇ ਆਰਮੀ ਨੂੰ ਲਗਾਉਣਾ ਆਪਸ ਵਿੱਚ, ਮਿਲਟਰੀ, ਉਹਨਾਂ ਨੂੰ ਪਤਾ ਸੀ ਮੇਰੀ ਜ਼ਿੰਦਗੀ ਕਿਸ ਵਾਸਤੇ ਹੈ। ਪੂਰੀ ਜ਼ਿੰਦਗੀ ਉਹਨਾਂ ਨੇ ਇਸ ਕੰਮ ਵਿੱਚ ਲਗਾਈ, ਉਹਨਾਂ ਨੇ ਇਹ ਹਿਊਮਨ ਰਾਈਟਸ ਦੀ ਬੈਟਲ ਵਿੱਚ। ਤੇ ਉੱਥੇ ਕਹਿੰਦੇ ਹਨ ਜਦੋਂ, ਤੇ ਹੁਣ ਵੀ ਮੈਣੀ ਸੰਗਤ ਗੁਰਦੁਆਰਾ ਪਟਨਾ ਸਾਹਿਬ, ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਮੈਣੀ ਸੰਗਤ ਦੇ, ਉਹ ਨੇੜੇ ਹੀ ਹੈ ਗੁਰਦੁਆਰਾ, ਬਹੁਤ ਦੂਰ ਨਹੀਂ ਹੈ ਹਰਮੰਦਰ ਸਾਹਿਬ ਤੋਂ। ਇਟਸ ਲਾਈਕ ਅ 5 to 10 ਮਿੰਟ ਵਾਕਿੰਗ ਡਿਸਟੈਂਸ ਹੈ। ਤੇ ਮੈਨੂੰ ਹੁਣ ਪਟਨਾ ਗਿਆ ਕਾਫੀ ਦੇਰ ਹੋ ਗਈ ਹੈ। ਲਾਸਟ ਟਾਈਮ ਵੈਨ ਆਈ ਵਿਜ਼ਿਟਡ ਪਟਨਾ, ਜਦੋਂ ਇੰਡੀਆ ਜਾਂਦੇ ਹੋ ਇੰਨੇ ਹੋਰ ਕੁਝ ਹੋ ਜਾਂਦਾ ਹੈ ਕਿ ਐਸੇ ਇੰਪੋਰਟੈਂਟ ਕੰਮ ਨਹੀਂ ਹੋ ਪਾਉਂਦੇ, ਪਰ ਉਹ ਗਲੀਆਂ ਹਾਲੇ ਵੀ ਪਤਲੀਆਂ ਹੀ ਸਨ ਜਦੋਂ ਮੇਰੇ ਬਚਪਨ 'ਚ। ਉਹ ਗਲੀਆਂ ਹਾਲੇ ਉਹਨਾਂ ਗਲੀਆਂ 'ਚੋਂ ਜਾਂਦੇ ਹੋਣੇ ਹਨ, ਉਹ ਗਲੀਆਂ ਪਤਲੀਆਂ ਇੱਟਾਂ ਵਾਲੀਆਂ, ਉਹ ਗਲੀਆਂ ਹੁਣੇ ਉਹੀ ਹਨ ਜਿੱਦੇ ਆਪਣੇ ਫਰੈਂਡਸ ਨਾਲ ਜਾਂਦੇ ਹੋਣੇ ਹਨ ਖੇਡਣ ਵਾਸਤੇ ਉੱਥੇ। ਤੇ ਇੱਥੇ ਪ੍ਰਸੰਗ ਆਇਆ ਹੈ ਕਲਗੀਧਰ ਚਮਤਕਾਰ ਵਿੱਚ, ਜਦੋਂ ਇੱਕ ਦਿਨ ਖੇਡਦੇ ਤੇ ਮੈਣੀ ਉਹਨਾਂ ਦੇ ਮਹਿਲ ਵਿੱਚ ਦਾਖਲ ਹੋਏ, ਤੇ ਮਾਤਾ ਮੈਣੀ ਜੀ ਜਦੋਂ ਪ੍ਰਮਾਤਮਾ ਦੇ ਮਗਨ ਸਨ ਭਗਤੀ ਵਿੱਚ, ਤੇ ਉਹਨਾਂ ਦੀ ਗੋਦ ਵਿੱਚ ਜਾ ਕੇ ਤੇ ਉਹਨਾਂ ਨੂੰ ਮਾਂ ਕਰਕੇ ਪੁਕਾਰਿਆ। ਤੇ ਇਹ ਪੂਰਾ ਚੈਪਟਰ ਹੈ ਕਲਗੀਧਰ ਚਮਤਕਾਰ ਵਿੱਚ। ਜਿਨ੍ਹਾਂ ਨੇ ਇਹ ਬੁੱਕ ਨਹੀਂ ਪੜ੍ਹੀ, ਔਰ ਜਿਨ੍ਹਾਂ ਨੇ ਉਹਨਾਂ ਦੀ ਲਾਈਫ ਨੂੰ ਇਤਨੀ ਡਿਟੇਲ 'ਚ ਨਹੀਂ ਪੜ੍ਹਿਆ, ਬਹੁਤ ਵੱਡੀ ਚੀਜ਼ ਆਪਣੀ ਲਾਈਫ ਵਿੱਚ ਮਿਸ ਕਰਨਗੇ।
ਤੇ ਤੁਹਾਡੇ ਕੋਲ ਟਾਈਮ ਕੱਢ ਕੇ ਜੇ ਤੁਸੀਂ ਪੜ੍ਹ ਸਕਦੇ ਹੋ ਤੇ ਨਥਿੰਗ ਲਾਈਕ ਇਟ, ਨਹੀਂ ਤੇ ਕਿਸੇ ਬੁੱਕ ਕਲੱਬ ਨੂੰ ਜੁਆਇਨ ਕਰਕੇ ਉਹਨਾਂ ਦੇ ਥਰੂ ਪੜ੍ਹਨ ਦੀ ਕੋਸ਼ਿਸ਼ ਕਰੋ। ਤੇ ਜਦੋਂ ਪਹਿਲੀ ਵਾਰੀ ਮਾਂ ਕਰਕੇ ਕਿਹਾ, ਇੱਥੇ ਪੂਰਾ ਚੈਪਟਰ ਆਇਆ ਹੈ ਉਹਦੇ ਉੱਤੇ, ਕਿਸ ਤਰ੍ਹਾਂ ਮਾਂ ਕਰਕੇ ਪੁਕਾਰਿਆ, ਕਿਸੇ ਨੂੰ ਗੋਦ ਵਿੱਚ ਲਿੱਤਾ ਉਹਨਾਂ ਨੂੰ। ਤੇ ਉੱਥੇ ਫਿਰ ਥੋੜੀ ਦੇਰ ਬਾਅਦ ਜਦੋਂ ਆਪਣੇ ਫਰੈਂਡ ਨਾਲ ਖੇਲਣ ਆਉਂਦੇ ਹਨ ਤੇ ਆਪਣੀ ਮਾਂ ਨੂੰ, ਦੂਸਰੀ ਮਾਂ ਨੂੰ ਕਹਿੰਦੇ ਹਨ, ਮਾਂ ਭੁੱਖ ਲੱਗੀ ਹੈ, ਕੁਝ ਖਾਣ ਵਾਸਤੇ ਦੇ ਕੁਝ ਸੋ ਇਹ ਮਾਂ ਫਿਰ ਜਦੋਂ ਖਾਣ ਵਾਸਤੇ ਦਿੰਦੀ ਹੈ ਤੇ ਹੁਣ ਤੱਕ ਉਹ ਪ੍ਰਸ਼ਾਦ ਛੋਲਿਆਂ ਦਾ ਤੇ ਪੁੜੀਆਂ ਦਾ ਪ੍ਰਸ਼ਾਦ ਹੁਣ ਤੱਕ ਹੈ। ਇਹ ਉਹਨਾਂ ਦੀ ਯਾਦ ਵਿੱਚ, ਮੈਂ ਬਚਪਨ ਵਿੱਚ ਉਹ ਵਿਹੜਾ ਜਿਹੜਾ ਚੌਬਾਰਾ ਹਲੇ ਵੀ ਸੀ। ਅਨਫੋਰਚੂਨੇਟਲੀ ਸਾਡੇ ਵਿੱਚ ਰੈਸਟੋਰੇਸ਼ਨ ਦਾ ਕਨਸੈਪਟ ਨਹੀਂ ਹੈ, ਖਾਲੀ ਰੈਨੋਵੇਸ਼ਨ ਦਾ ਕਨਸੈਪਟ ਹੈ। ਅਸੀਂ ਪੁਰਾਣੀਆਂ ਚੀਜ਼ਾਂ ਤੋੜ ਕੇ, ਲਾਸਟ ਟਾਈਮ there was somebody in the audience who said ਕਿ ਵੀਰ ਜੀ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਸਾਰਾ, ਸਾਡੀ ਹਿਸਟਰੀ ਨੂੰ ਧੋਣ ਵਾਸਤੇ। This is purposely being done and I hope that is not right, but if it is being done then we should have the courage and we should have the intelligence to stop them, ਸਾਡੇ ਕੋਲ means ਹਨ ਬੰਦ ਕਰਨ ਦੀਆਂ। we are not idiots, but ਜੇ ਸਾਡੇ ਲੀਡਰ ਨਹੀਂ ਇਸ ਗੱਲ ਨੂੰ ਜਾਣ ਸਕਦੇ, ਸਾਨੂੰ ਜਾਣਨਾ ਚਾਹੀਦਾ ਕਿ ਸਾਡੀਆਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ ਉਹਨਾਂ ਨੂੰ ਨਾ ਤੋੜਿਆ ਜਾਵੇ। ਮੈਂ ਦੇਖਿਆ ਹੋਇਆ ਬਚਪਨ ਚ ਉਹ ਚਾਰ ਦੀਵਾਰੀ ਜਿਹੜੀ ਹੈ, ਆਂਗਣ ਜਿਹੜਾ ਹੈ ਜਿੱਥੇ ਮਹਾਰਾਜ ਖੇਡਦੇ ਸਨ, ਜਿੱਥੇ ਤੇ ਉੱਥੇ ਫਿਰ ਖੇਡਣ ਜਾਂਦੇ ਸਨ ਤੇ ਫਿਰ ਉਹਨਾਂ ਦਾ ਆਣਾ ਜਾਣਾ ਮੈਣੀ ਸੰਗਤ ਵਿੱਚ ਵੱਧ ਗਿਆ। ਬਚਪਨ ਚ ਫਿਰ ਉਸ ਮਾਂ ਨਾਲ ਰਿਲੇਸ਼ਨਸ਼ਿਪ ਵੱਧ ਗਈ। ਕਲਗੀਧਰ ਚਮਤਕਾਰ ਵਿੱਚ ਇੱਥੇ ਤੱਕ ਲਿਖੇ ਬੋਲ ਆਏ ਹਨ ਕਿ ਜਦੋਂ ਪਹਿਲੀ ਵਾਰੀ ਖੇਡ ਕੇ ਆਏ ਹਨ ਤੇ ਲੇਟ ਆਏ ਖੇਡ ਕੇ ਉੱਥੋਂ, ਤੇ ਮਾਤਾ ਗੁਜਰੀ ਜੀ ਪੁੱਛਦੇ ਹਨ, ਬੇਟਾ ਜੀ ਬੜੀ ਲੇਟ ਆਏ ਹੋ, ਇਤਨੀ ਲੇਟ ਕੀ ਕਰ ਰਹੇ ਸੀ, ਕਿੱਥੇ ਸੀ ਤੁਸੀਂ? ਤੇ ਕਹਿਣ ਲੱਗੇ ਅਸੀਂ ਆਪਣੀ ਦੂਸਰੀ ਇੱਕ ਮਾਂ ਨੂੰ ਮਿਲਣ ਗਏ ਸੀ। ਉਹ ਕਹਿੰਦੇ ਉਹ ਕਿਹੜੀ ਮਾਂ ਹੈ? ਉਹਨੇ ਦੱਸਿਆ ਮੇਰੀਆਂ ਦੋ ਮਾਵਾਂ ਹਨ। ਇੱਥੇ ਇਹ ਵੀ ਬਚਨ ਆਏ ਹਨ, ਮਾਤਾ ਗੁਜਰੀ ਜੀ ਨੇ ਕਿਹਾ ਕਿ ਮਾਂ ਤੇ ਇੱਕੋ ਹੀ ਹੁੰਦੀ ਹੈ ਕਿਸੇ ਬੇਟੀ ਦੀ। ਕਹਿੰਦੇ ਨਹੀਂ, ਦੋ ਮਾਵਾਂ ਹਨ। ਜਿਸ ਤਰ੍ਹਾਂ ਦੋ ਝੀਲਾਂ ਵਿੱਚੋਂ, ਦੋ ਸਰੋਵਰਾਂ ਵਿੱਚੋਂ ਚੰਦਰਮਾ ਇੱਕੋ ਜਿਹਾ ਦਿਖਦਾ ਹੈ, ਇੱਕੋ ਹੀ ਚੰਦਰਮਾ ਦੋਨੋਂ ਤਾਲ ਵਿੱਚ ਨਜ਼ਰ ਆਉਂਦਾ ਹੈ, ਉਸ ਤਰ੍ਹਾਂ ਹੇ ਮਾਤਾ ਮੇਰੀਆਂ ਦੋ ਮਾਤਾਵਾਂ ਹਨ। ਤੇ ਇਹ ਉਹਨਾਂ ਨੇ ਜਿਹੜੀ ਅਡਾਪਟਡ ਮਦਰ ਉਹਨਾਂ ਦੀ ਜਿਹੜੀ ਉਸ ਵੇਲੇ, ਬਾਕੀ ਬਾਇਓਲੋਜੀਕਲ ਮਦਰ ਨਹੀਂ ਸਨ ਉਹਨਾਂ ਦੇ, ਜਿਹੜੀਆਂ ਅਡਾਪਟ ਹੋਈਆਂ, ਉਹਨਾਂ ਨਾਲ ਘੁਲ ਮਿਲ ਗਏ, ਬਹੁਤ ਪਿਆਰ ਸੀ ਸੰਗਤ ਨਾਲ। ਤੇ ਇੱਥੇ ਤੱਕ ਹੁਣ ਤੱਕ ਰਵਾਇਤ ਹੈ ਪਟਨਾ ਸਾਹਿਬ, ਮਹਾਰਾਜ ਉੱਥੋਂ ਰਾਤੀ ਸ਼ਾਮੀ ਖੇਡ ਕੇ ਆਣਾ ਉਹਨਾਂ ਨੇ, ਤੇ ਬਚਪਨ ਤੋਂ ਜਦੋਂ ਖੇਡ ਕੇ ਵਾਪਸ ਆਣਾ ਜਦੋਂ ਉੱਥੋਂ, ਤੇ ਲੇਟ ਹੋ ਜਾਂਦੇ ਸਨ ਆਉਂਦਿਆਂ, ਤੇ ਸੰਗਤ ਵੇਟ ਕਰਦੀ ਸੀ, ਰਹਿਰਾਸ ਪੜ੍ਹਦੀ ਨਹੀਂ ਸੀ ਸੰਗਤ। ਇਸ ਗੱਲ ਦਾ ਚੇਤਾ ਰਹੇ ਕਿ ਫਾਰਮਲੀ ਹਾਲੇ ਗੁਰੂ ਨਹੀਂ ਬਣੇ ਸਨ। ਫਾਰਮਲੀ ਗੁਰੂ ਬਣਨ ਵਿੱਚ ਹਾਲੇ 4 ਸਾਲ ਪਏ ਹੋਏ ਹਨ। ਹਾਲੇ ਗੁਰਿਆਈ ਦਾ ਤਿਲਕ ਬਾਬਾ ਗੁਰਦਿੱਤਾ ਜੀ ਨੇ ਲਗਾਇਆ ਹੈ। ਜਿਹੜੇ ਰੰਧਾਵਾ ਜੀ, ਜਿਹੜੇ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਹਨ, ਉਹ ਬਾਅਦ ਵਿੱਚ ਲੱਗੇਗਾ ਗੁਰਿਆਈ ਦਾ ਤਿਲਕ। ਲੇਕਿਨ ਬਚਪਨ ਤੋਂ ਗੁਰੂ ਮੰਨਿਆ ਹੈ ਅਸੀਂ ਉਹਨਾਂ ਨੂੰ, ਉਹ ਬਚਪਨ ਤੋਂ ਸਾਹਿਬੇ ਕਮਾਲ ਹੈ। ਤੇ ਉੱਥੇ ਜਦੋਂ ਪਹੁੰਚਦੇ ਹਨ ਤੇ ਹੁਣ ਤੱਕ ਰਵਾਇਤ ਰਹੀ ਹੈ ਇਹ ਕਿ ਇਹ ਜਿਹੜੀ ਹੈ ਰਹਿਰਾਸ ਲੇਟ ਸ਼ੁਰੂ ਹੁੰਦੀ ਹੈ, ਪਟਨਾ ਸਾਹਿਬ ਵੇਟ ਕਰਦੀ ਹੈ, ਸੰਗਤ ਵੇਟ ਕਰਦੀ ਹੈ ਉਹਨਾਂ ਦੀ ਜੁਆਇਨ ਕਰਨ ਨੂੰ। ਮਹਾਰਾਜ ਜਦੋਂ ਪਹੁੰਚਦੇ ਸਨ ਉੱਤੇ ਤੇ ਰਹਿਰਾਸ ਸ਼ੁਰੂ ਹੁੰਦੀ ਸੀ, ਤਾਂ ਹੁਣ ਤੱਕ ਇਹ ਰਵਾਇਤ ਰਹੀ ਹੈ ਕਿ ਜਿਹੜੀ ਉਹ ਲੇਟ ਸ਼ੁਰੂ ਕਰਦੇ ਹਨ। ਉੱਥੇ ਬਚਪਨ ਬੀਤਿਆ, ਉੱਥੇ ਉਹਨਾਂ ਦਾ ਗਾਗਰਾਂ ਦੀਆਂ ਸਟੋਰੀ ਤੁਹਾਨੂੰ ਪਤਾ ਹੈ, ਨੋ ਸਾਖੀਆਂ ਜਿਹੜੀਆਂ ਉਹ ਮੈਂ ਰਿਪੀਟ ਨਹੀਂ ਕਰਨੀਆਂ। ਮਾਤਾ ਜੀ ਨਾਲ ਬੜਾ ਪਿਆਰ ਹੈ, ਮੈਣੀ ਜੀ ਨਾਲ ਸੰਗਤ ਬਹੁਤ ਪਿਆਰ ਕਰਦੀ ਹੈ, ਸੰਗਤ ਦੂਰੋਂ ਮਿਲਣ ਆਂਦੀ ਹੈ। ਤੇ 1672 ਕਈਆਂ ਨੇ 1673 ਲਿਖਿਆ ਹੈ, ਜਦੋਂ ਹੁਕਮਨਾਮਾ ਭੇਜਦੇ ਹਨ ਗੁਰੂ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹਨ ਤੁਹਾਡੀ ਲੋੜ ਹੈ, ਤੁਸੀਂ ਵਾਪਸ ਅਨੰਦਪੁਰ ਸਾਹਿਬ ਆ ਜਾਓ। ਤੇ ਜਦੋਂ ਚੱਲਣ ਦੀ ਤਿਆਰੀ ਕਰਦੀ ਹੈ ਤੇ ਸੰਗਤ ਨਾਲ ਬਹੁਤ ਪਿਆਰ ਹੈ, ਸੰਗਤ ਆਣਾ ਨਹੀਂ ਚਾਹੁੰਦੀ, ਬੜੀ ਮਿੰਨਤਾਂ ਕਰਦੀ ਕਿ ਤੁਸੀਂ ਨਾ ਜਾਓ, ਤੁਸੀਂ ਇੱਥੇ ਰਹੋ, ਇੱਥੇ ਸਭ ਕੁਝ ਠੀਕ ਹੈ, ਜੋ ਤੁਸੀਂ ਕਹੋਗੇ ਅਸੀਂ ਉਂਝ ਹੀ ਕਰਾਂਗੇ, ਤੁਸੀਂ ਸਾਨੂੰ ਛੋੜ ਕੇ ਜਾਓ ਨਾ। ਇਤਨੀ ਛੋਟੀ ਉਮਰ ਵਿੱਚ ਦੇਖੋ, 1666 ਦਾ ਬਰਥ ਹੈ, 1672-73 ਵਿੱਚ ਪਟਨਾ ਤੋਂ ਵਾਪਸ ਅਨੰਦਪੁਰ ਸਾਹਿਬ ਜਾਂਦੇ ਹਨ ਤੇ ਕਿੰਨੀ ਉਮਰ ਹੈ? 6 ਸਾਲ 7 ਸਾਲ ਦੀ, 6 ਜਾਂ 7 ਇਅਰਸ ਦੀ ਏਜ ਹੋਣੀ ਹੈ ਜਦੋਂ ਪਟਨਾ ਤੋਂ ਚੱਲਦੇ ਹਨ। ਤੇ ਪਟਨਾ ਤੋਂ ਜਦੋਂ ਤਿਆਰੀ ਕਰਦੇ ਹਨ ਜਾਣ ਦੀ, ਸੰਗਤ ਬਹੁਤ ਰੋਂਦੀ ਹੈ, ਨਹੀਂ ਜਾਣ ਦਿੰਦੀ। ਲੇਕਿਨ ਫਿਰ ਕਈ ਕਹਿੰਦੇ ਹਨ ਕਿ ਜੇ ਤੁਸੀਂ ਜਾਣ ਦੀ ਠਾਣ ਦਿੱਤੀ, ਅਸੀਂ ਤੁਹਾਡੇ ਨਾਲ ਚੱਲਾਂਗੇ, ਅਸੀਂ ਤੁਹਾਨੂੰ ਛੋੜ ਕੇ ਨਹੀਂ ਜਾਣਾ, ਅਸੀਂ ਤੁਹਾਡੇ ਬਿਨਾਂ ਰਹਿ ਨਹੀਂ ਸਕਦੇ ਇੱਥੇ, ਅਸੀਂ ਤੁਹਾਨੂੰ ਰੋਜ਼ ਦੇਖਣਾ ਚਾਹੁੰਦੇ ਹਾਂ।
ਤੇ ਜਦੋਂ ਚਲਦੇ ਹਨ ਉਥੋਂ ਪਟਨਾ ਤੋਂ ਤੇ ਸਾਰੀ ਸੰਗਤ ਪਟਨਾ ਦੀ ਨਾਲ ਤੁਰ ਪੈਂਦੀ ਉਹਨਾਂ ਦੇ ਕਿ ਅਸੀਂ ਤੁਹਾਡੇ ਨਾਲ ਜਾਣਾ ਹੈ, ਅਸੀਂ ਘਰ-ਬਾਰ ਛੋੜ ਕੇ ਤੁਹਾਡੇ ਨਾਲ ਜਾਣਾ ਹੈ। ਮਹਾਰਾਜ ਬੜਾ ਸਮਝਾਉਂਦੇ ਹਨ ਕਿ ਸਿੱਖ ਦਾ ਜੀਵਨ ਇਹੋ ਜਿਹਾ ਨਹੀਂ ਹੈ। ਸਿੱਖ ਦਾ ਜੀਵਨ ਜਿਹੜਾ ਹੈ ਕਿਰਤੀ ਵਾਲਾ ਜੀਵਨ ਹੈ। ਮੈਂ ਤੁਹਾਡੇ ਹਮੇਸ਼ਾ ਨਾਲ ਹਾਂ, ਤੁਹਾਡੇ ਅੰਗ ਸੰਗ ਹਾਂ। ਪ੍ਰਮਾਤਮਾ ਦੀ ਪੂਜਾ ਕਰੋ, ਉਸ ਅਕਾਲ ਤੋਂ ਯਾਦ ਰੱਖੋ। ਸੁਣਦੇ ਨਹੀਂ ਫਿਰ ਵੀ ਨਾਲ ਚੱਲਦੇ ਹਨ। ਤੇ ਇੱਕ ਨੇਬਰਿੰਗ ਸਿਟੀ ਹੈ ਦਾਨਾਪੁਰ, ਹੁਣ ਵੀ ਹੈ ਉੱਥੇ ਇੱਕ ਬ੍ਰਿਧ ਮਾਈ ਹੈ, ਹੁਣ ਵੀ ਗੁਰਦੁਆਰਾ ਹੈ, ਗੁਰਦੁਆਰਾ ਹਾਂਡੀ ਸਾਹਿਬ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ। ਉਹ ਬ੍ਰਿਧ ਮਾਈ ਜਿਹੜੀ ਹੈ ਬਹੁਤ ਬ੍ਰਿਧ ਹੈ, ਬੜੀ ਉਮਰ ਹੈ ਉਹਦੀ, ਨਹੀਂ ਆ ਸਕਦੀ ਪਟਨਾ ਉਹਨਾਂ ਦੇ ਦਰਸ਼ਨ ਕਰਨ। ਤੇ ਮਨ ਸੋਚਦੀ ਹੈ ਕਿ ਕਦੇ ਇਥੋਂ ਲੰਘਣਗੇ, ਕਦੀ ਜਾਣਗੇ ਤੇ ਮੈਨੂੰ ਦਰਸ਼ਨ ਦੇਣਗੇ ਆਪਣੇ। ਤੇ ਪਤਾ ਲੱਗਿਆ ਸਿੱਖ ਸੰਗਤਾਂ ਕੋਲੋਂ ਕਿ ਮਹਾਰਾਜ ਅਨੰਦਪੁਰ ਸਾਹਿਬ ਜਾਂਦੇ ਪੈਣ ਤੇ ਰਸਤੇ ਚੋਂ ਲੰਘਣਗੇ ਤੇ ਤੁਹਾਨੂੰ ਮਿਲ ਕੇ ਜਾਣਗੇ। ਮਾਈ ਆਪਣੀ ਹਾਂਡੀ ਵਿੱਚ ਖਿਚੜੀ ਤਿਆਰ ਕਰਦੀ ਹੈ ਉਹਨਾਂ ਵਾਸਤੇ। ਖਿਚੜੀ ਥੋੜੀ ਹੈ, ਤੁਸੀਂ ਸਾਰੇ ਜਾਣਦੇ ਹੋ ਸਾਖੀ। ਜਦੋਂ ਗੁਰੂ ਪਹੁੰਚਦੇ ਹਨ ਉੱਥੇ ਤੇ ਜਦੋਂ ਪਤਾ ਲੱਗਦਾ ਹੈ, ਮਾਈ ਨੂੰ ਬੜੀ ਫਿਕਰ ਹੈ। ਮਾਈ ਨੇ ਚੋਲਾ ਵੀ ਤਿਆਰ ਕੀਤਾ ਹੈ ਗੁਰੂ ਸਾਹਿਬ ਬਾਰੇ, ਤੇ ਉਹ ਚੋਲਾ ਵੀ ਧਾਰਨ ਕਰਦੇ ਹਨ ਛੋਟੀ ਉਮਰ ਵਿੱਚ। ਤੇ ਮਹਾਰਾਜ ਦੇ ਆਪਣੇ ਸ਼ਸਤਰ ਵੈਸੇ ਪਟਨਾ ਸਾਹਿਬ ਪਏ ਹੋਏ ਹਨ, ਜਿਹੜੇ ਪਟਨਾ ਜਿਨ੍ਹਾਂ ਦੇ ਦਰਸ਼ਨ ਕੀਤੇ ਹਨ। ਮਹਾਰਾਜ ਦੀ ਆਪਣੀ ਸ੍ਰੀ ਸਾਹਿਬ ਹੈ, ਮਹਾਰਾਜ ਦੀ ਆਪਣੀ ਛੋਟੀ ਜਿਹੜੀ ਕਮਰ ਕੱਸੇ ਨਾਲ ਜਿਹੜੀ ਬੰਨਦੇ ਸਨ, ਜਿਹੜੀ ਸ਼ਸਤਰਧਾਰੀ ਬਚਪਨ ਤੋਂ ਸਨ। ਅੱਗੇ ਜਾ ਕੇ ਵੀ ਉਹਨਾਂ ਨੇ ਸ਼ਸਤਰਧਾਰੀਆਂ ਦੇ ਉੱਤੇ ਤੇ ਲਿਖਿਆ ਹੀ ਹੋਇਆ, ਸ਼ਸਤਰਾਂ ਨੂੰ ਤੇ ਪੀਰ ਮੰਨਿਆ ਉਹਨਾਂ ਨੇ, ਲੇਕਿਨ ਸ਼ਸਤਰਧਾਰੀ ਆਪ ਛੋਟੇ ਹੁੰਦਿਆਂ ਤੋਂ ਸ਼ਸਤਰਧਾਰੀ ਸਨ। ਉਹਨਾਂ ਦਾ ਚੋਲਾ ਵੀ ਉੱਥੇ ਪਿਆ ਹੋਇਆ, ਉਹਨਾਂ ਦੀਆਂ ਖੜਾਵਾਂ ਵੀ ਉੱਥੇ ਪਈਆਂ ਹੋਈਆਂ ਪਟਨਾ ਸਾਹਿਬ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ। ਸਵੇਰੇ ਰੋਜ਼ ਸ਼ਸਤਰਾਂ ਦੇ ਦਰਸ਼ਨ ਕਰਾਉਂਦੇ ਹਨ ਜਿਹੜੇ ਜਾਂਦੇ ਹਨ। ਤੁਸੀਂ ਜੇ ਗਏ ਹੋ ਕਦੀ ਤੇ ਮੇਕ ਸ਼ੋਰ ਦੇ, ਅਗਰ ਤੁਸੀਂ ਇੱਕ ਦਿਨ ਵਾਸਤੇ ਜਾ ਰਹੇ ਹੋ ਤਾਂ ਮੇਕ ਸ਼ੋਰ ਯੂ ਆਰ ਦੇਅਰ अर्ਲੀ ਇਨ ਦਾ ਮਾਰਨਿੰਗ ਔਨ ਅ ਡੇ। ਇਫ ਯੂ ਆਰ ਨਾਟ ਦੇਅਰ ਇਨ ਦਾ ਮਾਰਨਿੰਗ ਯੂ ਵਿਲ ਨਾਟ ਬੀ ਏਬਲ ਟੂ ਸੀ। ਉਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਤੁਹਾਡੇ ਮਿਸ ਹੋ ਜਾਣਗੇ। ਹਾਂਡੀ ਸਾਹਿਬ ਗੁਰਦੁਆਰੇ, ਹਾਂਡੀ ਫਿਰ ਮਾਤਾ ਨੂੰ ਕਹਿੰਦੇ ਹਨ, ਆਸ਼ਵਾਸਨ ਦਿੰਦੇ ਹਨ ਕਿ ਤੇਰੀ ਖਿਚੜੀ ਮੁੱਕੇਗੀ ਨਹੀਂ, ਤੇਰੀ ਢੱਕ ਕੇ ਤੇ ਤੂੰ ਪਰਦਾ ਜਦੋਂ ਖੋਲੇਗੀ, ਜਿਤਨੀ ਸੰਗਤ ਆਈ ਹੈ ਸਾਰੇ ਨੇ ਹੁਣ ਵੀ ਉੱਥੇ, ਤੁਸੀਂ ਅਗਰ ਦਰਸ਼ਨ, ਹੁਣ ਵੀ ਖਿਚੜੀ ਦਾ ਪ੍ਰਸ਼ਾਦ ਹੈ ਉੱਥੇ। ਜਦੋਂ ਜਾਓਗੇ ਤੇ ਉਹ ਚਾਵਲ ਜਿਹੜੇ ਹਨ ਦਾਲ ਨਾਲ ਮਿਕਸ ਕੀਤੇ ਹੋਏ ਥਿਕ ਜੀ ਖਿਚੜੀ ਬਣਾਉਂਦੇ ਹਨ, ਹੁਣ ਵੀ ਉਹ ਰਵਾਇਤ ਚੱਲਦੀ ਹੈ ਉੱਥੇ। ਮਹਾਰਾਜ ਨੇ ਫਿਰ ਸੰਗਤ ਨੂੰ ਵਾਪਸ ਭੇਜਿਆ ਦਾਨਾਪੁਰ ਤੋਂ ਕਿ ਤੁਸੀਂ ਵਾਪਸ ਚਲੇ ਜਾਓ ਪਟਨੇ, ਤੇ ਆਪ ਜਿਹੜੇ ਹਨ ਉਹ ਮੂਵ ਕਰਦੇ ਹਨ। ਕਲਗੀਧਰ ਚਮਤਕਾਰ ਵਿੱਚ ਬੜੀਆਂ ਜਗ੍ਹਾ ਦੇ ਦਰਸ਼ਨ ਆਏ ਹਨ। ਸੂਰਜ ਪ੍ਰਕਾਸ਼ ਜੀ ਬੜੀ ਜਗ੍ਹਾ ਕਿਤੇ ਮਹਾਰਾਜ ਰੁਕੇ ਹਨ। ਮਹਾਰਾਜ ਬੜੀ ਜਗ੍ਹਾ ਰੁਕੇ ਹਨ ਰਸਤੇ ਵਿੱਚ। ਬਨਾਰਸ ਰੁਕੇ ਹਨ, ਇਲਾਹਾਬਾਦ ਰੁਕੇ ਹਨ, ਲਖਨਊ ਦੇ ਆਸ-ਪਾਸ ਰੁਕੇ ਹਨ, ਸਹਾਰਨਪੁਰ ਰੁਕੇ ਹਨ। ਬੜੀ ਜਗ੍ਹਾ ਤੋਂ ਹੁੰਦੇ ਹੋਏ ਕਿਤੇ ਰਹਿੰਦੇ ਹੋਏ ਅਨੰਦਪੁਰ ਸਾਹਿਬ ਪਹੁੰਚਦੇ ਹਨ। ਤੇ 1672-73 ਵਿੱਚ ਅਨੰਦਪੁਰ ਸਾਹਿਬ ਪਹੁੰਚਦੇ ਹਨ। ਤੇ ਇੱਕ ਸਾਲ ਉੱਥੇ ਫਿਰ ਉਹਨਾਂ ਨੂੰ ਹਰ ਤਰ੍ਹਾਂ ਦੀਆਂ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੀ ਹੈ ਹਰ ਤਰ੍ਹਾਂ ਦੀ ਸਿੱਖਿਆ ਉੱਥੇ ਦਿੱਤੀ ਜਾਂਦੀ ਹੈ। ਵੈਪਨਸ ਦੀ ਟ੍ਰੇਨਿੰਗ ਹੈ, ਬ੍ਰਜ ਭਾਸ਼ਾ ਦੀ, ਸੰਸਕ੍ਰਿਤ ਦੀ, ਫਾਰਸੀ ਦੀ। ਹਾਲਾਂਕਿ ਬਚਪਨ ਤੋਂ ਗੁਰੂ ਹਨ, ਸਭ ਪਤਾ ਹੈ ਉਹਨਾਂ ਨੂੰ ਆਲਰੇਡੀ, ਬਟ ਫਿਰ ਵੀ ਇੱਕ ਫਾਰਮਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਨੂੰ ਉੱਥੇ। ਤੇ 1675 ਦੇ अर्ਲੀ 1675 ਵਿੱਚ, ਇਹ ਮੈਂ ਸਾਰੀ ਕਥਾ ਤੁਹਾਨੂੰ ਸੁਣਾ ਦਿੱਤੀ ਸੀ, ਜਦੋਂ ਪੰਡਿਤ ਕਿਰਪਾਲ ਦੱਤ ਜਦੋਂ ਆਉਂਦੇ ਹਨ, ਜਦੋਂ ਕਸ਼ਮੀਰ ਤੋਂ ਚੱਲ ਕੇ, ਤੇ ਉੱਥੇ ਜਿਹੜੀ ਉਹ ਫਰਿਆਦ ਲੈ ਕੇ ਆਉਂਦੇ ਹਨ ਪੰਡਿਤ ਹੋਰੀ, ਜਿਹੜੀ ਕਸ਼ਮੀਰ ਤੋਂ ਆ ਕੇ ਮਹਾਰਾਜ ਅੱਗੇ ਰੱਖਦੇ ਹਨ ਕਿ ਔਰੰਗਜ਼ੇਬ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ ਹੈ। ਸਾਰੀ ਸੰਗਤ, ਸਾਰੇ ਦਾ ਉੱਥੇ 1.25 ਲੱਖ ਮਣ ਜੰਜੂ ਜਿਹੜਾ ਲਾਂਦਾ ਹੈ ਸਾਡੇ ਬਹੁਤ ਬੁਰਾ ਹਾਲ ਕੀਤਾ, ਸਾਨੂੰ ਬਚਾਓ। ਸਾਨੂੰ ਕਿਸੇ ਨੇ ਕਿਹਾ ਹੈ ਕਿ ਗੁਰੂ ਨਾਨਕ ਦੀ ਗੱਦੀ ਤੇ ਜਿਹੜੇ ਹੁਣ 9ਵੀਂ ਜੋਤ ਜਿਹੜੀ ਸਮਾ ਰਹੀ ਹੈ, ਤੇ ਇਹ ਕਿਥੋਂ ਕੋਈ ਖਾਲੀ ਤੁਰਦਾ ਨਹੀਂ ਹੈ, ਤੁਸੀਂ ਦੱਸੋ ਕੀ ਕੀਤਾ ਜਾਏ। ਤੇ ਮਹਾਰਾਜ ਨੇ ਉੱਥੇ ਆਦੇਸ਼ ਦਿੱਤਾ ਕਿ ਜਾਓ, ਕਹਿ ਦਿਓ ਜਾ ਕੇ ਕਿ ਜੇ ਤੁਸੀਂ ਕਿਸੇ ਵੱਡੇ ਪੀਰ ਨੂੰ ਜੇ ਤੁਸੀਂ ਮੁਸਲਮਾਨ ਬਣਾ ਦਿਓ, ਜੇ ਉਹ ਇਸਲਾਮ ਵਿੱਚ ਕਨਵਰਟ ਹੋ ਜਾਏਗਾ ਤੇ ਫਿਰ ਸਾਰਾ ਪੰਥ ਮੁਸਲਮਾਨ ਵਿੱਚ ਕਨਵਰਟ ਹੋ ਜਾਏਗਾ। ਇਹ ਗੱਲ ਤੁਸੀਂ ਸਾਰੇ ਜਾਣਦੇ ਹੋ। ਤੇ ਇੱਥੇ ਫਿਰ ਜਾ ਕੇ ਬਚਨ ਆਏ ਉੱਥੇ ਉਹਨਾਂ ਦੇ। ਮਹਾਰਾਜ ਨੇ ਫਿਰ ਉੱਥੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਤੋਂ ਵੱਡਾ ਹੋਰ ਕੌਣ ਹੈ, ਇਹ ਮੇਰੇ ਦਾਤਾ ਹੈ, ਮੇਰੇ ਪਿਤਾ ਗੁਰੂ, ਤੁਸੀਂ ਇਹ ਕਾਰਜ ਸਵਾਰੋ। ਤੇ ਮੈਂ ਲਾਸਟ ਟਾਈਮ ਵੀ ਗੱਲ ਕਹੀ ਸੀ, ਮੈਂ ਦੁਬਾਰਾ ਕਵਾਂਗੇ ਗੱਲ, ਔਰ ਮੈਂ ਰਿਪੀਟ ਕਰਦਾ ਪਿਆ, ਸੋ ਦੈਟ ਐਕਸਕਿਊਜ਼ ਮੀ ਫॉर ਲॉट ਆਫ ਰੈਪੀਟੇਸ਼ਨ, ਕਿਉਂਕਿ ਕਈ ਜਗ੍ਹਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੇ
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਆਪਸ ਵਿੱਚ ਓਵਰਲੈਪ ਕਰਦਾ ਹੈ ਬੜਾ। ਸੋ ਉੱਥੇ ਕਹਿਣਾ ਜ਼ਰੂਰੀ ਹੈ ਮੇਰਾ ਇਹ ਗੱਲ, ਕਿਉਂਕਿ ਕਈ ਸ਼ਾਇਦ ਉਸ ਦਿਨ ਨਾ ਆਏ ਹੋਣ। ਤੇ ਇਹ ਗੱਲ ਮੈਂ ਕਹਿ ਦਿਆਂ ਕਿ ਜੰਜੂ ਤਿਲਕ ਤੇ ਜੰਜੂ ਦੀ ਰੱਖਿਆ ਵਾਸਤੇ ਮਹਾਰਾਜ ਨੇ ਸ਼ਹੀਦੀ ਦਿੱਤੀ। ਤੇ ਤਿਲਕ ਤੇ ਜੰਜੂ ਦੀ ਰੱਖਿਆ ਵਾਸਤੇ ਮਹਾਰਾਜ ਦਿੱਲੀ ਜਾ ਕੇ ਸ਼ਹੀਦ ਹੋਣਗੇ। ਤੇ ਆਪਣੇ ਪਿਤਾ ਗੁਰੂ ਨੂੰ ਭੇਜਿਆ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਜਾਓ। ਤੇ ਤਿਲਕ ਜੰਜੂ ਅਸੀਂ ਨਹੀਂ ਪਹਿਨਦੇ, ਨਾ ਜੰਜੂ ਅਸੀਂ ਪਹਿਨਦੇ ਹਾਂ। ਤੇ ਮੈਂ ਲਾਸਟ ਟਾਈਮ ਵੀ ਇਹ ਗੱਲ ਕਹੀ ਸੀ ਕਿ ਆਥਰਸ ਹੈਵ ਪੁਆਇੰਟਡ ਆਊਟ ਕਿ ਗੁਰੂ ਨਾਨਕ ਦੇਵ ਮਹਾਰਾਜ ਦੀ ਉਮਰ ਵੀ ਇਹਨਾਂ ਦੀ ਉਮਰ ਹੋਣੀ ਹੈ। ਇਹ 9 ਸਾਲ ਦੇ ਸਨ ਜਦੋਂ ਇਹ ਸਾਕਾ ਵਰਤਿਆ, ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਉਮਰ ਵੀ ਇਤਨੇ ਸਾਲਾਂ ਦੀ ਹੋਣੀ ਹੈ, 8 ਦੀ ਹੋਣੀ ਹੈ, 9 ਦੀ ਹੋਣੀ ਹੈ, ਕਈਆਂ ਨੇ 10, ਕਈਆਂ ਨੇ 11, ਕਈਆਂ ਨੇ 12 ਸਾਲ ਦੀ ਉਮਰ ਹੋਣੀ ਹੈ, ਜਦੋਂ ਸਾਰੀ ਪਰਿਵਾਰ ਦੇ ਸਾਹਮਣੇ ਉਹਨਾਂ ਨੇ ਸਾਰੀ ਸੰਗਤ ਵਿੱਚ ਜੰਜੂ ਪਹਿਨਣ ਤੋਂ ਇਨਕਾਰ ਕਰ ਦਿੱਤਾ। ਤੇ ਇਤਨੀ ਸੰਗਤ ਇਕੱਠੀ ਹੋਈ ਹੋਵੇ, ਇਤਨੇ ਲੋਕ ਇਕੱਠੇ ਹੋਏ ਹੋਣ, ਤੇ ਤੁਹਾਡਾ ਬੱਚਾ ਕਹਿ ਦੇਵੇ ਕਿ ਇਹ ਮੈਂ ਗੱਲ ਕਰਨੀ ਨਹੀਂ, ਤੇ ਕਿਸ ਤਰ੍ਹਾਂ what the family must have gone through, you can imagine, you know। ਪਰ ਉਹਨਾਂ ਨੇ ਕਿਹਾ ਨਹੀਂ, ਮੈਂ ਜੰਜੂ ਨਹੀਂ ਪਹਿਨਣਾ, ਬਿਕੋਜ਼ ਜੰਜੂ ਵਿਤਕਰੇ ਦਾ ਹੈ, ਸ਼ੂਦਰ ਨੂੰ ਪਹਿਨ ਨਹੀਂ ਦਿੰਦੇ, ਬ੍ਰਾਹਮਣ ਦਾ ਜੰਜੂ ਵੱਖਰਾ ਹੈ, ਫਿਰ ਲੇਡੀਜ਼ ਫੀਮੇਲਸ ਆਰ ਨਾਟ ਅਲਾਉਡ ਟੂ ਵੇਅਰ them, ਮੈਂ ਜੰਜੂ ਨਹੀਂ ਪਹਿਨਣਾ, ਇਨਕਾਰ ਕਰ ਦਿੱਤਾ ਜੰਜੂ ਪਹਿਨਣ ਨੂੰ। ਤੇ ਜੰਜੂ ਦੇ ਅਸਲੀ ਜੰਜੂ ਕੀ ਹੈ, ਉਹਦੀ ਆਸਾ ਦੀ ਆਵਾਜ਼ ਡਿਸਕ੍ਰਿਪਸ਼ਨ ਵੀ ਆਈ ਹੈ ਵੀ ਕੀ ਹੈ, ਕਿਹੜਾ ਜੰਜੂ ਅਸਲੀ ਹੈ, ਉਹ ਮੈਂ ਉਹਦੇ ਉੱਤੇ ਨਹੀਂ ਜਾਣਾ। ਉਹਦੇ ਉੱਤੇ ਇੱਕ ਕਹਿੰਦਾ ਹੈ ਜੰਜੂ ਨਹੀਂ ਪਹਿਨਣਾ, ਤੇ ਦੂਸਰਾ ਕਹਿੰਦਾ ਹੈ 300 ਸਾਲ ਬਾਅਦ ਕਿ ਜੰਜੂ ਜ਼ਬਰਦਸਤੀ ਉਤਾਰਨ ਵੀ ਨਹੀਂ ਦੇਣੇ। ਅਸੀਂ ਨਹੀਂ ਪਹਿਨਣੇ ਜੰਜੂ, ਸਾਨੂੰ ਪਹਿਨਣ ਦੀ ਇਜਾਜ਼ਤ ਨਹੀਂ, ਪਰ ਜੇ ਤੁਸੀਂ ਇਹਨਾਂ ਦੇ ਜੰਜੂ ਜ਼ਬਰਦਸਤੀ ਉਤਾਰੋਗੇ ਤੇ ਸਾਨੂੰ ਇਸ਼ੂ ਹੈ ਇਹਦੇ ਨਾਲ। ਜੇ ਤੁਸੀਂ ਸਾਰੇ ਇਹਨਾਂ ਦੇ ਜੰਜੂ ਉਤਾਰੋਗੇ ਤੇ ਅਸੀਂ ਆਪਣੀਆਂ ਤਲਵਾਰਾਂ ਕੱਢ ਲਾਂਗੇ। ਜੇ ਤੁਸੀਂ ਇਹਨਾਂ ਦੇ ਜੰਜੂ ਜ਼ਬਰਦਸਤੀ ਉਤਾਰੋਗੇ ਤੇ ਅਸੀਂ ਖੜੇ ਹੋ ਜਾਾਂਗੇ ਤੁਹਾਡੇ ਸਾਹਮਣੇ ਮਾਰਨ ਵਾਸਤੇ, ਹਾਲਾਂਕਿ ਜੰਜੂ ਅਸੀਂ ਨਹੀਂ ਪਹਿਨਣੇ। ਖਾਲਸਾ ਜੀ, ਇਸ ਤੋਂ ਵੱਡੀ ਕੋਈ ਹਿਊਮਨ ਰਾਈਟਸ ਦੀ ਕਥਾ ਨਹੀਂ ਹੈ ਕੋਈ ਹੋਰ, ਇਸ ਤੋਂ ਵੱਡੀ ਕੋਈ ਹਿਊਮਨ ਰਾਈਟ ਦੀ ਬੈਟਲ ਨਹੀਂ ਹੈ ਕੋਈ ਹੋਰ। ਜਿਸ ਚੀਜ਼ ਵਿੱਚ ਤੁਸੀਂ ਆਪ ਬਿਲੀਵ ਨਹੀਂ ਕਰਦੇ, ਜਿਸ ਚੀਜ਼ ਨੂੰ ਤੁਹਾਨੂੰ ਆਦਿ ਗੁਰੂ ਨੇ ਰੋਕਿਆ ਹੈ ਪਹਿਨਣ ਵਾਸਤੇ, ਜਿਸ ਚੀਜ਼ ਵਿੱਚ ਤੁਹਾਡੀ ਆਪਣੀ ਬਿਲੀਫ ਨਹੀਂ ਹੈ ਪਰ ਦੂਸਰਿਆਂ ਦੀ ਬਿਲੀਫ ਹੈ, ਤੇ ਦੂਸਰਿਆਂ ਦੀ ਬਿਲੀਫ ਕੋਈ ਛੀਨੇ ਤੇ ਸਿੱਖ ਨੂੰ ਤਕਲੀਫ ਹੋਏ, ਸਿੱਖ ਕਵੇ ਨਹੀਂ ਮੈਂ ਇਹ ਬਰਦਾਸ਼ਤ ਨਹੀਂ ਕਰਾਂ। ਤੇ ਇਹ ਉਸ ਉਮਰ ਵਿੱਚ ਹੀ ਉਹਨਾਂ ਨੇ ਇਹ ਆਦੇਸ਼ ਦਿੱਤਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ, ਤੇ ਸ਼ਹੀਦੀ ਹੋਣ ਤੋਂ ਬਾਅਦ ਤੁਹਾਨੂੰ ਪਤਾ ਹੈ, ਮੈਂ ਕਥਾ ਪੂਰੀ ਸੁਣਾਈ ਹੈ, ਉਹਨਾਂ ਦੇ ਧੜ ਦਾ ਸੰਸਕਾਰ ਰਕਾਬਗੰਜ ਹੋਇਆ। ਤੇ ਉਹਨਾਂ ਦੇ ਸੀਸ ਜਿਹੜਾ ਹੈ ਭਾਈ ਜੇਤਾ, ਭਾਈ ਉਹਦਾ ਤੇ ਭਾਈ ਉਹਨਾਂ, ਇਹ ਚੁੱਕ ਕੇ 3 ਗੁਰਸਿੱਖ ਜਿਹੜੇ ਹਨ ਇਹ ਚੁੱਕ ਕੇ ਵਾਪਸ ਲੈ ਕੇ ਆਉਂਦੇ ਹਨ ਸੀਸ ਜਿਹੜਾ ਹੈ ਅਨੰਦਪੁਰ ਸਾਹਿਬ। ਤੇ ਉੱਥੇ ਜਾ ਕੇ ਫਿਰ ਸੀਸ ਦਾ ਸੰਸਕਾਰ ਉੱਥੇ ਹੋਇਆ। ਤੇ ਮੈਂ ਇੱਕ ਪਤਾ ਨਹੀਂ ਮੈਂ ਵੀ ਪਰਮਾਤਮਾ ਨੇ ਮੇਰੇ ਕੋਲ ਕਢਵਾਣੀ ਸੀ ਗੱਲ, ਹੈ ਕਿ ਮੈਂ ਇੱਕ ਸਾਖੀ ਰਹਿ ਗਈ ਸੀ ਇਹਦੇ ਵਿੱਚੋਂ। ਤੇ ਮਹੀਨੇ ਬਾਅਦ ਇਸ ਇਨਸੀਡੈਂਟ, ਜਿਹੜੇ ਸੀਸ ਦੇ ਸੰਸਕਾਰ ਤੋਂ ਮਹੀਨੇ 1.5 ਮਹੀਨੇ ਬਾਅਦ ਮੱਖਣ ਸ਼ਾਹ ਲੁਬਾਣਾ ਦੀ ਫੈਮਿਲੀ ਵਿੱਚੋਂ ਲੋਕ ਦਰਸ਼ਨ ਕਰਨ ਆਏ ਮਹਾਰਾਜ ਦੇ, ਤੇ ਸਾਰੀ ਗੱਲ ਉਹਨਾਂ ਨੇ ਨਾ ਅੱਖੋਂ ਦੇਖਾ ਹਾਲ ਸਾਰਾ ਸੁਣਾਇਆ ਉੱਤੇ। ਤੇ ਇਹ ਸੂਰਜ ਪ੍ਰਕਾਸ਼ ਕਥਨ ਆਏ, ਐਂਡ ਲੈਟ ਮੀ ਸ਼ੇਅਰ ਦੈਟ ਵਿਦ ਯੂ। ਤੇ ਇਹ ਗੱਲ 1675 ਦੇ ਦਸੰਬਰ ਜਾਂ ਜਨਵਰੀ ਆਫ 1676 ਦੀ ਗੱਲ ਹੋਣੀ ਹੈ। ਮਹਾਰਾਜ ਦੀ ਉਮਰ 9 ਜਾਂ 10 ਸਾਲ ਦੀ ਹੋਣੀ ਹੈ ਉਸ ਵੇਲੇ। ਇਹ ਜਿਹੜੀ ਸਾਖੀ ਜਿਹੜੀ ਆਈ ਹੈ ਸੂਰਜ ਪ੍ਰਕਾਸ਼ ਵਿੱਚ, ਤੇ ਉੱਥੇ ਜਦੋਂ ਆ ਕੇ ਗੱਲ ਸੁਣਾਈ ਕਿ ਜਦੋਂ ਇਹ ਸਾਕਾ ਵਰਤਿਆ ਦਿੱਲੀ ਵਿੱਚ, ਤੇ ਦਿੱਲੀ ਵਿੱਚ ਜਿਹੜੇ ਸਿੱਖ ਸਨ ਕੋਈ ਸਾਹਮਣੇ ਨਾ ਆਇਆ ਡਰ ਮਾਰੇ, ਸਿਰਫ ਭਾਈ ਜੇਤਾ ਜੀ ਜਾ ਕੇ ਉਹਨਾਂ ਨੇ ਚੁੱਕਿਆ, ਉਸ ਵੇਲੇ ਕੋਈ ਸਾਹਮਣੇ ਨਾ ਆਇਆ, ਲਲਕਾਰਿਆ ਮੁਗਲ ਗਵਰਨਮੈਂਟ ਨੇ, ਕੌਣ ਆ ਸਕਦਾ ਸਾਹਮਣੇ, ਕੋਈ ਸਾਹਮਣੇ ਨਾ ਆਇਆ। ਤੇ ਇੱਥੇ ਇੱਕ ਸੂਰਜ ਪ੍ਰਕਾਸ਼ ਵਿੱਚ ਮੈਂ ਕੋਟ ਕਰਨ ਲੱਗਾ ਕਿ ਕਿਸੇ ਨੇ ਫੋਲੋ ਕਰਨਾ ਹੋਵੇ, ਤੇ ਰੁੱਤ 1 ਤੇ ਅਧਿਆਇ 7 ਵਿੱਚ ਹੈ, ਪਹਿਲੇ ਭਾਗ ਵਿੱਚ ਦਾ। ਤੇ ਜਿਸਨੇ ਅਗਰ ਕਿਸੇ ਨੇ ਦੇਖਣੀ ਹੋਵੇ ਬਾਅਦ ਵਿੱਚ, ਤੇ I can send you a reference, so let me just read those lines to you. ਤੇ ਬ੍ਰਜ ਹੈ, so I'll read it in Braj and then I'll try to translate that into Punjabi. ਤੇ ਅਧਮ ਨੁਰੰਗੇ ਕਾਰਨ ਕੀਨਾ, ਪੁਨ ਡਿੰਡਮਪੁਰ ਫੇਰ ਸੋ ਦੀਨਾ, ਇਨਕੋ ਸਿੱਖ ਸਾਧਕ ਨਰ ਜੋਏ, ਧਰ ਕੋ ਲੇਹ ਸੰਸਕਾਰ ਸੇ ਹੀ।
अधम नुरंगे कारण कीना पुन डिंडम पूर फिर जीना। औरंगे ने औरंगजेब ने टिंडोरा पिट दिता दिल्ली विच कि कोई माई का लाल है सिख अगर दिल्ली विच ते महाराज दा संस्कार करके दिखावे, कोई उन्हां दी बॉडी दा संस्कार करके दिखावे। टिंडोरा पुन डिंडम पुर फेर सो दीना, एक इनको सिख साधक कर जोई धर को लेह संस्कार जोई, कोई इन्हां दे धड़ दा संस्कार करके दिखाए। टिंडोरा पिटिया उसने। ते अगे लिखते हैं कवि संतोख सिंह जी सूर्य प्रकाश विच, सुनियो सबन कर त्राम विसाला, कोई ना बोलियो सके तिस काला। किसी दे मन च हिम्मत नहीं पई, किसी दे सिर्फ मक्खन शाह लुभाणे दे मन च हिम्मत पई थी, भाई जेता दे मन च हिम्मत पई, इन्हां दोनां सिखां तो सिवाय किसी दे मन विच ये हिम्मत नहीं पई। हम है सिख ना किनू बतावा, हम है सिख ना किनू बतावा, किसी नूं दस्या नहीं कि असीं सिख हां। अपने घरां छुप के बैठ गए, दबक रहे निज निज घर थावां, अपने घरां विच दबक के छुप के बैठ गए। इतना डर सी औरंगजेब दा, इहो जी दहशत वाला राज सी उहदा बड़ा। किसी दे सामने कोई गल उहदे सामने कह दवे ते ओह बर्दाश्त नहीं कर सकदा सी। डरत हृदय को दे ना बताए, शाह बंद हम दे मरवाए। डरदे डरदे किसी ने ये गल गड्डी नहीं कि असीं सिख हां, सिख होंदियां भी गल नहीं कही असीं सिख हां। ते शाह बंद हम दे मरवाए, किधरे शाह ने किधरे औरंगजेब ने सानू मरवा ना दे किधरे, इस डर मारे घरों बाहर नहीं निकले, डर दे मारे। दूर दूर गए अपने घर माए, दूर दूर तक अपने घरां च बैठे रहे, कोई नहीं आया चांदनी चौक उन्हां दे धड़ नूं कलेक्ट करन वास्ते। साहिब मक्खन शाह लोबाणी दी फैमिली ते भाई जेता जी नूं छोड़ के नहीं मानी सिख किस पुरमाहे, नहीं किसी सिख ने यह गल अगे जाके मनी, नहीं धड़ चुकिया किसी दा, कोई सिख सारे डर के बैठे रहे। ते हुण अगे गुरु साहब दे बचन आंदे हन। महाराज क्रोध विच आ जांदे हन, महाराज रोष विच आ जांदे हन। जदों ये गल सुनदे हन कि मेरे सिख डरपोक हन, मेरे सिखां च हिम्मत नहीं रही, उत्थे प्रण लैंदे हन। उस दिन उत्थे लैंदे हुण बचन आए हन, एक कलगीधर पातशाह दे बचन सूर्य प्रकाश विच दर्ज है। श्री गुरु गोबिंद सुनकर ऐसे, गरज बोले जलधर जैसे। महाराज दे बचन है, जदों ये सुनिया ना उन्हां ने कन्नां विच कि मेरे सिखां च हिम्मत नहीं सी उस वेले आउण दी सामने, ते गरगज बोले जलधर, जलधर कहंदे हन की कहंदे ने ਜਿਹੜੇ ਸਕਾਈ ਵਿੱਚ ਬੱਦਲ, ਜਿਸ ਤਰ੍ਹਾਂ ਬੱਦਲ ਗਰਜਦੇ ਹਨ ਨਾ, ਜਿਸ ਤਰ੍ਹਾਂ ਬੱਦਲ ਦੇ ਗਰਜਣ ਦੀ ਆਵਾਜ਼ ਆਉਂਦੀ ਹੈ ਨਾ, ਗਰਜਤ ਬੋਲੇ ਜਲਧਰ, ਜਲਧਰ ਜਿੱਥੇ ਜਲ ਵਿੱਚ ਭਾਵ ਜਿਹੜੇ ਰੇਨ ਕਲਾਉਡ ਜਦੋਂ ਗਰਜ ਬੋਲਦੇ ਹਨ, ਜਿਹੜੀ ਆਵਾਜ਼ ਜਿਹੜੀ ਨਿਕਲਦੀ ਹੈ, ਉਸ ਤਰ੍ਹਾਂ ਮਹਾਰਾਜ ਨੇ ਬਚਨ ਇਹ ਬੋਲੇ ਗਲਧਰ ਜੈਸੇ। ਇਸ ਵਿਦ ਕੋ ਅਬ ਪੰਥ ਬਣਾਵੋ, ਮੈਂ ਇੱਕ ਇਹੋ ਜਿਹਾ ਪੰਥ ਕ੍ਰੀਏਟ ਕਰਾਂਗਾ, मैं एक ਇਹੋ ਜਿਹਾ पंथ चलावांगा हूं। इस विद को अब पंथ बनावो, सकल जगत में पुने बितावो, मैं सारे जगत विचों न्यारा पंथ क्रिएट करांगा, ऐसा पंथ क्रिएट करांगा, उन्हां दे मन विचों इन्हां मुगलां दा डर कढ दियांगा मैं बिल्कुल। लाखों जग के नर इक थाए, अगली लाइन है ब्रज विच है, लाखों जग के नर इक थाए, लखा नर लख इंसान एक जगह खड़े होण, तिन में मिले एक सिख चाहे, उन्हां चों एक सिख खड़ा होएगा, अगर एक केसाधारी सिख खड़ा होएगा, एक शस्त्रधारी, एक दस्तार वाला सिख होएगा, ते लखां विचों एक सिख पहचानिया जाएगा। इहो जिहा पंथ पैदा करांगा मैं। लाखों जग के नर एक थाए, तिन में मिले एक सिख जाए, सब में पृथक पहचानो परे, सारियां विचों एक पहचानिया जाएगा, छुप के नहीं रह सकेगा मेरा खालसा, इतनी बहादुरी नाल अगे सामने आएगा। रले ना कहीं किसों करें, किसे नाल रल नहीं सकेगा, झूठ नहीं बोल सकेगा, झूठ नहीं बोलने की आदत नहीं पेगी, डर के नहीं अपनी जिंदगी बिताएगा। इहो जिहा पंथ मैं कह पैदा करांगा। एक ये 9 साल की अवस्था च महाराज दे बचन है, हाले खालसा साजण विच टाइम है। 1699 की विसाखी में खालसा साजिया गया। जब बकन में हंस न छपे,
ਜਿਸ ਤਰ੍ਹਾਂ ਬਤਕਾਂ ਵਿੱਚੋਂ ਹੰਸ ਨਹੀਂ ਛੁਪ ਸਕਦਾ, ਹੰਸ ਨਜ਼ਰ ਆ ਜਾਂਦਾ ਹੈ ਬਤਕਾਂ ਵਿੱਚੋਂ, ਗ੍ਰਿਜਨ ਵਿਖੇ ਮੋਰ ਜਿਮ ਛਪੇ, ਤੇ ਗ੍ਰਿਜਨਾਂ ਵਿੱਚੋਂ ਹੋਰ ਜਿਹੜੀ ਦੂਸਰੀ ਇੱਕ ਬਰਡ ਹੁੰਦੀ ਹੈ ਉਹਨਾਂ ਵਿੱਚੋਂ ਮੋਰ ਨਹੀਂ ਛਿਪ ਸਕਦਾ, ਮੋਰ ਮੋਰ ਹੈ। ਜਿਉ ਖਰਗਨ ਮੇ ਬਲੀ ਤੁਰੰਗ, ਜਿਸ ਤਰ੍ਹਾਂ ਖੋਤਿਆਂ ਵਿੱਚੋਂ ਘੋੜਾ ਨਹੀਂ ਛੁਪ ਸਕਦਾ, ਘੋੜਿਆਂ ਵਿੱਚੋਂ ਘੋੜਾ ਘੋੜਾ ਹੈ, ਖੋਤਿਆਂ ਵਿੱਚੋਂ ਘੋੜੇ ਨਜ਼ਰ ਆ ਜਾਂਦੇ ਹਨ, ਤੁਰੰਗ ਚ ਤਾਂ ਨਹੀਂ ਛੁਪ ਸਕਦਾ, ਉਸ ਤਰ੍ਹਾਂ ਜਥਾ ਮ੍ਰਿਗਨ ਮੇ ਕੇਹਰ ਅੰਗ, ਤੇ ਮੈਂ ਇਹਨਾਂ ਮ੍ਰਿਗਾਂ ਵਿੱਚੋਂ, ਇਹ ਮ੍ਰਿਗ ਕਹਿੰਦੇ ਹਨ ਹਿਰਨਾਂ ਵਿੱਚੋਂ, ਇਹਨਾਂ ਹਿਰਨਾਂ ਵਿੱਚੋਂ ਕਹਿਰਵਾ ਸ਼ੇਰ ਨੂੰ ਕਹਿੰਦੇ ਹਨ। ਸ਼ਲੋਕ ਸੰਸਕ੍ਰਿਤ ਵਿੱਚ ਕਹਿਰ ਵਰਡ ਆਇਆ ਹੈ, ਬ੍ਰਜ ਦਾ ਵਰਡ ਹੈ, ਸੰਸਕ੍ਰਿਤ ਦੇ ਵਿੱਚ ਕਹਿਰ ਕਹਿੰਦੇ ਹਨ। ਮੈਂ ਇਹਨਾਂ ਹਿਰਨਾਂ ਵਿੱਚੋਂ ਸ਼ੇਰ ਪੈਦਾ ਕਰ ਦਿਆਂਗਾ। ਇਹਨਾਂ ਹਿਰਨਾਂ ਦੇ ਜਿਹੜੇ ਬੰਚਸ ਹਨ, ਜਿਹੜੇ ਹਿਰਨਾਂ ਵਿੱਚ, ਇਹਨਾਂ ਵਿੱਚ ਇੱਕ ਸ਼ੇਰ ਪੈਦਾ ਕਰਾਂਗਾ, ਜਿਹੜੇ ਇਹਨਾਂ ਨਾਲ ਇਸ 800 ਸਾਲ ਦੀ ਗੁਲਾਮੀ ਦੀਆਂ ਬੇੜੀਆਂ ਕੱਟਣਗੇ। ਮਹਾਰਾਜ ਦੇ ਇਹ ਬਚਨ 9 ਸਾਲ ਦੀ ਉਮਰ ਵਿੱਚ ਰਿਕਾਰਡਡ ਹੈ। 9 ਸਾਲ ਦੀ ਉਮਰ ਵਿੱਚ ਇਹ ਬਚਨ ਉਹਨਾਂ ਨੇ, ਜਦੋਂ ਮੱਖਣ ਸ਼ਾਹ ਦੀ ਲੋਬਾਣੇ ਦੀ ਫੈਮਿਲੀ ਚੋਂ ਇਹ ਗੱਲ ਸੁਣੀ ਕਿ ਮੇਰਾ ਸਿੱਖ ਕੋਈ ਸਾਹਮਣੇ ਨਹੀਂ ਆਇਆ, ਤੇ ਤਿਮ ਨਾਨਾ ਭੇਖਨ ਬੇ ਨਾਏ ਮਮ ਸਿੱਖੋ ਸਗਲ ਪਰਥਾਏ, ਸੁਨਤ ਸਭ ਬਿਸਮੇ ਹੋਈ, ਬਾਕ ਅਚਾਨਕ ਜਾਨਤ ਸੋਈ। ਤਿਮ ਨਾਨਾ ਭੇਖਨ ਮੇ ਨਾਏ, ਇਸ ਤਰ੍ਹਾਂ ਭੇਸਾਂ ਵਿੱਚ ਮੇਰਾ ਸਿੱਖ ਜੇ ਛੁਪਾਣਾ ਵੀ ਚਾਹੇਗਾ ਆਪਣੇ ਆਪ ਨੂੰ ਤੇ ਛੁਪਾ ਨਹੀਂ ਸਕੇਗਾ ਆਪਣੇ ਆਪ ਨੂੰ। ਮਮ ਸਿੱਖੋ ਸਗਲ ਪ੍ਰਥਾਏ, ਮੇਰੇ ਸਿੱਖਾਂ ਨੂੰ ਹਰ ਜਗ੍ਹਾ ਪਛਾਣਿਆ ਜਾਏਗਾ, ਮੇਰਾ ਗੁਰੂ ਕਾ ਸਿੱਖ। ਤੇ ਕਹਿੰਦੇ ਨੇ ਜਦੋਂ ਸੰਗਤ ਨੇ ਇਹ ਗੱਲ ਸੁਣੀ ਨਾ, ਜਨੋ ਸੁਨਤ ਸਭਾ ਮੇ ਸਭ ਬਿਸਮੇ ਹੋਏ, ਇਹ ਆਏ ਹਨ ਵਰਡ ਸੂਰਜ ਪ੍ਰਕਾਸ਼ ਵਿੱਚ। ਇਹ ਗੱਲ ਜਦੋਂ ਸੁਣੀ ਤੇ ਸਾਰੀ ਸਭਾ ਵਿੱਚ ਇੱਕ ਬਿਸਮ ਰਹਿ ਗਿਆ, ਇੱਕ ਅਚੰਭਾ ਪੈਦਾ ਹੋ ਗਿਆ ਕਿ ਮਹਾਰਾਜ ਕੀ ਗੱਲ ਕਰਦੇ ਪਏ, ਕੀ ਕਰਨਗੇ ਇਹ ਕਿਹੜੀ ਕੋਤਕ ਵਰਤਾਣਗੇ ਹੁਣ, ਕੀ ਕਿਹੜਾ ਪੰਥ ਪੈਦਾ ਕਰਨਗੇ, ਕੌਣ ਕੀ ਕਰੇਗਾ। ਸੁਨਤ ਸਭਾ ਮੇ ਬਿਸਮੇ ਹੋਏ, ਬਾਕ ਅਚਾਨਕ ਜਾਣੇ ਸਭੀ, ਕਿਹੜੀ ਅਚਾਨਕ, ਇਹ ਕਿਹੜੀ ਵਾਕ ਕਰ ਦਿੱਤੀ ਉਹਨਾਂ ਨੇ, ਇਹ ਕਿਹੜੀ ਗੱਲ। ਕਥਾ ਬੜੀ ਲੰਬੀ ਹੈ, ਮੈਂ ਅੱਗੇ ਵਰਡ ਆਏ ਹਨ, ਪੁਨ ਬੰਜਾਰਾ ਬੁਝਨ ਕਰਿਓ ਤੋਤੇ ਕਰਿਓ ਕਾਜ ਕਿਮ ਕਰਿਓ, ਫਿਰ ਅਗਲੀ ਕਨਵਰਸੇਸ਼ਨ ਚਲਦੀ ਹੈ। ਮੈਂ ਇਤਨਾ ਆਈ ਡੋਂਟ ਹੈਵ ਅਨਲਿਮਿਟਿਡ ਟਾਈਮ ਟੂ ਡਿਸਕਸ ਸਾਰੀ ਸਾਖੀ ਜਿਹੜੀ ਆਈ ਹੈ ਸੂਰਜ ਪ੍ਰਕਾਸ਼ ਵਿੱਚ, ਤੁਹਾਡੇ ਕੋਲ ਟਾਈਮ ਹੈ, ਤੁਸੀਂ ਖੁਦ ਪੜ੍ਹ ਸਕਦੇ ਹੋ। ਬਟ ਇਹ ਬਚਨ ਮਹਾਰਾਜ ਦੇ 1675 ਦੀ ਦਸੰਬਰ ਵਿੱਚ, ਜਨਵਰੀ 1676 ਦੇ ਵਾਕ ਹਨ ਉਹਨਾਂ ਦੇ, ਕਿ ਪੰਥ ਮੈਂ ਇਹੋ ਜਿਹਾ ਕ੍ਰੀਏਟ ਕਰਾਂਗਾ ਕਿ ਇਹਨਾਂ ਵਿੱਚੋਂ ਜਿਹੜਾ ਬੱਖਾਂ ਵਿੱਚੋਂ ਹੰਸ ਵਰਗਾ ਤੇ ਖੋਤਿਆਂ ਵਿੱਚੋਂ ਤੁਰੰਗ ਵਰਗਾ, ਤੇ ਇਹੋ ਜਿਹਾ ਇੱਕ ਪੰਥ ਪੈਦਾ ਕਰਾਂਗਾ ਮੈਂ, ਜਿਹੜੇ ਹਿਰਨਾਂ ਵਿੱਚੋਂ ਸ਼ੇਰ, ਸਾਰੇ ਹਿਰਨਾਂ ਦੇ ਜੁੱਠ ਵਿੱਚ ਜਿਹੜੇ ਬੈਠੇ ਹੋ, ਇਹਨਾਂ ਚੋਂ ਸ਼ੇਰ ਪੈਦਾ ਕਰਾਂਗਾ ਮੈਂ, ਸਿੰਘ ਪੈਦਾ, ਇੱਕ ਕਹਿਰ ਪੈਦਾ ਕਰਾਂਗਾ, ਜਿਹੜੇ ਕਿ ਇਹਨਾਂ ਤੋਂ ਕੋਈ ਡਰੇਗਾ ਨਹੀਂ, ਇਹਨਾਂ ਦੇ ਡਟ ਕੇ ਮੁਕਾਬਲਾ ਕਰਾਂਗੇ। ਇਹ ਬਚਨ ਸਿੱਖ ਸੰਗਤ ਨੇ ਸੁਣੇ, ਮਾਤਾ ਜੀ ਤੱਕ ਖਬਰ ਪਹੁੰਚੀ ਕਿ ਇਹ ਸ਼ਬਦ ਕਹੇ ਹਨ, ਤੇ ਮਾਤਾ ਜੀ ਨੂੰ ਫਿਰ ਉਹੀ ਹੁਕਮ ਯਾਦ ਆਇਆ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ ਸੀ, ਹੁਣ ਤੇ ਵੈਸੇ ਵੀ ਗੁਰੂ ਹੈ। ਹੁਣ ਤੇ ਉਸ ਵੇਲੇ ਜਦੋਂ ਇਹ ਬਚਨ ਜਦੋਂ ਆਏ ਹਨ, ਜਦੋਂ ਇਹ ਬਚਨ ਜਦੋਂ ਡਾਕੂਮੈਂਟ ਹਨ ਜਦੋਂ ਸੂਰਜ ਪ੍ਰਕਾਸ਼, ਤਦ ਤੱਕ ਤੇ ਗੁਰਿਆਈ ਦੀ ਫਾਰਮਲ ਸੈਰੇਮਨੀ ਦੇ ਵਿੱਚੋਂ ਗੁਜ਼ਰ ਚੁੱਕੇ ਸਨ, ਤਦ ਤੱਕ ਗੁਰਿਆਈ ਹੋ ਚੁੱਕੀ ਸੀ ਉਹਨਾਂ ਦੀ। ਤੇ ਇਹ ਹੁਣ ਤੇ ਖੈਰ ਫਾਰਮਲੀ ਗੁਰੂ ਸਨ, ਤੇ ਵੈਸੇ ਵੀ ਹੁਕਮ ਸੀ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ, ਤੁਸੀਂ ਜੋ ਮਰਜ਼ੀ ਪਏ ਕਹਿਣ, ਇਹਨਾਂ ਨੂੰ ਕੁਝ ਨਹੀਂ ਕਹਿਣਾ ਤੁਸੀਂ। ਮਹਾਰਾਜ 2 ਸਾਲ ਜਦੋਂ ਇਹ ਗੱਲ ਫਿਰ ਹਰ ਜਗ੍ਹਾ ਫੈਲੀ, ਫਿਰ ਇਸ ਗੱਲ ਦਾ ਹਰ ਜਗ੍ਹਾ ਪਤਾ ਲੱਗਿਆ। ਤੇ ਇੱਕ ਗੱਲ ਮੈਂ ਇੱਕ ਸ਼ੇਅਰ ਕਰਾਂ, ਮੈਨੂੰ ਬੜਾ ਉਸ ਦਿਨ ਬੜਾ ਦੁੱਖ ਲੱਗਿਆ ਮੈਨੂੰ। ਮੈਂ ਅਚਾਨਕ ਕਿਸੇ ਨੇ ਮੈਨੂੰ YouTube ਦੀ ਵੀਡੀਓ ਇੱਕ ਭੇਜੀ ਹੈ, ਮੈਨੂੰ ਕਿਸ ਤਰ੍ਹਾਂ ਲੋਕ ਗਲਤ ਅਫਵਾਹਾਂ ਫੈਲਾਉਂਦੇ ਹਨ। ਮੈਨੇ ਕਿਸੇ ਹਿੰਦੂ ਵੀਰ ਨਾਲ ਮੇਰੀ ਕੋਈ ਹਿੰਦੂਆਂ ਨਾਲ ਜਾਂ ਕਿਸੇ ਹਿੰਦੂ ਵੀਰ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਹੈ, ਕੋਈ, ਮੈਂ ਹਰ ਧਰਮ ਦੀ ਇੱਜ਼ਤ ਕਰਦਾ ਹਾਂ, ਪਰ ਗਲਤ ਚੀਜ਼ਾਂ ਫੈਲਾਣੀਆਂ, ਗਲਤ ਚੀਜ਼ਾਂ ਦੇ ਉੱਤੇ ਫੋਕਸ ਕਰਨਾ, ਮੈਨੂੰ ਕਿਸੇ ਨੇ ਉਹਨੇ ਭੇਜੀ ਹੈ ਕਿ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਜਾਂਦੇ ਹਨ, ਨਾਲ ਸਿੱਖ ਸਨ। ਭਾਈ ਸਤੀ ਦਾਸ, ਮਤੀ ਦਾਸ ਸਿੱਖਾਂ ਦੀ ਫੈਮਿਲੀ ਵਿੱਚੋਂ ਸਨ। ਗੁਰੂ ਨਾਨਕ ਦੇ, ਗੁਰੂ ਅਰਜਨ ਦੇਵ ਮਹਾਰਾਜ ਦੇ ਟਾਈਮ ਤੋਂ ਸਿੱਖ ਫੈਮਿਲੀ ਵਿੱਚੋਂ ਆਏ ਸਨ। ਤੇ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ 3 ਹਿੰਦੂ ਸਨ, ਸਿੱਖ ਨਹੀਂ ਸਨ, ਤੇ ਹਿੰਦੂਆਂ ਨੇ, ਇਹਨਾਂ 3 ਹਿੰਦੂਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਵਾਸਤੇ ਜਾਨ ਦਿੱਤੀ, ਸਿੱਖ ਵਾਸਤੇ। ਉਲਟਾ ਕਹਿਣਾ ਚਾਹੀਦਾ ਹੈ ਕਿ ਸਿੱਖ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਚੱਲ ਕੇ
ਹਿੰਦ ਦੀ ਚਾਦਰ ਬਣ ਕੇ ਉੱਥੇ ਗਏ ਤੇ ਤਿਲਕ ਜੰਜੂ ਦੀ ਰਾਖਿਆ ਕਰਨ ਵਾਸਤੇ, ਤੇ ਹੁਣ ਇਹ ਗਲਤ ਅਫਵਾਹਾਂ ਦੁਨੀਆ 'ਚ ਫੈਲਾਉਂਦੇ ਹਨ ਕਈ ਜਿਹੜੇ ਜਿਨ੍ਹਾਂ ਦਾ ਆਈ ਡੋਂਟ ਨੋ ਕੀ ਹੈ ਮਕਸਦ। ਔਰ ਅਨਫੋਰਚੂਨੇਟਲੀ ਪਰਸਨ ਹੂ ਇਜ਼ ਨਰੇਟਿੰਗ ਦ ਸਟੋਰੀ has a pagdi on his head and is narrating the story ki it's six no Hindus and is shocking to me. It's more shocking that lot of comments down below Sikhs are agreeing with him जिन्होंने history नहीं पता अपनी, जिन्होंने कि कौन है भाई दयाला, कौन है भाई मती दास, कौन है भाई सती दास। ਤੇ ਮੈਂ ਸੋਚਦਾ ਕਿ ਹੁਣ ਵੀ ਜੋ ਹਾਲਤ ਹੈ ਸਾਡੀ, ਉਸ ਵੇਲੇ ਜੋ ਹਾਲਤ ਸੀ, ਜੋ ਜਿਸ ਵਿੱਚ ਸੀ, ਸਰ ਹੁਣ ਵੀ ਉਹੀ ਹਾਲ ਹੈ ਸਾਡਾ, ਇਨ ਦਾ ਸੈਂਸ ਕਿ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਆ, ਆਪਣੇ ਇਤਿਹਾਸ ਤੋਂ, ਤੇ ਲੋਕ ਫਿਰ ਬਾਹਰਲੇ ਇਸ ਗੱਲ ਦਾ ਫਾਇਦਾ ਉਠਾਉਂਦੇ ਹਨ। ਤੇ ਉਸ ਵੇਲੇ ਦੀ ਇੰਡੀਆ ਦੀ ਪੋਲੀਟੀਕਲ ਕੰਡੀਸ਼ਨ ਮੈਂ ਥੋੜੀ ਜਿਹੀ ਡਿਸਕ੍ਰਾਈਬ ਕਰਕੇ 15 ਮਿੰਟਾਂ ਚ ਮੈਂ ਆਮ ਗੋਇੰਗ ਟੂ ਐਂਡ ਮਾਈ ਕਲਾਸ ਬਾਈ 10 o'clock or 10 ਤੱਕ, 10:05 ਤੱਕ, ਕਿ let me explain you what was going on in Punjab those days. Punjab was of course under the Mughal regime, ਪਰ ਪਹਾੜੀ ਜਿਹੜੇ ਰਾਜੇ, ਜਿਹੜੀਆਂ ਹਿਲੀ ਕਿੰਗਡਮ ਸਨ, ਜਿਹੜੀਆਂ ਜਿਸ ਤਰ੍ਹਾਂ ਬਿਲਾਸਪੁਰ ਹੈ, ਨਾਹਨ ਹੈ, ਸਿਰਮੌਰ ਹੈ, ਕਾਲੂਰ ਹੈ, ਚੰਬਾ ਹੈ, ਮੰਡੀ ਹੈ, ਇਹ ਬੜੀਆਂ ਇਹੋ ਜਿਹੀਆਂ, ਦੂਨ ਦਾ ਇਲਾਕਾ ਹੈ, ਸ੍ਰੀਨਗਰ ਹੈ, ਸ੍ਰੀਨਗਰ ਦੋ ਸ੍ਰੀਨਗਰ ਨੇ, ਕਨਫਿਊਜ਼ ਨਾ ਕਰਨਾ, ਇੱਕ ਸ੍ਰੀਨਗਰ ਉੱਤਰਾਖੰਡ ਵਿੱਚ ਵੀ ਸ੍ਰੀਨਗਰ ਹੈ, ਇੱਕ ਸ੍ਰੀਨਗਰ ਕਸ਼ਮੀਰ ਵਿੱਚ ਹੈ, ਸੋ ਦੋਨੋਂ ਸ੍ਰੀਨਗਰ ਹਨ। ਇਹ ਬੜੀਆਂ ਛੋਟੀਆਂ ਕਿੰਗਡਮ ਸਨ ਉਸ ਵੇਲੇ, ਜਿਹਨੂੰ ਚੀਫਟਨ ਕਹਿ ਲੋ, ਤੇ ਇਹਨਾਂ ਦੇ ਰਾਜੇ ਜਿਹੜੇ ਸਨ ਇਹ ਹਿੰਦੂ ਰਾਜੇ ਸਨ, ਸਾਰੇ ਰਾਜਪੂਤ ਰਾਜੇ ਸਨ ਸਾਰੇ। ਤੇ ਇਹ ਰਾਜੇ ਜਿਹੜੇ ਹਿੰਦੂ, ਜਿਹੜੇ ਪਹਾੜੀ ਰਾਜੇ ਸਨ ਸਾਰੇ, ਇਹਨਾਂ ਦੀ ਆਪਸ ਬਣਦੀ ਵੀ ਨਹੀਂ ਸੀ ਬਹੁਤੀ, ਇੱਕ ਦੂਸਰੇ ਨਾਲ ਬੜੀ ਖਾਰ ਵੀ ਖਾਂਦੇ ਸਨ। ਕਈ ਵਾਰੀ ਉਹ ਇੱਕ ਨਾਲ ਦੂਸਰੇ ਨਾਲ ਮਿਲ ਜਾਣਾ, ਫਿਰ ਦੂਸਰੇ ਨਾਲ ਤੀਸਰੇ ਨਾਲ ਮਿਲ ਜਾਣਾ, ਤੇ ਇਹ ਖਾਰ ਵੀ ਖਾਂਦੇ ਸਨ ਆਪਸ ਵਿੱਚ, ਤੇ ਮੁਗਲ ਗਵਰਨਮੈਂਟ ਤੋਂ ਡਰਦੇ ਹੀ ਬੜੇ ਸਨ, ਉਹਨਾਂ ਨਾਲ ਹਿੰਮਤ ਨਹੀਂ ਸੀ। ਔਰ ਜੇ ਸਾਰੇ ਕਿਧਰੇ ਇਕੱਠੇ ਹੋ ਜਾਂਦੇ, ਕਿਧਰੇ 22 ਧਾਰ ਦੇ ਰਾਜੇ ਕਿਹਾ ਜਾਂਦਾ, 22 ਕਿੰਗਡਮ ਸਨ ਟੋਟਲ, ਜੇ ਇਕੱਠੇ ਕਿਧਰੇ ਹੋ ਜਾਂਦੇ ਤੇ ਸ਼ਾਇਦ ਮੁਕਾਬਲਾ ਵੀ ਕਰ ਲੈਂਦੇ ਕਿਧਰੇ। I'm going to take a break here for a second and let me see if anybody has I've covered a lot of material today, but I want to cover his life in depth. I want to have us at least ਸਾਡੇ ਵਿੱਚੋਂ ਇਹੋ ਜਿਹੇ ਬੰਦੇ ਥੋੜੀਆਂ ਬਹੁਤੇ ਗੱਲਾਂ ਯਾਦ ਰਹਿਣਗੀਆਂ ਜੋ ਕਹੀਆਂ ਨਾ, ਤੇ ਤੁਹਾਨੂੰ ਇੱਕ ਅੰਦਾਜ਼ਾ ਹੋਏਗਾ ਉਹਨਾਂ ਦੀ ਲਾਈਫ ਦਾ ਵੀ, ਕਿਸ ਤਰ੍ਹਾਂ ਦੀ ਲਾਈਫ ਉਹਨਾਂ ਦੀਆਂ। I'm going to wait for a second and see if anybody has any comments or questions before I move forward. Nobody. I think I just want to make a comment, which even I realized it, after a long time, कि इतनी misunderstanding है, because people don't even understand कि भाई पहाड़ी राजियां दी ਉਹਨਾਂ ਨੂੰ ਦੁੱਖ ਕੀ ਸੀ, ਤਕਲੀਫ ਕੀ ਸੀ, ਉਹਨਾਂ ਨਾਲ ਕਿਉਂ ਲੜਾਈਆਂ ਹੋਈਆਂ। ਮੁਗਲ ਰਾਜ ਦੀ ਤੇ ਗੱਲ ਹੋਰ ਹੈ, ਉਹਨਾਂ ਦੇ ਨਾਲ ਕਿਉਂ ਹੋਈਆਂ, ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਬਹੁਤ ਹੀ ਇੰਪੋਰਟੈਂਟ ਹੈ, ਜਿਹੜਾ ਕਿ ਤੁਸੀਂ ਜਦੋਂ ਪੜ੍ਹਦੇ ਹੋ ਡਿਟੇਲ ਵਿੱਚ, then you understand ਕਿ really what was the thing that was bothering them. like ਮੈਨੂੰ ਵੀ ਹਲੇ ਤੱਕ ਇੰਨੀ ਕਲੈਰਿਟੀ ਨਹੀਂ ਸੀ ਕਿ ਵੀ ਕਿਉਂ ਉਹਨਾਂ ਦੀਆਂ ਜੰਗਾਂ ਕਿਉਂ ਹੋਈਆਂ ਸੀ। ਤੇ ਉਹ ਜਦੋਂ ਸਮਝ ਆਉਂਦੀ ਹੈ ਨਾ, then you really realize where he was going. So I think it's very nice to hear from you. Thank you. Thank you Simran Didi. ਇੱਕ ਦੀਦੀ ਇਹ ਮਿਸਅੰਡਰਸਟੈਂਡਿੰਗ ਹੈ, ਤੇ ਦੂਸਰੀ ਜਿਹੜੀ ਵੱਡੀ ਹੈ ਮਿਸਅੰਡਰਸਟੈਂਡਿੰਗ ਉਹਨਾਂ ਦੀਆਂ ਬਾਣੀਆਂ ਨੂੰ ਲੈ ਕੇ ਜਿਹੜੀ ਹੈ ਨਾ, that bothers me even more than anything else. And we're going to have a detailed talk on this one. I'm going to be quoting lines from Krishna Avatar, from Rama Avatar, and I'm going to be putting things in perspective. ਵੀ ਕੀ ਹੋਇਆ ਉਸ ਵੇਲੇ, ਕਿਉਂ ਲਿਖਣੀਆਂ ਪਈਆਂ ਉਹਨਾਂ ਨੂੰ ਇਹ ਗੱਲਾਂ, ਯਾਨੀ ਕੀ ਕਰਨਾ ਚਾਹੁੰਦੇ ਸਨ ਮਹਾਰਾਜ ਉਸ ਵੇਲੇ, ਕਿਉਂ ਇਸ ਸੁੱਤੀ ਕੌਮ ਨੂੰ ਕਿਸ ਤਰ੍ਹਾਂ ਜਗਾਉਣ ਦੀ ਕੋਸ਼ਿਸ਼ ਕੀਤੀ। ਨਾ ਜਾਗੀ ਤੇ ਅਸੀਂ ਆਪ ਜਾਗੇ, ਫਿਰ ਆਪ ਉੱਠੇ, ਇਹਨਾਂ ਨੂੰ ਜਗਾਇਆ, ਇਹਨਾਂ ਨੂੰ ਸਮਝਾਉਣਾ ਸੀ ਨਾ ਕਿ ਤੁਹਾਡੇ ਖੂਨ ਵਿੱਚੋਂ ਹੀ ਅਰਜੁਨ ਪੈਦਾ ਹੋਇਆ ਹੈ, ਤੁਹਾਡੇ ਖੂਨ ਵਿੱਚੋਂ ਹੀ ਭੀਮ ਪੈਦਾ ਹੋਇਆ ਹੈ, ਤੁਹਾਡੇ ਵਿੱਚੋਂ ਹੀ ਕ੍ਰਿਸ਼ਨ ਪੈਦਾ ਹੋਏ ਹਨ, ਸਾਡੇ ਵਿੱਚੋਂ ਹੀ ਰਾਮ ਪੈਦਾ ਹੋਏ ਹਨ, ਸਾਡੇ ਵਿੱਚੋਂ ਹੀ ਹਨੂਮਾਨ ਵਰਗੇ, ਸੁਗਰੀਵ ਵਰਗੇ, ਬਾਲੀ ਵਰਗੇ ਵੱਡੇ ਅਵਤਾਰੀ ਪੁਰਸ਼ ਪੈਦਾ ਹੋਏ ਹਨ। ਇਹਨਾਂ ਨੂੰ ਇਸ ਗੱਲ ਦਾ ਗਿਆਤ ਦਿਵਾਉਣਾ ਸੀ ਨਾ, ਇਹਨਾਂ ਨੂੰ ਪ੍ਰੇਰਣਾ ਦੇਣੀ ਸੀ ਨਾ ਇਹਨਾਂ ਨੇ, ਤੇ ਪ੍ਰੇਰਿਆ ਨਾ ਉਹਨਾਂ ਨੇ। ਤੇ ਇਹ ਜਿਹੜੇ ਗ੍ਰੰਥ ਜਿਹੜੇ ਲਿਖੇ ਉਹਨਾਂ ਦੇ, ਤੇ ਉਹਨਾਂ ਕੋਈ ਇਹ ਤੇ ਨਹੀਂ ਕਿ ਅਸੀਂ ਮੰਨਦੇ ਹਾਂ ਰਾਮ ਨੂੰ, ਖੈਰ ਇਹ ਬਾਅਦ ਵਿੱਚ ਚੈਪਟਰ ਮੈਂ I will discuss this chapter later, but
ਇਹ ਜਿਹੜੀਆਂ ਭੁਲੇਖੇ ਲੋਕਾਂ ਨੇ ਪਾਏ ਹੋਏ ਹਨ, ਜਿਹੜੇ ਅਨਨੈਸੈਸਰੀਲੀ ਕੰਟਰੋਵਰਸੀ ਜਿਹੜੀਆਂ ਲੋਕਾਂ ਨੇ ਪਾਈਆਂ ਹੋਈਆਂ ਹਨ, ਮੋਸਟ ਆਫ ਜਿਹੜੇ ਪਾਉਂਦੇ ਹਨ ਅਨਫੋਰਚੂਨੇਟਲੀ ਉਹਨਾਂ ਚੋਂ ਮੈਨੂੰ ਹਾਲੇ ਤੱਕ ਇੱਕ ਨਹੀਂ ਮਿਲਿਆ ਜਿਨ੍ਹਾਂ ਨੇ ਆਪ ਪੜ੍ਹਿਆ ਹੋਵੇ। ਪੁੱਛੋ ਵੀ ਤੁਸੀਂ ਕੋਈ ਪੜ੍ਹਿਆ ਆਪ? ਕ੍ਰਿਸ਼ਨ ਅਵਤਾਰ ਪੜ੍ਹੀ ਹੈ? ਨਹੀਂ ਪੜ੍ਹੀ। ਰਾਮ ਅਵਤਾਰ ਪੜ੍ਹੀ ਹੈ? ਨਹੀਂ ਪੜ੍ਹੀ। ਚੰਡੀ ਕੀ ਵਾਰ ਪੜ੍ਹੀ ਹੈ? ਨਹੀਂ ਪੜ੍ਹੀ। ਚੰਡੀ ਚਰਿत्र ਪੜ੍ਹਿਆ ਹੈ? ਨਹੀਂ ਪੜ੍ਹੀ। ਸ਼ਸਤਰ ਮਾਲਾ ਪੜ੍ਹੀ ਹੈ? ਨਹੀਂ ਪੜ੍ਹੀ। ਗਿਆਨ ਪ੍ਰਬੋਧ ਪੜ੍ਹਿਆ ਹੈ? ਨਹੀਂ ਪੜ੍ਹੀ। ਲੇਕਿਨ ਕਮੈਂਟ ਦੇਾਂਗੇ ਅਸੀਂ, ਲੇਕਿਨ ਉਹ ਤੇ ਕਿੰਤੂ ਪਰੰਤੂ ਹੈ, ਸਾਡਾ ਪੜ੍ਹਿਆ ਕੁਝ ਨਹੀਂ ਹੋਇਆ ਅਸੀਂ ਕੁਝ ਖਾਸ। ਮਨੇ ਸੁਣੀ ਸੁਣਾਈ ਗੱਲ ਹੈ, ਹੀਅਰਸੇ ਜਿਹਨੂੰ ਕਹਿੰਦੇ ਆ ਅਸੀਂ। So I'm going to address it. I'm going to quote some lines and I'm going to prove my point ਕਿ ਕਿਉਂ ਕੀ ਹੋਇਆ ਉਸ ਵੇਲੇ, ਤਾਂ ਕਿ ਇਹ ਭੁਲੇਖੇ ਦੂਰ ਹੋਵਣ ਸਾਰਿਆਂ ਦੇ। ਇਹ ਚੀਜ਼ਾਂ ਜਿਹੜੀਆਂ ਅੰਦਰ ਜਿਹੜੀਆਂ ਬੈਠੀਆਂ ਹੋਈਆਂ ਨੇ ਚੀਜ਼ਾਂ ਬਾਹਰ ਆਵਣ, ਤੁਹਾਨੂੰ ਪਤਾ ਲੱਗੇ ਵੀ ਕਿਉਂ ਕੀ ਕੀਤਾ ਉਹਨਾਂ ਨੇ, ਕਿਸ ਤਰ੍ਹਾਂ ਦਾ ਕਿਉਂ ਜੇ ਸਣ ਆਪ ਹੋ। ਪਹਾੜੀ ਰਾਜਿਆਂ ਵਿੱਚ 22 ਧਾਰ 22 ਕਿੰਗਡਮਸ ਹਨ ਟੋਟਲ। ਛੋਟੀਆਂ ਛੋਟੀਆਂ ਕਿੰਗਡਮਸ ਹੈ, ਨਾਨ ਦੀਆਂ ਛੋਟੀ ਕਿੰਗਡਮ ਹੈ, ਸਿਰਮੌਰ ਦੀ ਛੋਟੀ ਹੈ, ਕਾਲੂਰ ਦੀ ਛੋਟੀ ਹੈ, ਚੰਬਾ ਦੀ ਛੋਟੀ ਹੈ, ਮੰਡੀ ਦਾ ਰਾਜਾ ਅਲੱਗ ਹੈ। ਮਤਲਬ ਕਿ ਕਈਆਂ ਦੀਆਂ ਕਿੰਗਡਮਸ ਨਾਟ ਇਵਨ ਵੇਅਰ ਬਿਯੋਂਡ 100 ਕਿਲੋਮੀਟਰ ਰੇਂਜ। मैंने सोच लो कि मैं LA रहने ऐसी हूं, मैंने कि इत्थों लैके ऑरेंज काउंटी तक ਜਿਹੜਾ ਇਲਾਕਾ ਜਿਹੜਾ ਹੈ ਬਸ ਇਹ ਇਲਾਕਾ ਉਹਨਾਂ ਦੇ ਅੰਦਰ ਹੈ। ਆਪਣੇ ਆਪ ਨੂੰ ਰਾਜਾ ਗਿਣਦੇ ਨੇ ਲੇਕਿਨ, ਹਾਂਜੀ, ਤੇ ਰਾਜਪੂਤ ਹਨ, ਆਪਣੇ ਆਪ ਨੂੰ ਬਹਾਦਰ ਵੀ ਗਿਣਦੇ ਨੇ, ਲੇਕਿਨ ਮੁਗਲਾਂ ਤੋਂ ਡਰਦੇ ਨੇ, ਹਿੰਮਤ ਨਹੀਂ ਪੈਂਦੀ ਇਹਨਾਂ ਦੀ ਲੜਨ ਵਿੱਚ, ਆਪਸ ਇਕੱਠੇ ਨਹੀਂ ਹੋ ਪਾਉਂਦੇ। ਤੇ ਜਦੋਂ ਮਹਾਰਾਜ ਦੀ ਉਮਰ 9, 10, 11 ਸਾਲ ਦੀ ਉਮਰ ਵਿੱਚ ਮਹਾਰਾਜ ਦੀਆਂ ਗੱਲਾਂ ਜਦੋਂ ਅਨੰਦਪੁਰ ਸਾਹਿਬ ਤੋਂ ਗੱਲਾਂ ਜਦੋਂ ਬਿਲਾਸਪੁਰ ਪਹੁੰਚੀਆਂ ਭੀਮਚੰਦ ਕੋਲ, ਭੀਮਚੰਦ ਰਾਜਾ ਸੀ ਬਿਲਾਸਪੁਰ ਦਾ। ਮੈਪ ਤੇ ਦੇਖਣਾ ਅੱਜ ਗੂਗਲ ਮੈਪ ਤੇ ਯੂ ਵਿਲ ਸੀ ਇਟ ਕਿ ਬਿਲਾਸਪੁਰ ਬਹੁਤ ਦੂਰ ਨਹੀਂ ਹੈ। ਬਿਲਾਸਪੁਰ ਬਾਅਦ ਕੈਪੀਟਲ ਬਣੀ, ਪਹਿਲੇ ਜਿਹੜੀ ਕੈਪੀਟਲ ਸੀ ਉਹ ਨੇੜੇ ਸੀ ਹੋਰ ਵੀ ਅਨੰਦਪੁਰ ਸਾਹਿਬ ਤੋਂ, ਮੈਨੂੰ ਨਾਂ ਨਹੀਂ ਯਾਦ ਆ ਰਿਹਾ ਹੁਣ, ਕਾਨੂਰ ਕੈਪੀਟਲ ਸੀ ਉਹਨਾਂ ਦੀ, ਉਹ ਨੇੜੇ ਸੀ। ਤੇ ਮਹਾਰਾਜ ਨੇ ਕਿਹਾ ਕਿ ਯੂ ਨੋ ਵਾਟ, ਅਸੀਂ ਡਰ ਕੇ ਤੇ ਜੀਣਾ ਹੀ ਨਹੀਂ ਨਾ ਜ਼ਿੰਦਗੀ ਨੂੰ, ਅਸੀਂ ਡਰ ਕੇ ਨਹੀਂ ਰਹਿਣਾ ਇਹਨਾਂ ਤੋਂ। ਇਹ ਜੋ ਮਰਜ਼ੀ ਪੇ ਕਰਨ, ਅਸੀਂ ਨਹੀਂ ਡਰਨਾ ਇਹਨਾਂ ਤੋਂ, ਕਿਸੇ ਕੋਲ ਨਹੀਂ ਡਰਨਾ ਅਸੀਂ, ਨਾ ਇਹਨਾਂ 22 ਧਾਰ ਦੇ ਰਾਜਿਆਂ ਕੋਲ ਡਰਨਾ ਅਸੀਂ, ਤੇ ਨਾ ਇਹਨਾਂ ਮੁਗਲਾਂ ਕੋਲ ਡਰਨਾ। ਜੋ ਇਹਨਾਂ ਦੇ ਵਸ ਹੈ ਕਰ ਲੈਣ, ਅਸੀਂ ਨਹੀਂ ਡਰਨਾ ਇਹਨਾਂ ਤੋਂ। ਮੈਂ ਚੇਤੇ ਦਵਾ ਰਿਹਾ ਕਿ ਉਮਰ 10 ਜਾਂ 11 ਸਾਲ ਦੀ ਹੋਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸ ਵੇਲੇ। ਇਹ 1666 ਦਾ ਜਨਮ ਹੈ, ਇਹ ਗੱਲ 1676 ਦੀ ਹੋਣੀ ਹੈ, 77 ਦੀ ਗੱਲ, 1676 ਜਾਂ 77 ਦੀ ਗੱਲ ਹੋਣੀ ਹੈ ਇਹ ਗੱਲ। ਮਹਾਰਾਜ ਨੇ ਕਿਹਾ ਕਿ ਅਸੀਂ ਪਹਿਲੇ ਤੇ ਨਹੀਂ ਕੀਤਾ ਪਰ ਹੁਣ ਕਰਾਂਗੇ ਜ਼ਰੂਰ। ਇੱਥੇ ਇੱਕ ਨਗਾਰਾ ਲੈ ਕੇ ਆਓ, ਇੱਕ ਡਰਮ ਲੈ ਕੇ ਆਓ। ਹੁਣ ਵੀ ਅਰਦਾਸ ਵੇਲੇ ਕਈ ਗੁਰਦੁਆਰਿਆਂ 'ਚ ਹੁਣ ਵੀ ਨਗਾਰਾ ਵੱਜਦਾ ਹੈ, ਤੇ ਇਹ ਨਗਾਰੇ ਦਾ ਰਾਜ ਉਹਨਾਂ ਨੇ ਇੱਕ ਟਿਊਨ ਬਣਾਈ, ਰਣਜੀਤ ਨਗਾਰਾ। ਤੇ ਕਹਿੰਦੇ ਹਨ ਇਤਿਹਾਸ 'ਚ ਲਿਖਿਆ, ਸੂਰਪ੍ਰਕਾਸ਼ ਵੀ ਆਏ ਵਰਡ, ਕਹਿੰਦੇ ਜਦੋਂ ਰਾਤੀ ਰਣਜੀਤ ਨਗਾਰਾ ਜਦੋਂ ਵੱਜਦਾ ਸੀ ਤੇ ਭੀਮ ਸੈਨ ਦਾ ਦਿਲ ਕੰਬ ਉੱਠਦਾ ਸੀ, ਮੁਗਲਾਂ ਦਾ ਦਿਲ ਕੰਬ ਉੱਠਦਾ ਸੀ ਉਸ ਵੇਲੇ ਸੁਣਦੇ ਸਨ ਜਦੋਂ ਰਣਜੀਤ ਨਗਾਰਾ। ਬੜਾ ਬਾਦਰ ਕਰਦਾ ਸੀ ਉਹਨੂੰ। ਇੱਕ ਤੇ ਮੇਰੇ ਰਾਜ ਵਿੱਚ ਹਨ, ਯੂ ਨੋ ਮੇਰੇ ਰਾਜ ਵਿੱਚ ਰਹਿੰਦੇ ਹਨ, ਆਰਮੀ ਦੀ ਟ੍ਰੇਨਿੰਗ ਕਰਦੇ, ਉਮਰ 10, 11, 12 ਸਾਲਾਂ ਦੀ ਨਹੀਂ ਆ ਹਲੇ। ਤੇ ਜੇ 11, 12 ਸਾਲਾਂ ਦੀ ਉਮਰ ਵਿੱਚ ਇਤਨੇ ਨਿਡਰ ਹਨ, ਇਤਨੇ ਬਹਾਦਰ ਹਨ, ਇਹੋ ਜਿਹੀਆਂ ਗੱਲਾਂ ਕਰਦੇ ਹਨ, ਇਹ ਵੱਡੇ ਹੋ ਕੇ ਕੀ ਕਰਨਗੇ? ਬੜਾ ਅੰਦਰੋਂ ਖਾਰ ਫਿਰ ਤੇ ਹੋਣੀ ਪੈਣੀ ਸ਼ੁਰੂ ਹੋ ਗਈ। ਤੇ ਇਹਦੇ ਮਨ ਚ ਆਈ ਤੇ ਇਹਨਾਂ ਨੇ ਅਗਲੇ ਗਲੀਆਂ ਫੈਲਾਣੀਆਂ ਸ਼ੁਰੂ ਕਰ ਦਿੱਤੀਆਂ। ਦੇਖੋ ਜੀ, ਇਹ ਗੋਬਿੰਦ ਰਾਏ ਸਾਡੇ ਰਾਜ ਵਿੱਚ ਆ ਕੇ ਇਹ ਨਗਾਰੇ ਵਜਾਉਂਦਾ ਹੈ, ਨਗਾਰੇ ਫਿਰ ਦਲ। ਇਹ ਗੱਲ ਆਂਦੇ ਹਨ ਕਿ ਜਦੋਂ 22 ਧਾਰ ਦੇ ਰਾਜੇ ਜਦੋਂ ਇਹੋ ਜਿਹਾ ਨਗਾਰਾ ਵਜਾਉਂਦੇ ਸਨ ਗੁਰੂ ਕੇ ਸਿੱਖ, ਅਨੰਦਪੁਰ ਸਾਹਿਬ ਨਗਾਰਾ ਵੱਜਦਾ ਸੀ ਤੇ ਪਹਾੜਾਂ ਦੀਆਂ ਚੋਟੀਆਂ 100 ਕਿਲੋਮੀਟਰ ਦੂਰ ਉਹ ਨਗਾਰੇ ਦੀ ਆਵਾਜ਼ ਆਉਂਦੀ ਸੀ ਵੀ ਹਾਂ ਇਹ ਗੋਬਿੰਦ ਰਾਏ ਦੇ ਨਗਾਰੇ ਦੀ ਆਵਾਜ਼ ਹੈ। ਤੇ ਰਾਏ ਦਾ ਵਾਰ ਹੈ ਵੀ ਰਣਜੀਤ ਨਗਾਰਾ ਉਹਨਾਂ ਨੇ ਰੱਖਿਆ ਹੋਣਾ। ਮਹਾਰਾਜ ਦੱਸਣਾ ਚਾਹੁੰਦੇ ਸਨ ਕਿ ਅਸੀਂ ਛੁਪ ਕੇ ਨਹੀਂ ਜੀਣਾ, ਤੇ ਨਾ ਅਸੀਂ ਕੋਈ ਇਹੋ ਜਿਹੇ ਹਾਂ ਕਿ ਅਸੀਂ ਛੁਪ ਕੇ ਜੀਵਾਂਗੇ ਤੇ ਅਸੀਂ ਆਪਣੇ ਰਾਈਟਸ ਵਾਸਤੇ ਲੜਾਂਗੇ ਨਹੀਂ। ਤੇ ਤੁਹਾਡੀ ਬਣ ਪੜਦੀ ਹੈ ਤੇ ਸਾਡੇ ਨਾਲ ਲਾ ਕੇ ਲੜ ਲਓ, ਅਸੀਂ ਇੱਥੇ ਬੈਠੇ ਹੋਏ, ਅਸੀਂ ਨਹੀਂ ਕਿਧਰੇ ਜਾਣਾ। ਭੀਮਚੰਦ ਨੂੰ ਤਕਲੀਫ ਹੋਈ ਬੜੀ। ਤੇ ਉਹਨਾਂ ਦਿਨਾਂ ਵਿੱਚ ਇਹ ਜਦੋਂ ਇਹਨਾਂ ਦੀ ਉਮਰ 11, 12 ਸਾਲ ਦੀ ਉਮਰ ਹੋਣੀ ਹੈ, ਤੇ ਇਹ ਵੀ ਇੱਕ ਚੈਪਟਰ ਪੂਰਾ ਆਇਆ ਹੈ ਕਲਗੀਧਰ ਚਮਤਕਾਰ ਵਿੱਚ, ਜਿਨ੍ਹਾਂ ਨੇ ਪੜ੍ਹੀ ਹੈ ਕਿਤਾਬ, ਪਹਿਲੇ ਵੋਲਿਊਮ ਵਿੱਚ ਹੀ ਬਿਗਨਿੰਗ ਵਿੱਚ ਇੱਕ ਚੈਪਟਰ ਆਇਆ ਹੈ ਰਾਜਾ ਰਤਨ ਰਾਏ ਦੇ ਉੱਤੇ। ਅਸੀਂ ਪੜ੍ਹਿਆ ਚੈਪਟਰ, ਜਿਹੜੇ ਗਰੁੱਪ ਵਿੱਚ ਪੜ੍ਹਿਆ ਸਾਰਿਆਂ ਨੇ। ਅਸਾਮ ਦਾ ਰਾਜਾ ਸੀ, ਕਿਸ ਤਰ੍ਹਾਂ ਆਇਆ, ਗੁਰਸਿੱਖ ਸੀ, ਬੜੀ ਸ਼ਰਧਾ ਭਾਵਨਾ ਨਾਲ ਆਇਆ, ਤੇ ਉਸਨੇ ਬੜੇ ਗਿਫਟ ਦਿੱਤੇ ਉਹਨਾਂ ਨੂੰ। ਤੇ ਉਹਨਾਂ ਚੋਂ ਇੱਕ ਗਿਫਟ ਸੀ ਬੜਾ ਸਪੈਸ਼ਲ, ਜਿਹੜਾ ਭਾਈ ਵੀਰ ਸਿੰਘ ਨੇ
ਆਪਣੀ ਬੁੱਕ ਵਿੱਚ ਡਿਸਕ੍ਰਿਪਸ਼ਨ ਦਿੱਤੀ ਹੈ ਉਸ ਹਾਥੀ ਦੀ। ਉਹਦਾ ਨਾਂ ਸੀ ਪ੍ਰਸਾਦੀ। ਉਹ ਬੜਾ ਟ੍ਰੇਨਡ ਹਾਥੀ ਸੀ। ਉਹ ਫੁੱਲ ਚੁੱਕੇ ਉਹ ਲੋਕਾਂ ਨੂੰ ਫੁੱਲ ਬਣਾ ਦਿੰਦਾ ਸੀ। ਉਹ ਤੀਰ ਕਮਾਨ ਦਾ ਤੀਰ ਚੁੱਕੇ ਤੀਰ ਦੇ ਦਿੰਦਾ ਸੀ। ਬੜਾ ਟ੍ਰੇਨਡ ਹਾਥੀ ਸੀ। ਵਾਈਟਿਸ਼ ਜਿਹਾ ਕਲਰ ਸੀ ਉਹਦਾ। ਮਹਾਰਾਜ ਨਾਲ ਪਿਆਰ ਵੀ ਹੋ ਗਿਆ ਉਹਦਾ। ਬੜਾ ਧਿਆਨ ਰੱਖਦੇ ਸਨ ਉਹਦਾ। ਰਾਜਾ ਰਤਨ ਰਾਏ ਗਿਫਟ ਦੇ ਕੇ ਚਲਾ ਗਿਆ। ਇਹ ਖਬਰ ਹੁਣ ਭੀਮ ਸੈਨ ਨੂੰ ਪਹੁੰਚੀ ਕਿ ਇਹਨਾਂ ਕੋਲ ਤੇ ਇੱਕ ਇਹ ਤੇ ਇੱਕ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਸਿੱਖ ਦਾ ਨਾਂ, ਸ਼ਾਇਦ ਦੁਨੀ ਚੰਦ ਸੀ ਨਾਂ ਉਹਨਾਂ ਦਾ, ਜਿਹੜੇ ਕਾਬੁਲ ਤੋਂ ਆਇਆ ਤੇ ਇੱਕ ਜ਼ਰੀ ਦਾ ਇੱਕ ਬੁਣਿਆ ਹੋਇਆ ਸੋਨੇ ਦੀਆਂ ਲੜਦਾ ਉਹਨਾਂ ਦੀ ਟੈਂਟ ਸੀ ਉਹਨਾਂ ਦਾ, ਪਿਨਸ ਬਣਾ ਕੇ ਤੇ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਉਹਨਾਂ ਨੂੰ ਅਨੰਦਪੁਰ ਸਾਹਿਬ। ਇਹ ਗੱਲਾਂ ਇੰਪੋਰਟੈਂਟ ਹਨ ਸਮਝਣੀਆਂ, ਬਿਕਾਜ਼ ਇਹਨਾਂ ਗੱਲਾਂ ਤੋਂ ਤੁਹਾਨੂੰ ਪਤਾ ਲੱਗਿਆ ਕਿ ਪਹਾੜੀ ਰਾਜਿਆਂ ਦੀ ਉਸ ਵੇਲੇ ਦੀ ਸੋਚ ਕਿਸ ਤਰ੍ਹਾਂ ਦੀ ਹੋਈ, ਇਹ ਕਿਉਂ ਸਟਰਗਲ ਸ਼ੁਰੂ ਹੋਈ ਇੱਥੋਂ ਇਹ ਵਾਲੀ। ਤੇ ਜਦੋਂ ਕਿਸੇ ਨੇ ਉਹ ਜਾਸੂਸ ਤੇ ਉਸ ਵੇਲੇ ਵੀ ਬੜੇ ਸਨ ਲੋਕ, ਕਿਹੜੇ ਨਹੀਂ ਸਨ ਜਿਹੜੇ ਦੱਸਣ ਵਾਲੇ ਗੱਲਾਂ ਨਹੀਂ ਕਰਦੇ ਸਨ। ਇਹ ਚੇਤਾ ਰਵੇ ਗੱਲ ਦਾ ਕਿ ਇਹ ਮਹਾਰਾਜ ਦੀ ਉਮਰ 11-12 ਸਾਲ ਦੀ ਉਮਰ ਹੈ ਜੀ, ਇਸ ਤੋਂ ਉੱਤੇ ਦੀ ਉਮਰ ਨਹੀਂ ਹੈ, ਸ਼ਾਇਦ 13 ਸਾਲ ਦੀ ਹੋਵੇ ਉਮਰ ਦੇ, ਯੰਗ ਹੈਂਡ ਬਹੁਤ ਹਾਲੇ। ਤੇ ਖਬਰ ਆਈ ਭੀਮ ਸਿੰਘ ਨੂੰ ਪਤਾ ਲੱਗਿਆ ਵੀ ਇਤਨੀਆਂ ਬੜੀਆਂ ਮਹਿੰਗੀਆਂ ਗਿਫਟ ਮਿਲੀਆਂ ਰਾਜਾ ਰਤਨ ਰਾਏ ਕੋਲੋਂ। ਉਹਦੇ ਵਿਚਾਰੇ ਦੇ ਰਿਹਾ ਨਾ ਗਿਆ, ਉਹ ਤੇ ਅੰਦਰੋਂ ਜੈਲਸੀ ਨਾਲ ਭਰ ਗਿਆ ਬੜਾ। ਅੱਗੇ ਚਿੱਠੀਆਂ ਲਿਖ ਦਿੱਤੀਆਂ ਉਹਨੇ ਬੜੀਆਂ ਜਗ੍ਹਾ। ਇੱਕ ਉਹਨਾਂ ਨੇ श्रीनगर ਦੇ ਰਾਜੇ ਨੂੰ ਚਿੱਠੀ ਲਿਖੀ, ਗੜਵਾਲ ਦੇ ਰਾਜੇ ਨੂੰ ਲਿਖੀ, ਚੰਬਾ ਦੇ, ਮੰਡੀ ਦੇ ਵੀ ਇਹ ਦੇਖੋ ਜੀ ਆ ਗਏ ਇਹਨਾਂ ਤੇ ਰਾਜੇ ਤੇ ਆਰਮੀ ਦੀ ਟ੍ਰੇਨਿੰਗ ਦਿੰਦੇ ਪਏ। ਚਾਹੁੰਦੇ ਤੇ ਜੇ ਸਿਆਣੇ ਹੁੰਦੇ ਉਸ ਵੇਲੇ ਤੇ ਕਹਿੰਦੇ ਮਹਾਰਾਜ ਤੁਸੀਂ ਡਰ ਦੂਰ ਕਰਨ ਆਏ ਹੋ, ਅਸੀਂ 800 ਸਾਲ ਦੇ ਗੁਲਾਮ ਬੈਠੇ ਹਾਂ ਇੱਥੇ, ਅਸੀਂ ਤੁਹਾਡੇ ਨਾਲ ਹਾਂ, ਅਸੀਂ 22 ਧਾਰ ਦੇ ਰਾਜੇ ਤੁਹਾਡੀਆਂ ਆਰਮੀਆਂ ਤੁਹਾਨੂੰ ਦਿੰਦੇ ਹਾਂ, ਤੁਸੀਂ ਜੋ ਮਰਜ਼ੀ ਕਰਨਾ ਕਰੋ, ਇਸ ਗੁਲਾਮੀ ਦੀ ਬੇੜੀਆਂ ਤੋਂ ਸਾਨੂੰ ਕੱਢ ਦਿਓ। ਲੇਕਿਨ ਨਹੀਂ ਸੀ ਨਾ ਮਨ ਉਹਨਾਂ ਦਾ, ਉਹਨਾਂ ਦੀ ਇਹੋ ਜਿਹੀ ਬਿਰਤੀ ਨਹੀਂ ਸੀ। ਔਰ ਮੈਂ ਦੱਸਾਂ ਇੱਕ ਗੱਲ, ਇਹ ਗੱਲ 1677-78 ਦੀ ਹੋਣੀ ਹੈ, 16 ਆਸ-ਪਾਸ ਦੇ ਕਰੀਬ। ਮਹਾਰਾਜ ਦੀ ਉਮਰ 12 ਸਾਲ ਦੀ। ਤੇ ਅੱਗੇ ਜਾ ਕੇ ਥਰਡ ਬੈਟਲ ਆਫ ਪਾਨੀਪਤ, ਇਹ ਮੈਂ ਹੁਣ ਤੁਹਾਨੂੰ 1700 I think 1760 ਮੈਨੂੰ ਯਾਦ ਨਹੀਂ ਹੈ ਹੁਣ ਐਗਜ਼ੈਕਟਲੀ ਥਰਡ ਬੈਟਲ ਆਫ ਪਾਨੀਪਤ ਦੀ ਡੇਟ, 1760s ਦੀ ਡੇਟ ਹੈ, 1764 ਦੀ ਹੈ, 1762 ਦੀ, ਸਮਥਿੰਗ ਲਾਈਕ I don't remember the exact date ਪਾਨੀਪਤ ਦੇ ਬੈਟਲ ਦੀ। ਤੇ ਮਰਾਠੇ, ਮੇਰੇ ਮਨ ਚ ਖਿਆਲ ਆਇਆ ਇਸ ਗੱਲ ਦਾ ਤੇ ਮੈਂ ਤੁਹਾਨੂੰ ਸ਼ੇਅਰ ਕਰਾਂ ਇਸ ਗੱਲ ਦਾ। ਤੇ ਮਰਾਠੇ ਆਰਮੀ ਲੈ ਕੇ ਜਦੋਂ ਪਹੁੰਚੇ ਪਾਨੀਪਤ ਤੇ ਸ਼ਿਵਾਜੀ ਦੇ ਬਾਲਾਜੀ ਉਹਨਾਂ ਦੇ ਨਾਂ ਸੀ, ਜਿਹੜਾ ਜਨਰਲ ਦਾ ਮੈਨੂੰ ਯਾਦ ਨਹੀਂ ਆ ਰਿਹਾ ਨਾਂ। ਤੇ ਜਦੋਂ ਆਰਮੀ ਲੈ ਕੇ ਪਹੁੰਚੇ ਤੇ ਅਬਦਾਲੀ ਵੀ ਆਇਆ ਉੱਥੇ, ਤੇ ਅਬਦਾਲੀ ਦੇ ਪਠਾਨ ਇਹਨਾਂ ਨੇ ਲੜਨ ਵਾਲੇ, ਇਹ ਗਾਜ਼ੀ ਹਨ, ਇਹ ਲੁਟੇਰੇ ਦਰਦਨਾਕ ਪਠਾਨ ਹਨ। ਤੇ ਸਿੱਖਾਂ ਨੇ ਕਮਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਮਿਊਟਡ ਹੋ। The battle was on 14th of January 1761 1761 ਚ 1761 ਦੀ ਗੱਲ ਹੈ ਜੀ। 1761 ਵਿੱਚ this is way after ਗੁਰੂ ਜੀ ਪਾਸਿੰਗ ਅਵੇ, ਉਹਨਾਂ ਦੀ ਜੋਤੀ ਜੋ ਸਮਾਨ। ਤੋਂ ਮੈਂ ਐਗਜ਼ਾਮਪਲ ਹਿਸਟਰੀ ਦੀ ਦੂਸਰੀ ਦੇਣਾ ਚਾਹੁੰਦਾ। ਇਹ ਤੇ ਇੱਕ ਐਗਜ਼ਾਮਪਲ ਸੀ ਕਿ ਇੱਥੇ ਵੀ ਇਕੱਠੇ ਨਹੀਂ ਹੋਏ। ਜੇ ਹੁਣ ਵੀ 22 ਧਾਰ ਦੇ ਰਾਜੇ ਕਹਿ ਦਿੰਦੇ ਮਹਾਰਾਜ ਤੁਸੀਂ ਸਾਡੀਆਂ ਗੁਲਾਮੀ ਦੀਆਂ ਬੇੜੀਆਂ ਕੱਟੀਆਂ ਹਨ, ਅਸੀਂ ਵੀ ਹਿੰਦੂ ਤੁਹਾਡੇ ਨਾਲ ਹਾਂ, ਸਾਡੇ ਸਾਰੇ ਨਾਲ, ਇਹ ਤੁਹਾਡੀਆਂ ਆਰਮੀਆਂ ਸਾਡੀਆਂ ਆਰਮੀਆਂ ਤੁਹਾਡੇ ਸੁਪੁੱਤਰ ਹਨ ਸਾਡੀਆਂ, ਤੁਸੀਂ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰੋ ਇਹਨਾਂ ਨੂੰ, ਤੁਸੀਂ ਸਾਡੀਆਂ 800 ਸਾਲ ਦੀਆਂ ਗੁਲਾਮੀ ਦੀਆਂ ਬੇੜੀਆਂ ਕੱਟ ਦਿਓ। ਪਰ ਕਿਸੇ ਨੇ ਆਵਾਜ਼ ਨਹੀਂ ਲਗਾਈ ਉਸ ਵੇਲੇ। ਤੇ 1761 ਦੀ ਗੱਲ, ਕਮਲਵੀਰ ਜੀ ਥੈਂਕ ਯੂ ਫॉर द डेट। ਅਬਦਾਲੀ ਆਂਦਾ ਹੈ ਚੜ ਕੇ, ਲੁਟੇਰਾ ਹੈ, ਫੋਰਨਰ ਹੈ, ਹਾਂਜੀ, ਕਾਬੁਲ ਤੋਂ ਆਇਆ ਹੈ, ਕੰਧਾਰ ਤੋਂ, ਤੇ ਮਰਾਠੇ ਲੜਨ ਆਉਂਦੇ ਹਨ। ਤੇ ਜੱਸਾ ਸਿੰਘ ਆਲੂਵਾਲੀਆ ਮੈਸੇਜ ਭੇਜਦੇ ਹਨ ਕਿ ਬੁੱਢਾ ਦਲ ਸਿੱਖ ਕੌਮ, ਜੇ ਤੁਸੀਂ ਰਵਾਜ ਤੁਹਾਡੇ ਨਾਲ ਲੜ ਕੇ ਰਲ ਸਕਦੇ ਹਾਂ ਤੁਹਾਡੇ ਨਾਲ, ਤੇ ਇਹ ਰਲ ਕੇ ਇਹਨਾਂ ਦਾ ਮੁਕਾਬਲਾ ਕਰੀਏ। ਤੇ ਹੁਣ ਮੇਰੇ ਕਹਿਣ ਦਾ ਬੁਰਾ ਨਾ ਮਨਾਇਓ, ਸਦਾਸਿਵ ਭਾਵ ਨੇ ਇਸ ਚਿੱਠੀ ਦਾ ਜਵਾਬ ਹੀ ਨਹੀਂ ਦਿੱਤਾ ਉਹਨਾਂ ਨੇ। ਹੁਣ ਮੈਨੂੰ ਨਾਂ ਵੀ ਯਾਦ ਆ ਗਿਆ ਜਨਰਲ ਦਾ, ਸਦਾਸਿਵ ਭਾਵ ਸੀ ਨਾਂ ਸੀ ਉਹਦਾ। ਉਹਨਾਂ ਨੇ ਕਿਹਾ ਸੀ ਉਸ ਵੇਲੇ ਕਿ ਇਕੱਠੇ ਹੋ ਜਾਂਦੇ ਆ, ਇਹਨਾਂ ਨੇ ਇਕੱਠੇ ਅਗਰ ਲੜਾਂਗੇ ਤੇ ਇਹ ਕੁਝ ਨਹੀਂ ਕਰ ਸਕਦਾ ਸਾਡਾ। ਪਰ ਨਹੀਂ ਹੋਏ ਇਕੱਠੇ ਉਸ ਵੇਲੇ ਵੀ ਸੀ ਮਨ ਚੜ੍ਹ ਕੇ ਅਸੀਂ ਇਕੱਠੇ ਕੱਲਿਆਂ ਲੜਨਾ ਇਹਨਾਂ ਨਾਲ। I don't need to tell you the butchery that took place in the third battle of Panipat. ਇੱਕ ਹੁੰਦੀ ਹੈ ਹਾਰ ਤੇ ਔਰ ਇੱਕ ਹੁੰਦੀ ਹੈ ਬੁਚਰੀ। ਇੱਕ ਹੁੰਦੀ ਹੈ ਹਾਰ ਵੀ ਹਾਂਜੀ ਲੜ ਕੇ
ਉਹ ਮੂਵੀਆਂ ਜੋ ਮਰਜ਼ੀ ਪੇ ਬਣਾਉਣ, that I don't care what the movie they made and they showed a different picture, ਉਹ ਜੋ ਮਰਜ਼ੀ ਪੇ ਕਰਨ, ਪਰ ਇਤਿਹਾਸ ਦੇ ਪੰਨੇ ਤੁਸੀਂ ਪੜ੍ਹ ਕੇ ਦੇਖ ਲਓ ਇਹਨਾਂ ਨੂੰ ਕੀ ਕੀਤਾ ਇਹਨਾਂ ਨਾਲ, ਕਿ how they just cut them to pieces, you know. I mean, it was a victory beyond ਅਬਦਾਲੀ ਦੀ, ਮਤਲਬ ਕਿ ਐਂਡ ਉਸ ਵਿਕਟਰੀ ਤੋਂ ਬਾਅਦ ਫਿਰ ਵਿਚਾਰੇ ਦਬ ਜਾਂਦਾ ਬੰਦਾ ਬੜਾ, ਜੇ ਇੱਥੇ ਜੇ ਇਕੱਠੇ ਹੋ ਜਾਂਦੇ, ਰਾਜਪੂਤਾਨਾ ਇਕੱਠਾ ਹੋ ਜਾਂਦਾ ਮਹਾਰਾਜ ਨਾਲ, ਜੇ ਰਾਜਪੂਤ ਇਕੱਠੇ ਹੋ ਜਾਂਦੇ, ਪਰ ਰਾਜਪੂਤ ਵੀ ਇਕੱਠੇ ਨਹੀਂ ਹੋਏ। ਇਹਨਾਂ ਨੇ ਆਪਣੀਆਂ ਧੀਆਂ ਦੇ ਦਿੱਤੀਆਂ ਔਰੰਗਜ਼ੇਬ ਨੂੰ, ਇਹਨਾਂ ਨੇ ਆਪਣੀਆਂ ਧੀਆਂ ਅਕਬਰ ਨੂੰ ਦੇ ਦਿੱਤੀਆਂ, ਧੀਆਂ ਆਪਣੀਆਂ ਸ਼ਾਹਜਹਾਨ ਨੂੰ ਦੇ ਦਿੱਤੀਆਂ ਹੈ। ਤੇ ਇਹ ਵੀ ਸਾਨੂੰ, ਸਾਡੇ ਰਾਜ ਨੂੰ ਕੋਈ ਤਕਲੀਫ ਨਾ ਪਹੁੰਚੇ, ਸਾਡੇ ਰਾਜ ਵਿੱਚ ਕੋਈ ਮੁਸ਼ਕਿਲ ਨਾ ਆਏ ਸਾਨੂੰ, ਪਰ ਮਹਾਰਾਜ ਨੇ ਇੱਥੇ ਕੋਈ ਕੰਪਰੋਮਾਈਜ਼ ਨਹੀਂ ਕੀਤੇ, ਸਿੱਖਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤੇ ਇੱਥੇ। ਇਹ ਹਿਸਟਰੀ ਹੈ। I mean, I'm not making this up, you can look it up yourself, ਪਰ ਕਿਉਂਕਿ ਸਾਨੂੰ ਆਪ ਨੌਲੇਜ ਨਹੀਂ ਹੈ ਇਸ ਬਾਰੇ, ਤਾਂ ਮੈਨੂੰ ਕਹਿਣਾ ਜ਼ਰੂਰੀ ਬਣਦਾ ਇੱਥੇ। ਭੀਮ ਸੈਨ ਨੇ ਆਪਣਾ ਐਮਿਸਰੀ ਭੇਜਿਆ ਆਨੰਦਪੁਰ ਸਾਹਿਬ ਕਿ ਇਹ ਜਿਹੜਾ ਹਾਥੀ ਹੈ ਨਾ ਤੁਹਾਡਾ ਪ੍ਰਸਾਦੀ, ਇਹ ਸਾਨੂੰ ਦੇ ਦਿਓ, ਮੇਰੇ ਪੁੱਤਰ ਦਾ ਵਿਆਹ ਹੈ ਤੇ ਬਰਾਤ ਵਿੱਚ ਅਖੇ ਨਾਲ ਲੈ ਕੇ ਜਾਣਾ ਚਾਹੁੰਦੇ ਆ, ਤੇ ਬਰਾਤੀਆਂ ਨੂੰ ਇਹ ਫੁੱਲ ਵਰਸਾਏਗਾ। ਤੇ ਇਹ ਦੁਨੀ ਚੰਦ ਦੀ ਜਿਹੜੀ, ਮੇਰੇ ਦੁਨੀ ਚੰਦ ਦੀ ਨਾਂ ਸੀ, ਮੈਨੂੰ ਯਾਦ ਨਹੀਂ ਆ ਰਿਹਾ, I could be wrong but somebody can look it up, ਜਿਨ੍ਹਾਂ ਨੇ ਉਹ ਐਕਸਪੈਂਸਿਵ ਜਿਹੜਾ ਟੈਂਟ, ਜਿਹੜਾ ਕਾਬੁਲ ਦੇ ਸਿੱਖ ਸੀ ਕੋਈ, ਜਿਨ੍ਹਾਂ ਨੇ ਆ ਕੇ ਉਹ ਭੇਟਾ ਕੀਤਾ, ਤੇ ਕਹਿੰਦੇ ਨੇ ਕਿ ਇਹ ਉਹ ਵੀ ਸਾਨੂੰ ਦੇ ਦਿਓ, ਇਹ ਸਾਡੇ ਬਰਾਤੀਆਂ ਵਾਸਤੇ ਇਹ ਦੋ ਚੀਜ਼ਾਂ ਸਾਨੂੰ ਦੇ ਦਿਓ, ਲੋਨ ਤੇ ਦੇ ਦਿਓ, ਤੇ ਜਦੋਂ ਵਿਆਹ ਹੋ ਜਾਏਗਾ ਖਤਮ, ਤੇ ਤੁਹਾਨੂੰ ਅਸੀਂ ਫਿਰ we will return this back to you। ਤੇ ਮਹਾਰਾਜ ਨੇ ਜਵਾਬ ਦਿੱਤਾ ਕਿ ਅਸੀਂ ਇਹ ਚੀਜ਼ਾਂ ਤੈਨੂੰ ਨਹੀਂ ਦੇਣੀਆਂ, ਇਹ ਪੰਥ ਦੀ ਅਮਾਨਤ ਹੈ, ਮੇਰੀ ਅਮਾਨਤ ਨਹੀਂ। ਤੇ ਜਿਨ੍ਹਾਂ ਨੇ ਦਿੱਤੇ ਇਨ ਪ੍ਰੈਜ਼ੈਂਟ, ਉਹ ਨਹੀਂ ਚਾਹੁੰਦੇ ਕਿਸੇ ਦੂਸਰੇ ਨੂੰ ਲੋਨ ਦੇਣੇ, ਤੇ ਵੈਸੇ ਵੀ ਇਹ ਚੀਜ਼ਾਂ ਮੇਰੀਆਂ ਨਹੀਂ ਹਨ, ਮੇਰੀ ਕੋਈ ਪਰਸਨਲ ਮਲਕੀਅਤ ਨਹੀਂ ਹੈ ਇਹਨਾਂ ਤੇ ਮੇਰੇ ਸਿੱਖਾਂ ਦੀ ਇਹ ਪੰਥ ਦੀ ਅਮਾਨਤ ਹੈ, ਤੇ ਪੰਥ ਕੋਲ ਹੀ ਰਹਿਣਗੇ, ਜੋ ਤੁਸੀਂ ਜੋ ਚਾਹਣਾ ਕਰ ਲਓ, ਅਸੀਂ ਇੰਝ ਹੀ ਰਹਿਣਾ ਸੀ। ਛੋਟੀਆਂ ਦੋ ਬੈਟਲ ਉਸ ਵੇਲੇ ਹੋਈਆਂ ਅਨੰਦਪੁਰ ਸਾਹਿਬ ਦੀਆਂ, ਇੱਕ 1681 ਵਿੱਚ 1680, ਦੋ ਸਕਰਮਿਸ਼ਸ, ਛੋਟੀਆਂ ਸਕਰਮਿਸ਼ਸ ਮਹਾਰਾਜ ਨਾਲ ਹੋਈਆਂ ਉਸ ਵੇਲੇ। ਇੱਕ 1681 ਵਿੱਚ ਹੋਈ, ਤੇ ਰਿਮੈਂਬਰ ਕਿ 1681 ਵਿੱਚ ਅਗਰ ਤੁਸੀਂ 1666 ਨੂੰ ਸਬਟ੍ਰੈਕਟ ਕਰੋਗੇ ਤੇ ਮਹਾਰਾਜ ਦੀ ਉਮਰ ਸਿਰਫ 15 ਸਾਲ ਦੀ ਸੀ। Am I right? 1682 ਵਿੱਚ 1666 ਦਾ ਜਨਮ ਹੋਇਆ ਉਹਨਾਂ ਦਾ, 14-15 ਸਾਲ ਦੀ ਉਮਰ ਹੋਣੀ ਉਸ ਵੇਲੇ। ਤੇ ਇੱਕ 1682 ਵਿੱਚ ਹੋਈ, ਤੇ ਫਿਰ 2 ਸਾਲ ਥੋੜੀ ਸ਼ਾਂਤੀ ਰਹੀ, ਤੇ 1685 ਵਿੱਚ ਇੱਕ ਹੋਰ ਛੋਟੀ ਸਕਰਮਿਸ਼, ਦੋ ਬੈਟਲ ਹੋਈਆਂ, ਪਹਿਲੀ ਬੈਟਲ ਤੇ ਸੈਕੰਡ ਬੈਟਲ ਆਫ ਅਨੰਦਪੁਰ। ਤੇ ਦੋਨੋਂ ਬੈਟਲ ਵਿੱਚ ਭੀਮ ਚੰਦ ਨੂੰ ਬੜੀ ਬੁਰੀ ਹਾਰ ਪਈ, ਬੜੀ ਬੇਇੱਜ਼ਤੀ ਹੋਈ ਉਹਦੀ, ਆਰਮੀ ਵੀ ਡਬਲ ਸੀ, ਲੇਕਿਨ ਲੜਨ, ਕਿਉਂਕਿ ਇਹ ਦੇਖੋ ਇਹ ਧਰਮ ਦੀ ਲੜਾਈ ਲੜਨ ਵਾਸਤੇ ਆਏ ਸਨ। ਮਹਾਰਾਜ ਨੇ ਕਿਧਰੇ ਨਹੀਂ ਲਿਖਿਆ ਆਪਣੀ ਜ਼ਿੰਦਗੀ ਵਿੱਚ ਕਿ ਮੈਂ ਇਲਾਕੇ ਜਿੱਤਣੇ ਹਨ, ਉਹਨਾਂ ਨੇ ਕਿਧਰੇ ਨਹੀਂ ਕਿਹਾ, ਉਹਨਾਂ ਨੇ ਕਿਧਰੇ ਨਹੀਂ ਕਿਹਾ ਕਿਸੇ ਰਾਜੇ ਨੂੰ ਕਿ ਮੈਂ ਤੁਹਾਡਾ ਰਾਜ ਤੁਹਾਡਾ ਭੰਗ ਕਰਨ ਆਇਆ, ਜਾਂ ਮੈਂ ਭੀਮ ਸੈਨ ਦੇ ਤੁਹਾਡਾ ਰਾਜ ਜ਼ਬਤ ਕਰ ਲਵਾਂਗਾ, ਜਾਂ ਨਾਨ ਦੇ ਰਾਜੇ ਨੂੰ ਕਿਹਾ ਹੋਵੇ, ਫਤਿਹ ਚੰਦ ਨੂੰ, ਕਿਸੇ ਹੋਰ ਰਾਜੇ ਨੂੰ ਕਿਹਾ ਹੋਵੇ ਕਿ ਮੈਂ ਤੁਹਾਨੂੰ ਇਹ ਤੁਹਾਡਾ ਲੈ ਲਵਾਂਗਾ ਰਾਜ। ਕਿਸੇ ਨੇ ਕਦੀ ਕੋਈ ਗੱਲ ਨਹੀਂ ਹੋਈ ਉਹ ਜੀ। ਉਹਨਾਂ ਨੇ ਇੱਕੋ ਹੀ ਕਿਹਾ ਕਿ ਜ਼ੁਲਮ ਦੇ ਖਿਲਾਫ ਇਕੱਠੇ ਹੋ ਕੇ ਲੜੋ, ਇਤਨੇ ਸਾਲਾਂ ਦੇ ਗੁਲਾਮ ਹੋ ਤੁਸੀਂ, ਤੇ ਆਪਣੀ ਗੁਲਾਮੀ ਦੀਆਂ ਬੇੜੀਆਂ ਤੋੜ ਦਿਓ, ਇਹਨਾਂ ਤੋਂ ਡਰੋ ਨਾ। ਤੁਸੀਂ ਜੇ ਡਰ ਕੇ ਜਿਓਗੇ ਤੇ ਜ਼ਿੰਦਗੀ ਤੁਹਾਡੀ ਥੂ-ਥੂ ਹੋਏਗੀ, ਤੁਹਾਡੀ ਡਰ ਕੇ ਨਾ ਜਿਓ ਤੁਸੀਂ। ਹਾਂ, ਕੁਰਬਾਨੀਆਂ ਦੇਣੀਆਂ ਪੈਣਗੀਆਂ, ਸਿੱਖ ਕੁਰਬਾਨੀਆਂ ਦੇਣਗੇ, ਤੁਸੀਂ ਵੀ ਇਹਨਾਂ ਨਾਲ ਕੁਰਬਾਨੀਆਂ ਦਿਓ, ਲੇਕਿਨ ਇਹਨਾਂ 'ਚ ਹਿੰਮਤ ਨਹੀਂ ਪਈ ਕਿਸੇ ਦੀ। ਇਹ ਪੋਲੀਟੀਕਲ ਡਿਵੈਲਪਮੈਂਟ ਉਹਨਾਂ ਵਾਲੇ ਦੀਆਂ ਸਨ। ਤੇ ਜਦੋਂ ਗੱਲ ਹੱਦ ਤੋਂ ਵੱਧ ਗਈ, ਭੀਮ ਸੈਨ ਨਾਲ ਰੋਜ਼ ਸਕਰਮਿਸ਼ਸ ਸ਼ੁਰੂ ਹੋ ਗਏ, ਤੇ ਮਾਮਾ ਕਿਰਪਾਲ ਚੰਦ ਹੋਰੀ ਜਿਹੜੇ ਮਾਤਾ ਗੁਜਰੀ ਜੀ ਦੇ ਬ੍ਰਦਰ ਸਨ, ਵੱਡੇ ਸਨ ਘਰ ਵਿੱਚ ਫੈਮਿਲੀ ਦੇ, ਮਹਾਰਾਜ ਦੀ ਉਮਰ 14-15 ਸਾਲਾਂ ਦੀ ਸੀ ਉਸ ਵੇਲੇ ਇਹ ਐਡਵਾਈਸ ਦਿੱਤੀ ਗਈ ਕਿ ਇੱਥੇ ਇਸ ਵੇਲੇ ਸਿੱਖਾਂ ਦੀ ਹਾਲਤ, ਸਾਡੀ ਮਤਲਬ ਇਤਨੀ ਸਟਰੈਂਥ ਨਹੀਂ ਹੈ ਕਿ ਅਸੀਂ ਬਾਰ-ਬਾਰ ਇਹਨਾਂ ਪਹਾੜੀ ਰਾਜਿਆਂ ਦੇ ਨਾਲ ਜੰਗ ਕਰ ਸਕੀਏ। ਤੇ ਐਡਵਾਈਸ ਇਹ ਦਿੱਤੀ ਗਈ ਕਿ ਅਸੀਂ ਇੱਥੋਂ ਮੂਵ ਕਰਕੇ 2-3-4 ਸਾਲਾਂ ਤੱਕ ਬਾਅਦ ਅਸੀਂ ਨਾਹਨ ਚਲੇ ਜਾਈਏ। ਤੇ ਉੱਥੇ ਨਾਹਨ ਜਿਹੜਾ ਨਾਹਨ ਉਸ ਵੇਲੇ ਵਾਸ ਆਲਸੋ ਅ ਕਿੰਗਡਮ, ਤੇ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਸੀ, ਤੇ ਮੇਦਨੀ ਪ੍ਰਕਾਸ਼ ਉਸਨੇ ਬੜੀ ਇਨਵੀਟੇਸ਼ਨ ਵੀ ਭੇਜੀਆਂ ਕਿ ਤੁਸੀਂ ਇੱਥੇ ਆ ਜਾਓ ਥੋੜੀ ਦੇਰ ਬਾਅਦ। ਲੇਕਿਨ ਮੇਰੇ ਹਿਸਾਬ ਦੇ ਨਾਲ ਉੱਥੇ ਜਾਣ ਦੇ 2 ਰੀਜ਼ਨ ਸਨ। ਮਹਾਰਾਜ ਜਾਣੀ ਜਾਣ ਸਨ, ਪ੍ਰਮਾਤਮ ਰੂਪ ਸਨ, ਉਹਨਾਂ ਨੂੰ ਕੌਣ ਪਛਾਣ, ਉਹਨਾਂ ਨੂੰ ਕਿਹੜੀ ਚੀਜ਼ ਦਾ ਨਹੀਂ ਪਤਾ ਸੀ ਵੀ ਕੀ ਹੋਣਾ ਸੀ ਅੱਗੇ। ਇੱਕ ਤੇ ਉਹਨਾਂ ਨੂੰ ਪੋਇਟਰੀ ਦਾ ਲਿਖਣ ਦਾ ਸੀ ਸ਼ੌਂਕ, ਤੇ ਇੱਕ ਸ਼ਾਂਤੀ ਦੀ ਜਗ੍ਹਾ ਚਾਹੀਦੀ ਸੀ 2-3 ਸਾਲ ਥੋੜੀ, ਜਿੱਥੇ ਉਹ ਬੈਠ ਕੇ ਇਹ ਸਾਰੀ ਕਵਿਤਾਵਾਂ ਜਿਹੜੀ ਉਹਨਾਂ ਨੇ ਦਸਮ ਗ੍ਰੰਥ ਦੀਆਂ ਬਾਣੀਆਂ ਲਿਖਣੀਆਂ ਸਨ
ਉਹਨਾਂ ਵਿੱਚੋਂ ਅਕਾਲ ਉਸਤਤ ਹੈ, ਉਹਨਾਂ ਵਿੱਚੋਂ ਜਾਪ ਸਾਹਿਬ ਹੈ, ਉਹਨਾਂ ਵਿੱਚੋਂ ਵਿਚਿੱਤਰ ਨਾਟਕ ਹੈ, ਉਹਨਾਂ ਵਿੱਚੋਂ 24 ਅਵਤਾਰ ਦੀ ਬਾਣੀ ਹੈ, ਉਹਨਾਂ ਵਿੱਚੋਂ ਕ੍ਰਿਸ਼ਨਾ ਅਵਤਾਰ ਹੈ, ਚੰਡੀ ਕੀ ਵਾਰ ਹੈ, ਉਹਨਾਂ ਵਿੱਚੋਂ ਸ਼ਸਤਰ ਮਾਲਾ ਹੈ। ਇਹ ਜਿਹੜੀਆਂ ਬਾਣੀਆਂ ਦੀ ਰਚਨਾ ਮੋਸਟ ਆਫ ਦੀ ਜਿਹੜੀ ਇਹ ਦਸਮ ਬਾਣੀਆਂ ਦੀ ਰਚਨਾ ਜਿਹੜੀਆਂ ਹਨ ਇਹ ਪੌਂਟਾ ਹੋਈਆਂ ਹਨ ਸਾਰੀਆਂ। ਇਹ ਚੀਜ਼ਾਂ ਕਰਨੀਆਂ ਸਨ ਉਹਨਾਂ ਨੇ ਉਸ ਵੇਲੇ, ਇਹ ਕਰਨੀਆਂ ਸਨ, ਇਹ ਇੰਪੋਰਟੈਂਟ ਦੇਣੀ ਸੀ ਇਸ ਕੌਮ ਨੂੰ। ਤੇ ਮਹਾਰਾਜ ਫਿਰ ਇਹ ਗੱਲ ਮੰਨ ਲੈਂਦੇ ਹਨ ਤੇ ਮੰਨ ਕੇ ਉੱਥੋਂ ਚਲਦੇ ਹਨ ਅਨੰਦਪੁਰ ਸਾਹਿਬ ਚੱਲ ਕੇ ਨਾਨ ਦੀ ਧਰਤੀ ਤੇ ਆਉਂਦੇ ਹਨ। ਰਾਜਾ ਮੇਦਨੀ ਪ੍ਰਕਾਸ਼ ਨਾਲ ਮੁਲਾਕਾਤ ਹੁੰਦੀ ਹੈ ਉਹਨਾਂ ਦੀ, ਤੇ ਮੇਦਨੀ ਪ੍ਰਕਾਸ਼ ਨਾਲ ਮੁਲਾਕਾਤ ਹੁੰਦੀ ਹੈ ਤੇ ਮੇਦਨੀ ਪ੍ਰਕਾਸ਼ ਉਹਨਾਂ ਨੂੰ ਇਨਵਾਈਟ ਕਰਦਾ ਹੈ। ਥੋੜੀ ਦੇਰ ਨਾਨ ਰਹਿੰਦੇ ਹਨ। ਮੈਂ ਨਾਨ ਗੁਰਦੁਆਰੇ ਦਰਸ਼ਨ ਕੀਤੇ ਹੋਏ ਹਨ ਜਿੱਥੇ ਮਹਾਰਾਜ ਰਹੇ ਹਨ ਮਹਿਲ ਦੇ ਅੰਦਰ। ਤੁਸੀਂ ਜਾਓ ਤੇ ਜਰੂਰ ਦਰਸ਼ਨ ਕਰੋ। ਜੇ ਨਾਨ ਗਏ ਹੋ ਤੇ ਨਹੀਂ ਗਏ ਹੋ ਤੇ ਯੂ ਮੇਕ ਅ ਪੁਆਇੰਟ ਆਫ ਗੋਇੰਗ ਟੂ ਨਾਨ ਐਂਡ ਵਿਜ਼ਿਟਿੰਗ ਦੋਸ ਪਲੇਸਿਸ ਜਿੱਥੇ ਮਹਾਰਾਜ ਰਹੇ ਹਨ ਉੱਥੇ। ਤੇ ਮਹਾਰਾਜ ਕਹਿੰਦੇ ਹਨ ਅਸੀਂ ਤੇਰੇ ਮਹਿਲ 'ਚ ਨਹੀਂ ਰਹਿਣਾ, ਅਸੀਂ ਆਪਣੀ ਜਗ੍ਹਾ ਬਣਾਉਣਾ ਚਾਹੁੰਦੇ ਹਾਂ। ਤੇ ਕਹਿੰਦੇ ਤੁਸੀਂ ਜਿਹੜੀ ਜਗ੍ਹਾ ਤੁਹਾਨੂੰ ਠੀਕ ਲੱਗੇ, ਤੁਸੀਂ ਜਿਹੜੀ ਜਗ੍ਹਾ ਤੁਹਾਨੂੰ, ਫਿਰ ਉਹ ਜਗ੍ਹਾ ਪੌਂਟਾ ਜਗ੍ਹਾ ਜਿਹੜੀ ਜਮਨਾ ਦੇ ਕਿਨਾਰੇ ਹੈ ਉਹ ਜਗ੍ਹਾ ਮੁਕਰਰ ਕੀਤੀ ਗਈ। ਤੇ ਉੱਥੇ ਇੱਕ ਕਲਗੀਧਰ ਚਮਤਕਾਰ ਵਿੱਚ ਪੋਇਟਰੀ ਵੀ ਆਉਂਦੀ ਕਿ ਉੱਥੇ ਇੱਕ ਰਿਸ਼ੀ ਦਾ ਘਰ ਸੀ, 100 ਸਾਲ ਦੀ ਉਮਰ ਸੀ, ਜਿੱਥੇ ਉਹਦੀ ਵਿਡੋ ਰਹਿੰਦੀ ਸੀ ਉਹਦੇ ਅੰਦਰ। ਉਹ ਅਲੱਗ ਕਥਾ ਹੈ ਕਿ ਹੁਣ ਸਾਰੀਆਂ ਕਥਾ ਨਹੀਂ ਮੈਂ ਸੁਣਾ ਸਕਦਾ, ਸਾਰੀਆਂ ਸਟੋਰੀ ਸੁਣਾਉਣੀਆਂ ਇੰਪੋਸੀਬਲ ਹੈ ਵਿਦ ਇਨ ਅ ਸਪੈਨ ਆਫ 2 or 3 ਸੈਸ਼ਨਸ। ਹਾਈਲਾਈਟ ਜ਼ਰੂਰ ਦੇਣੀ ਹੈ ਹਰ ਚੀਜ਼ ਦੀ। ਉੱਥੇ ਮਹਾਰਾਜ ਨੇ ਤੰਬੂ ਗੜਵਾਏ, ਉੱਥੇ ਛੋਟੀ ਗੜੀ ਵੀ ਬਣਵਾਈ ਤੇ ਸਿੱਖ ਸੈਟਲ ਹੋ ਗਏ ਉੱਥੇ। ਤੇ ਮਹਾਰਾਜ ਨੇ ਉੱਥੇ ਜਦੋਂ ਸੈਟਲ ਹੋਏ ਪੌਂਟਾ ਮਨ ਜਿੱਥੇ ਉਹਨਾਂ ਦਾ ਪੈਰ ਪਿਆ ਉਹਨਾਂ ਦਾ, ਉੱਥੇ ਪੌਂਟਾ ਬਣਿਆ। ਤੇ ਕਹਿੰਦੇ ਹਨ ਜਮਨਾ ਬੜੀ ਸ਼ੋਰ ਕਰਦੀ ਸੀ, ਬੜੀ ਨੋਇਜ਼ੀ ਸੀ ਜਮਨਾ ਉੱਥੇ। ਮਹਾਰਾਜ ਨੇ ਉੱਥੇ ਜਮਨਾ ਨੂੰ ਫਿਰ ਅਰਦਾਸ ਕੀਤੀ ਕਿ ਜਮਨਾ ਤੁਸੀਂ ਤੇ ਸ਼ਾਂਤ ਹੋ ਜਾਓ। ਤੇ ਹੁਣ ਕਹਿੰਦੇ ਜਮਨਾ ਉੱਥੇ ਬਸ ਉਹ 2 ਕਿਲੋਮੀਟਰ ਦਾ ਇਲਾਕੇ ਸ਼ਾਂਤ ਹੈ, ਪਿੱਛੇ ਅੱਗੇ ਬੜਾ ਸ਼ੋਰ ਹੈ। ਉਹਨਾਂ ਨੇ ਕਿਉਂਕਿ ਉਹਨਾਂ ਨੇ ਕਰਨਾ ਸੀ ਨਾ ਕੰਮ ਉੱਥੇ ਜਾ ਕੇ ਕੰਮ ਵੱਡੇ ਸਾਰਨੇ ਸਨ ਨਾ। ਪੌਂਟਾ ਦੀ ਇੰਪੋਰਟੈਂਸ ਬਹੁਤ ਹੈ ਕਿਉਂਕਿ ਪੋਇਟਿਕ ਐਂਗਲ ਤੋਂ ਸਾਰੇ ਕੰਮ ਪੌਂਟਾ ਹੀ ਹੋਏ ਹਨ ਸਾਰੇ। ਉਹਨਾਂ ਦੀ ਲਿਖਤ ਪੜਨ ਦਾ ਜਿਹੜਾ ਕੰਮ ਸੀ, ਤੁਸੀਂ ਸੋਚ ਕੇ ਦੇਖੋ ਕਿ ਇਤਨੀ ਵੱਡੀ ਉਹਨਾਂ ਦੀ ਆਰਟ ਔਰ ਲਿਟਰੇਚਰ ਦੀ ਇਤਨੀ ਵੱਡੀ ਸੇਵਾ ਹੈ। ਦੂਰੋਂ ਲੋਕ ਉੱਥੇ ਆਣਾ ਸ਼ੁਰੂ ਹੋ ਗਏ। ਲੋਕਾਂ ਨੂੰ ਪਤਾ ਲੱਗ ਗਿਆ ਇੱਥੇ ਬੜਾ ਇੱਜ਼ਤ ਮਾਨ ਮਿਲਦਾ ਹੈ। 52 ਕਵੀ ਉਹਨਾਂ ਦੇ ਦਰਬਾਰ ਵਿੱਚ ਸਜਦੇ ਸਨ। ਉਹਨਾਂ ਦੇ ਇਤਨਾ ਇੱਜ਼ਤ ਮਾਨ ਸੀ ਪੋਇਟਰੀ ਦਾ ਉਹਨਾਂ ਦੇ। ਤੇ ਹੁਣ ਤੇ ਮੈਂ ਨਹੀਂ ਦੇਖਿਆ, ਹੁਣ ਬਚਪਨ ਚ ਮੈਂ ਦੇਖਿਆ ਹੋਇਆ, ਬਟ ਰੀਸੈਂਟਲੀ ਆਈ ਹੈਵ ਨਾਟ ਸੀਨ ਦੈਟ ਐਂਡ ਆਈ ਹੇਟ ਦਿਸ ਕਿ ਇਹ ਸਾਰੀਆਂ ਚੀਜ਼ਾਂ ਸਾਡੇ ਤੋਂ ਖੁਸਲੀਆਂ ਗਈਆਂ ਕਿਸੇ ਵੀ ਤਰੀਕੇ ਨਾਲ। ਬਚਪਨ ਵਿੱਚ ਉਹਨਾਂ ਦੇ ਗੁਰਪੁਰਬ ਤੇ ਹਮੇਸ਼ਾ ਕਵੀ ਦਰਬਾਰ ਹੋਇਆ ਕਰਦੇ ਸਨ। ਮੈਂ ਦੇਖੇ ਹੋਏ ਆਪਣੇ ਬਚਪਨ ਚ, ਮੈਂ ਅਟੈਂਡ ਕੀਤੇ ਹੋਏ। ਮਹਾਰਾਜ ਦਾ ਪ੍ਰਕਾਸ਼ ਨਹੀਂ ਹੁੰਦਾ ਸੀ ਅੰਦਰ, ਲੇਕਿਨ ਉਹਨਾਂ ਦੇ ਗੁਰਪੁਰਬ ਤੇ ਹਮੇਸ਼ਾ ਕਵੀ ਦਰਬਾਰ ਹੁੰਦਾ ਸੀ। ਔਰ ਉਹਨਾਂ ਦੇ ਵਿਸਾਖੀ ਦੇ ਉੱਤੇ ਹਮੇਸ਼ਾ ਕਵੀ ਦਰਬਾਰ ਹੁੰਦਾ ਸੀ ਉਹਨਾਂ ਦੀ ਯਾਦ ਵਿੱਚ ਕਵੀ ਆਉਂਦੇ ਸਨ, ਆਪਣੀ ਕਵਿਤਾਵਾਂ ਲਿਖਦੇ ਸਨ। ਇਹ ਉਹਨਾਂ ਦੀ ਯਾਦ ਵਿੱਚ ਸੀ ਉਹਨਾਂ ਦੇ। ਉਹ ਵੀ ਇਸ ਤਰ੍ਹਾਂ ਹੀ ਕਵੀ ਦਰਬਾਰ ਆਪਣੇ ਦਰਬਾਰ ਚ ਰਚਾਇਆ ਕਰਦੇ ਸਨ। ਕਿਸੇ ਨੇ ਮੈਸੇਜ ਪਾਇਆ ਸਟਿਲ ਹੈਪਨਸ ਜੀ, ਬਟ ਬਹੁਤ ਰੇਅਰਲੀ। I have yet to seen that, not at that level. ਇੰਡੀਆ ਚ ਸ਼ਾਇਦ ਹੁੰਦੇ ਹੋਣ, ਮੈਂ US ਚ ਨਹੀਂ ਦੇਖਿਆ। ਪਰ ਉਹ ਚੀਜ਼ ਨਹੀਂ, ਹੁਣ ਕਵੀ ਵੀ ਨਹੀਂ ਹੋ ਜੇ ਰਹੇ। It must be happening in Delhi or it must be happening in other places, but they are not as popular, they are not as a part of our culture as it used to be 30-40 years ago. ਉਹਨਾਂ ਉੱਥੇ ਫਿਰ 52 ਕਵੀ ਦੀ ਸਾਜੇ ਗਏ, ਆਣੇ ਸ਼ੁਰੂ ਹੋ ਗਏ। ਮਹਾਰਾਜ ਸ਼ਿਕਾਰ ਤੇ ਵੀ ਜਾਂਦੇ ਹਨ, ਜੰਗਲ ਹਨ ਆਸ-ਪਾਸ। ਨਾਂਦੇੜ ਉਹ 2-3 ਸਾਲ ਸ਼ਾਂਤੀ ਦੇ ਉੱਥੇ ਬਿਤਾਏ ਉਹਨਾਂ ਨੇ। ਤੇ ਹੁਣ 10-14 ਹੋ ਗਏ। I'm going to end my talk now. ਤੇ ਅਗਲਾ ਜਿਹੜਾ ਇਵੈਂਟ ਜਿਹੜਾ ਹੈ ਭੰਗਾਣੀ ਵਾਲਾ, ਤੇ ਕਿਸੇ ਨੇ ਪਾਇਆ ਕਿ ਰਕਾਬਗੰਜ ਗੁਰਦੁਆਰੇ ਹੁਣ ਵੀ ਹੁੰਦਾ ਹੈ। ਖੁਸ਼ੀ ਹੈ ਸੁਣ ਕੇ, ਪਰ ਇੱਥੇ ਨਹੀਂ ਹੁੰਦੇ। ਉਹ ਪਪੂਲੈਰਿਟੀ ਜਿਹੜੀ ਹੈ, ਮੈਨੂੰ ਯਾਦ ਹੈ ਕਲਕੱਤੇ ਜ਼ਰੂਰ ਹੁੰਦੇ ਸਨ, ਕਲਕੱਤੇ ਵੀ ਘੱਟ ਹੋ ਗਏ ਹੁੰਦੇ ਹੁਣ, ਉੱਥੇ ਵੀ ਹੁਣ ਘੱਟ ਹੋ ਗਏ ਕਵੀ ਦਰਬਾਰ। ਉਹ ਚੀਜ਼ ਉਤਨੀ ਪਪੂਲੈਰਿਟੀ ਨਹੀਂ ਰਹੀ ਕਵੀ ਦਰਬਾਰਾਂ ਦੀ। ਪਹਿਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰਪੁਰਬ ਨਾਲ ਕਵੀ ਦਰਬਾਰ ਜੁੜਿਆ ਹੁੰਦਾ ਸੀ ਨਾਲ, ਕਵੀ ਆ ਕੇ ਬੋਲਦੇ ਸਨ ਕਿਉਂਕਿ ਬਹੁਤ ਇੱਜ਼ਤ ਮਾਨ ਕਰਦੇ ਸਨ ਮਹਾਰਾਜ। ਇਸ ਆਰਟ ਫਾਰਮ ਦਾ ਬਹੁਤ ਇੱਜ਼ਤ ਮਾਨ ਸੀ। ਢਾਡੀਆਂ ਦਾ ਬੜਾ ਇੱਜ਼ਤ ਮਾਨ ਸੀ। ਢਾਡੀਆਂ ਦਾ ਇੱਜ਼ਤ ਮਾਨ ਹੋਣਾ। ਕਵੀ ਦਰਬਾਰਾਂ ਵਿੱਚ ਕਵੀ ਆਉਂਦੇ ਸਨ, ਲਿਖਦੇ ਸਨ, ਉਹਨਾਂ ਦੀ ਕਵਿਤਾਵਾਂ ਬੋਲਣੀਆਂ ਉਹਨਾਂ ਦੀਆਂ। ਅੱਜ ਕੱਲ ਯੰਗ ਸਿੱਖਾਂ ਵਿੱਚ ਇਹ ਆਰਟ ਫਾਰਮ ਜਿਹੜਾ ਵੈ ਹੁਣ ਗਿਰ ਗਿਆ ਹੈ। ਆਰਟ ਫਾਰਮ, ਉਹ ਆਰਟ ਫਾਰਮ ਦੀ ਉਤਨੀ ਇੰਪੋਰਟੈਂਸ ਨਹੀਂ ਰਹੀ ਹੁਣ ਜੋ ਪਹਿਲੇ ਜੋ ਸੀ। ਆਈ ਐਮ ਗਲੈਡ ਟੂ ਹੀਅਰ ਸਮ ਪੀਪਲ ਆਰ ਸੇਇੰਗ ਕਿ ਨਹੀਂ, ਇੰਡੀਆ 'ਚ ਫਿਰ ਵੀ ਹੁੰਦੇ ਹਨ ਥੋੜੇ ਬਹੁਤ, ਕਿਸੇ ਵੀ ਕਿ ਲਿਮਿਟਿਡ ਫਾਰਮ 'ਚ ਹੁੰਦੇ ਹਨ ਕਿਸੇ ਵੀ ਫਾਰਮ ਵਿੱਚ।
ਤੇ ਇਹ ਗੱਲ 1785 ਦੇ ਕਰੀਬ ਮੂਵ ਹੁੰਦੇ ਹਨ ਤੇ ਉੱਥੇ ਫਿਰ ਕਾਲਸੀ ਦੇ ਰਿਖੀ ਨੂੰ ਤਾਰਿਆ, ਉਸ ਬਾਰੇ ਵੀ ਕਥਾ ਆਈ ਹੈ, ਉਸ ਨੂੰ ਵੀ ਦੁੱਧ ਪਵਾ ਕੇ ਤਾਰਿਆ ਉਹਨਾਂ ਨੂੰ। ਤੇ ਪੀਰ ਬੁੱਧੂ ਸ਼ਾਹ ਮਿਲਣ ਆਂਦਾ ਹੈ ਮਹਾਰਾਜ ਨੂੰ, ਉਹਨਾਂ ਨੂੰ ਵੀ ਤਾਰਿਆ, ਉਹਨਾਂ ਨੂੰ ਵੀ ਇੱਕ ਸੱਚਾ ਉਪਦੇਸ਼ ਦੇ ਕੇ ਪੀਰ ਬੁੱਧੂ ਸ਼ਾਹ। ਤੇ ਅੱਗੇ ਜਾ ਕੇ ਭੰਗਾਣੀ ਦੀ ਯੁੱਧ ਵਿੱਚ ਉਹਨਾਂ ਦਾ ਬੜਾ ਵੱਡਾ ਹਿੱਸਾ ਪੀਰ ਬੁੱਧੂ ਸ਼ਾਹ ਦਾ ਰਿਹਾ ਹੈ। ਤੇ 1686-87 ਤੱਕ ਮੈंने 2-2.5 ਸਾਲ ਦੀ ਥੋੜੀ ਸ਼ਾਂਤੀ ਪੌਂਟਾ ਵਿੱਚ ਬਿਤਾਈ ਉਹਨਾਂ ਨੇ। ਇਹ ਕਿਉਂ ਸੀ? ਕਿਉਂਕਿ ਇਹਨਾਂ 2 ਸਾਲਾਂ ਵਿੱਚ ਬੜੇ ਗ੍ਰੰਥ ਲਿਖੇ ਗਏ। ਉਹਨਾਂ ਨੇ ਆਪਣੇ ਗ੍ਰੰਥ ਜਿਹੜੇ ਇਹਨਾਂ 2-3 ਸਾਲਾਂ ਵਿੱਚ ਪੌਂਟਾ ਬੈਠ ਕੇ ਲਿਖੇ ਸਾਰੇ। ਸ਼ਾਂਤੀ ਸੀ ਉੱਥੇ ਬੜੀ, ਹਰ ਜਗ੍ਹਾ ਤੋਂ ਦੂਰ ਸੀ, ਮੁਗਲਾਂ ਦੀ ਨਜ਼ਰਾਂ ਵਿੱਚ ਨਹੀਂ ਸੀ ਹਾਲੇ ਕਿ ਮੁਗਲ ਨਜ਼ਰ ਜ਼ਰੂਰ ਰੱਖਦੇ ਹੋਣੇ। ਪਹਾੜੀ ਰਾਜਿਆਂ ਦਾ ਵੀ ਪ੍ਰਕੋਪ ਘਟ ਗਿਆ ਸੀ। ਉਹਨਾਂ ਠੀਕ ਹੈ ਪੌਂਟਾ ਬੈਠੇ ਹੋਏ, ਨਾਨ ਦੇ ਰਾਜੇ ਦੇ ਥੱਲੇ ਕਿਸੇ ਨੇ ਆਬਜੈਕਟ ਨਹੀਂ ਕੀਤਾ। 1687 ਵਿੱਚ ਕੰਡੀਸ਼ਨ ਚੇਂਜ, ਜਦੋਂ ਭੰਗਾਣੀ ਦੇ ਯੁੱਧ ਦੇ ਟਾਈਮ ਵਿੱਚ ਆਮ ਗੋਇੰ ਟੂ ਪਿਕ ਅਪ ਮਾਈ ਪੀਸਸ ਨੈਕਸਟ ਟਾਈਮ and describe the battle of Pangani. Why did that happen? What led to that battle though? ਔਰ ਇਹ ਇਹਨਾਂ ਦੀ ਪਹਿਲੀ ਮੇਜਰ ਬੈਟਲ ਸੀ। ਪਹਿਲੀਆਂ ਜਿਹੜੀਆਂ 2 ਛੋਟੀਆਂ ਸਕਰਮਿਸ਼ਸ ਸਨ ਜਿਹੜੀਆਂ ਅਨੰਦਪੁਰ ਹੋਈਆਂ, ਇਹ ਬਹੁਤ ਵੱਡੀ ਬੈਟਲ ਸੀ, ਜਿਸ ਬੈਟਲ ਬਾਰੇ ਆਪ ਲਿਖਦੇ ਹਨ ਵਿਚਿਤਰ ਨਾਟਕ ਵਿੱਚ, ਔਰ ਆਪ ਡਿਸਕ੍ਰਿਪਸ਼ਨ ਹੈ ਉਸ ਬੈਟਲ ਦੀ। ਔਰ ਰੇਸ਼ੀਓ 1/4 ਦੀ ਰੇਸ਼ੀਓ ਸੀ ਬੈਟਲ ਨੇ, ਕਿ 1/4 ਸਿੱਖਾਂ ਦੀ ਆਰਮੀ ਵਿੱਚੋਂ 1/4 ਹਿੱਸਾ ਸੀ। ਤੇ ਮੂੰਹ ਦੀ ਖਾਣੀ ਪਈ ਉਹਨਾਂ ਨੂੰ, ਪਹਾੜੀ ਰਾਜਿਆਂ ਨੂੰ। ਤੇ ਉਹ 500 ਪਠਾਨ ਜਿਹੜੇ ਪੀਰ ਬੁੱਧੂ ਸ਼ਾਹ ਨੇ ਭੇਜੇ ਸਨ, ਜਿਹੜੇ ਲਾਸਟ ਮੂਮੈਂਟ ਵਿੱਚ ਤੇ ਦੇ ਰੈਨ ਅਵੇ, ਤੇ ਉਹਨਾਂ ਉਦਾਸੀਆਂ ਦਾ ਗੁਰੂ ਤੇ ਨਹੀਂ ਕਿਧਰੇ ਗਿਆ, ਪਰ ਉਹ ਉਦਾਸੀਆਂ ਦੇ ਚੇਲੇ ਜਿਹੜੇ ਸਨ ਕਿਸ ਤਰ੍ਹਾਂ ਛੋੜ ਕੇ ਗੁਰੂ ਸਾਹਿਬ ਨੂੰ ਚਲੇ ਜਾਂਦੇ ਹਨ ਲਾਸਟ ਮੂਮੈਂਟ ਵਿੱਚ ਆ ਕੇ। ਤੇ ਜਿਸ ਦਿਨ ਸਵੇਰੇ ਬੈਟਲ ਹੁੰਦੀ ਹੈ ਉਸ ਦਿਨ ਪਤਾ ਲੱਗਦਾ ਹੈ ਮਹਾਰਾਜ ਨੂੰ, ਤੇ ਤਾਂ ਵੀ ਹਿੰਮਤ ਨਹੀਂ ਹਾਰਦੇ। ਤੇ ਕਿਸ ਤਰ੍ਹਾਂ ਬੈਟਲ ਸੀਨ ਜਿਹੜਾ ਕ੍ਰੀਏਟ ਹੋਇਆ ਉੱਥੇ। ਭੰਗਾਣੀ ਜਗ੍ਹਾ ਹੁਣ ਵੀ ਹੈ, ਉੱਥੇ ਗੁਰਦੁਆਰਾ ਵੀ ਹੈ, ਦਰਸ਼ਨ ਕਰ ਸਕਦੇ ਹੋ ਜਿਹੜੇ ਪੌਂਟਾ ਜਾਵਣ, ਬਹੁਤ ਦੂਰ ਨਹੀਂ ਹੈ, ਇਟਸ ਅਬਾਊਟ 10 ਕਿਲੋਮੀਟਰਸ ਅਵੇ ਫਰਮ ਪੌਂਟਾ। ਤੇ ਭੰਗਾਣੀ ਦੀ ਬੈਟਲ ਦੀ ਜਿਹੜੀ I will pick up my pieces for that battle in the next class though. I'm going to end here. It's about 10:17 right now. Somebody is saying, Satinder, ki 2 months back I went to Ponta, still a very, yeah, of course it's a spiritual place. ਜਿੱਥੇ ਜਾਏ ਰਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਹੈ, ਜਿੱਥੇ ਉਹਨਾਂ ਦੇ ਚਰਨ ਪਏ ਹਨ। ਕਮਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸੁਰਿੰਦਰ ਜੀ, I just wanted to add a little history. ਤੁਸੀਂ ਦੱਸਿਆ ਹੈਗਾ ਤੇ ਉਹ ਇਹ ਹੈਗਾ ਕਿ ਯਾਦ ਹੋਏਗਾ ਗੁਰੂ ਹਰਗੋਬਿੰਦ ਸਾਹਿਬ ਨੇ ਜਦ ਬੰਦੀ ਛੋੜ ਜਿਹੜੇ ਪਹਾੜੀ ਰਾਜੇ ਛੁੱਟ ਕੇ ਆਏ ਸਨ ਉਹਨਾਂ ਨਾਲ, ਇਹ ਪਹਾੜੀ ਰਾਜੇ ਉਹਨਾਂ ਦੇ ਹੀ ਪੋਤਰੇ ਦੇ ਦੋਤਰੇ ਸਨ। Yeah, that's exactly right. And you know, ਉਹਨਾਂ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਨੇ ਮਿਹਰ ਕੀਤੀ, ਉਹਨਾਂ ਨੂੰ ਛੁਡਾ ਦਿੱਤਾ, ਵਰਨਾ ਤੇ ਰਾਜ ਹੀ ਖਤਮ ਸਨ। ਤੇ ਦੇਖੋ ਹੁਣ they were fighting against Guru Gobind Singh Sahib. Yeah, they were fighting against Guru Gobind Singh Sahib because they were a scared lot. Aurangzeb ਦਾ ਪ੍ਰੈਸ਼ਰ ਹੈ, ਮੁਗਲ ਗਵਰਨਮੈਂਟ ਦਾ ਪ੍ਰੈਸ਼ਰ ਹੈ ਕਿ ਇਹਨਾਂ ਨੂੰ ਖਤਮ ਕਰੋ, ਇਹਨਾਂ ਦੇ ਸੋ ਡਰੇ ਹੋਏ ਨਾ। ਜਿਹੜੇ ਅਸੀਂ ਵੀ ਡਰ ਚ ਜਿੰਦੇ ਹਾਂ, ਸਾਡੀ ਵੀ ਜ਼ਿੰਦਗੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕਿਸ ਗੁਰੂ ਦੇ ਪੁੱਤਰ ਹਾਂ। ਅਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂ। ਫੋਰਸਟਰ ਇੱਕ ਬ੍ਰਿਟਿਸ਼ ਟਰੈਵਲਰ ਹੋਇਆ ਹੈ, ਤੁਸੀਂ ਦੇਖ ਸਕਦੇ ਹੋ, ਬੁੱਕ ਅਵੇਲੇਬਲ ਹੈ। ਮੈਂ ਲੰਡਨ ਤੋਂ ਖਰੀਦੀ ਉਹਨਾਂ ਦੀ ਕਿਤਾਬ। ਉਹਨਾਂ ਨੇ ਹੀ ਟਰੈਵਲ ਡਿਊਰਿੰਗ ਮਿਡ 1670s ਵਿੱਚ ਉਹਨਾਂ ਨੇ ਟਰੈਵਲ ਕੀਤਾ, ਤੇ ਉਹ ਕਲਕੱਤੇ ਤੋਂ ਲੰਡਨ ਬਾਈ ਰੋਡ ਗਿਆ ਤੇ ਪੰਜਾਬ ਚ ਗੁਜ਼ਰਿਆ, ਤੇ ਕਹਿੰਦੇ ਨੇ ਅੰਬਾਲੇ ਦੇ ਕੋਲ ਕਿਧਰੇ, ਸਹਾਰਨਪੁਰ ਦੇ ਕੋਲ ਕਿਧਰੇ ਉਹਨਾਂ ਨੂੰ ਇੱਕ ਗੁੱਟ ਨਜ਼ਰ ਆਇਆ। there is a small 50 ਬੰਦਿਆਂ ਦਾ ਆਰਮਡ ਕੋਈ ਬੈਂਡ ਸੀ। ਤੇ ਉਹਨਾਂ ਨੇ ਉਹਦੇ ਕੋਲ ਪੁੱਛਿਆ ਵੀ ਇਹ ਕੌਣ ਹਨ? ਉਹਨਾਂ ਨੇ ਇੱਕ ਜਵਾਬ ਦਿੱਤਾ ਕਿ ਇਹ ਸਿੱਖ ਹਨ। ਸਿੱਖ ਕੌਣ ਹਨ? ਉਹਨੇ ਜਵਾਬ ਦਿੱਤਾ, ਕਹਿੰਦੇ ਅੱਛਾ। ਇੱਕ ਪਹਿਲਾ ਲੰਘਿਆ ਤਾਂ ਉਹਨੂੰ ਰੋਕਿਆ ਵੀ ਕਿੱਥੋਂ ਆਏ ਹੋ? ਉਹਨੇ ਕਿਹਾ ਅਨੰਦਪੁਰ ਤੋਂ ਆਏ ਹਾਂ। ਕਹਿੰਦੇ ਤੁਹਾਡੇ ਫਾਦਰ ਦਾ ਨਾਮ ਕੀ ਹੈ? ਗੁਰੂ ਗੋਬਿੰਦ ਸਿੰਘ। ਅੱਛਾ ਠੀਕ ਹੈ। ਉਹ ਸੈਕੰਡ ਵਾਲਾ ਬੰਦਾ ਆਇਆ, ਉਹ ਕਿੱਥੋਂ ਆਏ ਹੋ? ਅਨੰਦਪੁਰ ਤੋਂ ਆਏ ਹਾਂ। ਪਿਤਾ ਦਾ ਨਾਮ ਕੀ ਹੈ? ਗੁਰੂ ਗੋਬਿੰਦ ਸਿੰਘ। ਤੇ ਹੀ ਕਹਿੰਦਾ ਕਿ ਉਹਨੇ ਲਿਖਿਆ ਆਪਣੀ ਬੁੱਕ ਤੇ ਕਿ ਮੈਂ 30 ਬੰਦਿਆਂ ਕੋਲ ਪੁੱਛਿਆ, 30 ਦੇ ਨਾਮ, ਆਪਣੇ ਫਾਦਰ ਦਾ ਨਾਮ ਗੁਰੂ ਗੋਬਿੰਦ ਸਿੰਘ। ਕਿੱਥੋਂ ਆਏ ਹੋ? ਅਨੰਦਪੁਰ ਤੋਂ ਆਏ ਹਾਂ। ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ। ਉਹ ਕਹਿੰਦਾ ਮੈਂ ਬੁੱਕ ਚ ਵੇਖ ਕੇ ਕਿਹੜੇ ਇਤਨੇ ਬੇਟੇ ਹੋਰਾਂ ਨੇ, ਕਿਸੇ ਨੇ ਕਿਹਾ ਨਹੀਂ ਇਹ ਇਹਨਾਂ ਦੇ ਗੁਰੂ ਹਨ, ਬਾਇਓਲੋਜੀਕਲ ਫਾਦਰ ਨਹੀਂ ਹਨ, ਪਰ ਇਹ ਆਪਣੇ ਗੁਰੂ ਨੂੰ ਆਪਣਾ ਫਾਦਰ ਗਿਣਦੇ ਹਨ। ਹੁਣ ਸਾਡੇ ਅਸੀਂ ਡਰ ਕੇ ਜਿੰਦੇ ਹਾਂ। ਅਸੀਂ me included, I mean I'm not excluding myself though. ਉਹ
ਉਹ ਡਰ ਡਰ ਕੇ ਜੀਣ ਵਾਲੀ ਜ਼ਿੰਦਗੀ ਤੇ ਨਹੀਂ ਸਿਖਾਈ ਨਾ ਉਹਨਾਂ ਨੇ ਸਾਨੂੰ, ਉਹ ਤੇ ਜ਼ਿੰਦਗੀ ਨਹੀਂ ਸਿਖਾਈ ਨਾ ਉਹਨਾਂ ਨੇ, ਆਪ ਤੇ ਨਹੀਂ ਜੀਏ ਨਾ ਉਸ ਤਰ੍ਹਾਂ। ਚਾਹੇ ਚਮਕੌਰ ਵਿੱਚ 40 ਸਿੰਘ ਸਨ ਤਾਂ ਵੀ ਨਹੀਂ ਡਰੇ, ਤੇ ਜਦੋਂ ਸਭ ਕੁਝ ਖਤਮ ਹੋ ਗਿਆ ਮਸਾਲਾ ਅਨੰਦਪੁਰ ਸਾਹਿਬ ਤਾਂ ਵੀ ਨਹੀਂ ਡਰੇ। ਭੰਗਾਣੀ ਦੀ ਬੈਟਲ ਵਿੱਚ ਪੀਰ ਬੁੱਧੂ ਸ਼ਾਹ ਦੇ 500 ਸੋਲਜਰ ਤੇ 500 ਉਦਾਸੀ ਉਹਨਾਂ ਨੂੰ ਅਖੀਰ ਮੂਮੈਂਟ ਵਿੱਚ ਛੋੜ ਕੇ ਚਲੇ ਗਏ ਤਾਂ ਵੀ ਨਹੀਂ ਡਰੇ, ਤਾਂ ਡਰ ਤੇ ਤਾਂ ਵੀ ਨਹੀਂ ਸੀ। ਤੇ ਔਰੰਗਜ਼ੇਬ ਨੂੰ ਚਿੱਠੀ ਲਿਖਦਿਆਂ ਵੀ ਡਰ ਨਹੀਂ ਆਇਆ, ਹਾਂਜੀ, ਉੱਥੇ ਵੀ ਲਲਕਾਰਿਆ ਉਸਨੂੰ। ਤੇ ਉਹ ਜੇ ਬੱਚੇ ਉਹਨਾਂ ਦੇ ਬੱਚੇ ਹਾਂ, ਉਹਨਾਂ ਦੇ ਉਸ ਪਿਤਾ ਦੇ ਬੱਚੇ ਹਾਂ, ਤੇ ਡਰ ਕਿਉਂ ਹੋਵੇ ਸਾਨੂੰ ਕਿਸ ਚੀਜ਼, ਪਰ ਫਿਰ ਵੀ ਡਰ ਡਰ ਕੇ ਜਿੰਦੇ ਹਾਂ ਅਸੀਂ ਜ਼ਿੰਦਗੀ ਆਪਣੀ। ਤੇ ਵੱਡੇ ਮੈਨੂੰ ਭਾਈ ਅਵਤਾਰ ਸਿੰਘ ਹੋਰੀ ਆਉਂਦੇ ਸਨ ਸਾਡੇ ਘਰ ਤੋਂ, ਹਮੇਸ਼ਾ ਕਿਹਾ ਕਰਦੇ ਸਨ, ਜਿਹੜੇ ਦਸਮ ਬਾਣੀ ਨਹੀਂ ਪੜਦਾ ਨਾ, ਜਿਹੜੇ ਨਹੀਂ ਪੜਦੇ ਗੁਰਸਿੱਖ, ਤੇ ਉਹ ਫਿਰ ਡਰ ਚ ਜਿੰਦੇ ਹਨ ਬੜੇ, ਕਿਉਂਕਿ ਇਹ ਵੀਰ ਰਸ ਵਾਲੀ ਬਾਣੀ ਹੈ। ਇਹ ਯਾਦ ਰੱਖਿਓ, ਸ਼ਸਤਰ ਹੋਰਾਂ ਵਾਸਤੇ ਸ਼ਸਤਰ ਹੋਣਗੇ, ਉਹਨਾਂ ਨੂੰ ਸ਼ਸਤਰਾਂ ਨੂੰ ਉਹਨਾਂ ਨੇ ਆਪਣਾ ਪੀਰ ਸਮਝਿਆ, ਉਹਨਾਂ ਨੇ ਆਪਣਾ ਮੁਰਸ਼ਿਦ ਸਮਝਿਆ, ਉਹਨਾਂ ਨੇ ਸ਼ਸਤਰਾਂ ਨੂੰ ਆਪਣਾ ਪੀਰ ਸਮਝਿਆ ਹੈ, ਆਪਣਾ ਗੁਰੂ ਸਮਝਿਆ ਹੈ। ਔਰ ਹੁਣ ਵੀ ਜਦੋਂ ਮੱਥਾ ਟੇਕਦੇ ਹੋ ਦਰਬਾਰ ਸਾਹਿਬ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਘਰ ਵੀ ਮੱਥਾ ਟੇਕਦੇ ਹੋ, ਗੁਰਦੁਆਰੇ ਮੱਥਾ ਟੇਕਦੇ ਹੋ, ਥੱਲੇ ਸ਼ਸਤਰ ਪਏ ਹੁੰਦੇ, ਉੱਤੇ ਤੀਰ ਕਮਾਨ ਇੱਕ ਮਹਾਰਾਜ ਦੀ ਸ਼ੀਸ਼ ਸਾਹਿਬ ਪਈ ਹੁੰਦੀ ਹੈ। ਤੇ ਪੁਰਾਤਨ ਰਹਿਤਨਾਮਿਆਂ ਵਿੱਚ ਇੱਥੇ ਤੱਕ ਲਿਖਿਆ ਹੋਇਆ ਹੈ, ਗੁਰਸਿੱਖ ਦਾ ਵਿਆਹ ਨਹੀਂ ਹੋ ਸਕਦਾ ਸ਼ਸਤਰਾਂ ਬਗੈਰ। ਹੁਣ ਵੀ ਗੁਰਸਿੱਖ ਦੇ ਵਿਆਹ ਦੇ ਟਾਈਮ ਸ਼੍ਰੀ ਸਾਹਿਬ ਦਿੱਤੀ ਜਾਂਦੀ ਹੈ ਲਾੜੇ ਨੂੰ, ਸ਼੍ਰੀ ਸਾਹਿਬ ਦੇ ਨਾਲ ਵਿਆਹ ਹੁੰਦਾ ਹੈ, ਕਿਉਂਕਿ ਇਹ ਸ਼੍ਰੀ ਸਾਹਿਬ, ਇਹ ਸ਼ਸਤਰ ਸਾਡੇ ਪੀਰ ਹਨ, ਇਹ ਮਹਾਰਾਜ ਨੇ ਸਿਖਾਇਆ ਹੈ ਸਾਨੂੰ। ਪਰ ਸਾਡੀ ਜ਼ਿੰਦਗੀ ਰਹੀ ਨਹੀਂ ਨਾ, ਉਹ ਵਾਲੀ ਡਰ ਦੀ ਜ਼ਿੰਦਗੀ ਆ ਗਈ ਹੈ ਸਾਡੇ ਅੰਦਰ। ਸਾਡੇ ਉਹਨਾਂ ਦੀ ਲਾਈਫ ਨੂੰ ਇਹ ਵਾਲੇ ਐਸਪੈਕਟ ਅਸੀਂ ਬਾਹਰ ਨਿਕਾਲ ਕੇ ਦੱਸ ਨਹੀਂ ਸਕੇ ਨਾ ਦੁਨੀਆ ਕਿਸ ਤਰ੍ਹਾਂ ਦੀ ਲਾਈਫ ਉਹਨਾਂ ਦੀ ਬਿਤਾਈ। ਬਟ ਆਈ ਐਮ ਗੋਇੰਗ ਟੂ ਡੂ ਇਟ ਥੋ, ਆਈ ਮੇਡ ਅ ਪੁਆਇੰਟ ਕਿ ਚਾਹੇ 2 ਸੈਸ਼ਨ ਲੱਗਣ, ਚਾਹੇ 3 ਸੈਸ਼ਨ ਲੱਗਣ, ਮਹਾਰਾਜ ਦੀ ਜ਼ਿੰਦਗੀ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ, ਉਹਨਾਂ ਦੀ ਔਰ ਉਹਨਾਂ ਦੀ ਲਾਈਫ ਦੀ ਅਕੰਪਲਿਸ਼ਮੈਂਟਸ, ਤੇ ਉਹਨਾਂ ਦੀ ਲਾਈਫ ਦੀਆਂ ਸਟਰਗਲ, ਲੈਟ ਐਵਰੀਬਡੀ ਨੋ ਵਾਟ ਦੇ ਵੈਂਟ ਥਰੂ, ਵਾਟ ਹੀ ਵੈਂਟ ਥਰੂ। ਹਾਂਜੀ, if anybody has anything to say, ਜੀ comments, ਹਾਂਜੀ ਸਿਮਰਨ ਦੀਦੀ। ਹਾਂਜੀ ਨਹੀਂ, ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਜਦੋਂ ਤੁਸੀਂ ਪੜ੍ਹੋ ਨਾ ਉਸ ਦੇ ਬਾਰੇ, ਜਿਵੇਂ ਭੀਮ ਚੰਦ ਦੇ ਬਾਰੇ ਆਉਂਦੀ ਹੈ, so many times he comes, he wants to join, ਫਿਰ ਮਾਫੀ ਮੰਗ ਕੇ ਜਦੋਂ ਮਰ ਜਾਂਦਾ ਫਿਰ ਚਲ ਜਾਂਦਾ ਹੈ, ਫਿਰ ਉਹ ਕਰ ਜਾਂਦਾ ਹੈ। ਮਤਲਬ ਕਿ ਇਹ ਕੋਈ ਗੁਰੂ ਸਾਹਿਬ ਤੋਂ ਕੋਈ ਛੁਪੀ ਹੋਈ ਗੱਲ ਥੋੜੀ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀ, ਉਹਨਾਂ ਨੂੰ ਜਾਣੀ ਜਾਣ ਸੀ ਵੀ ਉਹਨਾਂ ਦੀਆਂ ਇੰਟੈਂਸ਼ਨਸ ਕੀ ਨੇ, and why he does that. ਇਹ ਜਿਹੜੇ ਕੌਤਕ ਸੀ, that had to lead to what his purpose was in his life. ਕਿਉਂਕਿ ਉਹ ਕੁਛ ਤੇ ਮੋਹਰੇ ਬਣਨੇ ਸੀ ਨਾ, ਬਣਨ ਵਾਸਤੇ, ਨਹੀਂ ਤੇ ਕੋਈ ਇਹ ਥੋੜੀ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਵੀ ਇਹ ਹੈਗੇ ਨੇ ਧੋਖੇਬਾਜ਼ ਨੇ, ਕਰਦੇ ਨੇ, ਬਾਰ-ਬਾਰ ਕਰਦੇ ਨੇ, ਤੇ ਉਹਨਾਂ ਨੂੰ ਮਤਲਬ ਪਤਾ ਨਹੀਂ ਸੀ। ਗੁਰੂ ਸਾਹਿਬ ਤੇ ਜਾਣ ਸੀ, ਉਹਨਾਂ ਨੂੰ ਸਭ ਕੁਝ ਪਤਾ ਸੀ। ਬਿਲਕੁਲ this had to happen, he had to show it to people, ਬਿਲਕੁਲ, ਕਿ this is what you are dealing with, this is how people are, and ਮੈਂ ਉਹ ਜਾਣਦੇ ਨੇ, ਉਹਦੀ ਸਪਿਰਿਟ ਦੇ ਵਿੱਚ ਉਹਨਾਂ ਨੇ ਉਹ ਖਾਲਸਾ ਪੰਥ ਜਿਹੜੀ ਸਾਜਨਾ ਕਰਨੀ ਸੀ, ਜਿਹੜੀ ਉਹ ਦ੍ਰਿੜਤਾ ਅੰਦਰ ਲਿਆਣੀ ਸੀ, ਉਹ ਉਹਨਾਂ ਨੇ ਆਪਣੇ ਆਪ ਦਿਖਾ ਕੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਅੰਦਰੋਂ ਆਏ, ਇਹ ਨਹੀਂ ਕਿ ਬਈ ਉਹਨਾਂ ਨੇ ਕੋਈ ਫੋਰਸ ਕੀਤਾ ਕਿਸੇ ਨੂੰ। ਸੋ ਦਿਸ ਵਾਜ਼, ਇਹ ਵੀ ਗੁਰੂ ਸਾਹਿਬ ਦਾ ਕੌਤਕ ਸੀ ਨਾ, ਜਿਸ ਕਰਮ ਵਾਸਤੇ ਉਹ ਆਏ ਨੇ, ਜਿਹੜਾ ਦੁਸ਼ਟ ਦਮਨ ਬਣ ਕੇ ਆਏ ਨੇ, ਉਹ ਉਸਨੂੰ ਅਚੀਵ ਕਰਨ ਵਾਸਤੇ ਇਸ ਚੀਜ਼ ਦੀ ਬੜੀ ਲੋੜ ਸੀ। ਤੇ ਸਾਨੂੰ ਲੱਗਦਾ ਕਿ ਵੀ ਉਹ ਇੰਜ ਕਰਦੇ ਸੀ, ਪਹਾੜੀ ਰਾਜੇ ਇੰਜ ਕਰਦੇ ਸੀ, ਗੁਰੂ ਸਾਹਿਬ ਤੇ ਜਾਣਦੇ ਸੀ ਸਭ ਕੁਝ, ਉਹਨਾਂ ਵਾਸਤੇ ਕੁਝ ਛੁਪਿਆ ਥੋੜੀ ਸੀ, he knew it. So I just wanted to. And to add to what Simran Didi said, let me, and we will go through that also after the battle at Bangani. 2 ਸਾਲ ਬਾਅਦ ਨਦੌਣ ਦੀ ਜੰਗ ਹੁੰਦੀ ਹੈ, ਉਹ ਮੈਂ ਡਿਸਕਸ ਕਰਾਂਗਾ ਤੁਹਾਡੇ ਨਾਲ। ਤੇ ਨਦੌਣ ਦੀ ਜੰਗ ਬਾਰੇ ਮਹਾਰਾਜ ਆਪ ਲਿਖਦੇ ਹਨ, ਭੀਮ ਚੰਦ ਚੱਲ ਕੇ ਆਂਦਾ ਹੈ ਮਹਾਰਾਜ ਕੋਲੋਂ, ਮਹਾਰਾਜ ਸਾਡੀ ਮਦਦ ਕਰੋ, ਆਲਿਫ ਖਾਨ ਦੀਆਂ ਫੌਜਾਂ ਸਾਡੇ ਸਿਰ ਤੇ ਚੜੀਆਂ ਹੋਈਆਂ। ਹੁਣ ਆਪਣੇ ਤੇ ਫਿਕਰ ਪਈ ਜਦੋਂ ਉਸਨੂੰ, ਆਪਣਾ ਰਾਜ ਜਦੋਂ ਡਗਮਗਾਦਾ ਨਜ਼ਰ ਆਇਆ, ਤੇ ਫਟੋਫਟ ਪਹੁੰਚਿਆ ਅਨੰਦਪੁਰ ਸਾਹਿਬ, ਬੜੀਆਂ ਕੀਤੀਆਂ ਇਹਨਾਂ ਨੇ। ਜਦੋਂ ਆਪਣੇ ਤੇ ਜਦੋਂ ਬੈਟਲ ਖਤਮ ਹੋਣ ਤੋਂ ਬਾਅਦ ਫਿਰ ਮੁਕਰ ਗਿਆ, ਜਿਤਾ ਦਿੱਤਾ ਮਹਾਰਾਜ ਨੇ। ਮਹਾਰਾਜ ਨੂੰ ਉਸ ਵੇਲੇ ਤੇ ਰੋਸ ਆਇਆ ਬੜਾ ਵੀ ਦੇਖੋ ਵੀ ਇਹ ਹੁਣੇ ਅਸੀਂ ਇਹਦੀ ਹੈਲਪ ਕੀਤੀ ਹੈ ਤੇ ਹੁਣੇ ਹੀ ਸਾਡੇ ਖਿਲਾਫ, ਕਿਉਂਕਿ ਡਰ ਸੀ ਨਾ ਮੁਗਲਾਂ ਦਾ, ਔਰੰਗਜ਼ੇਬ ਦਾ ਡਰ ਬੜਾ ਸੀ ਕਿ ਸਾਨੂੰ ਕਿਧਰੇ ਸਾਡਾ ਰਾਜ ਕੁਛ ਨਾ ਜਾਏ,
ਸਾਡੀ ਰਾਜ ਭਾਗ ਚਲਾ ਨਾ ਜਾਏ ਕਿਧਰੇ. So anyway, that's why it's important to understand this part of Sikh history though. It's very important to know ਕਿ ਇਹ what led up to the 1699 ਦੇ ਜੋ ਕੋਤਕ ਉਹਨਾਂ ਨੇ ਉੱਥੇ ਜੋ ਹੋਇਆ, ਜੋ ਉਹ ਤੇ ਹੋਣਾ ਹੀ ਹੋਣਾ ਸੀ. ਉਹ ਤੇ ਮੈਂ 9 ਸਾਲ ਦੀ ਉਮਰ ਵਿੱਚ ਕਹਿਤਾ ਸੀ ਨਾ ਉਹਨਾਂ ਨੇ ਕਿ ਮੈਂ ਚਿੜੀਆਂ ਨਾਲ ਬਾਜ਼ ਲੜਾ ਦਿਆਂਗਾ, ਮੈਂ ਇਹ ਜੀ ਕੌਮ ਪੈਦਾ ਕਰਾਂਗਾ ਜਿਹੜੀ ਲੜ ਜਾਣਗੇ ਇਹਨਾਂ ਨਾਲ. ਤੇ ਉਹ ਫਿਰ ਕਰਨਾ ਸੀ ਨਾ ਕੰਮ ਉਹਨਾਂ ਨੇ. ਤੇ 1708 ਵਿੱਚ ਸ਼ਹੀਦੀ 1708 ਵਿੱਚ ਜੋਤੀ ਜੋਤ ਸਮਾਉਂਦੇ ਹਨ ਤੇ 1708 ਤੋਂ ਲੈ ਕੇ ਤੇ 1772 ਤੱਕ ਤੋਂ ਬਹੁਤੇ ਸਾਲ ਤੇ ਨਹੀਂ ਹੋਏ, ਕੋਈ 60-62 ਸਾਲ ਹੀ ਹੋਏ ਖਾਲੀ. 60-62 ਸਾਲਾਂ ਵਿੱਚ ਸਿੱਖਾਂ ਨੇ ਮੁਗਲਾਂ ਦੀਆਂ ਜੜ੍ਹਾਂ ਪੁੱਟ ਕੇ ਪੰਜਾਬ ਤੋਂ ਰੱਖ ਦਿੱਤੀਆਂ. I mean it pulled by the ਨਹੀਂ ਕਹਿੰਦੇ ਨਾ ਕਿਸੇ ਪੇੜ ਨੂੰ ਕੱਟਣਾ ਹੋਵੇ ਤੇ ਉਹਨਾਂ ਦੀਆਂ ਜੜ੍ਹਾਂ ਨੂੰ ਪੁੱਟਣਾ ਪੈਂਦਾ, ਉਹਨਾਂ ਦੀ ਰੂਟ ਤੱਕ ਜਾਣਾ ਪੈਂਦਾ. ਤੇ ਮੁਗਲਾਂ ਦੀਆਂ ਜੜ੍ਹਾਂ ਹਿੰਮਤ ਨਹੀਂ ਪਈ ਉਹਨਾਂ ਦੀ ਆਉਣ ਦੀ ਵਾਪਸ. ਕਿਸੇ ਨੇ ਦੇਖਿਆ ਤੇ ਨਹੀਂ ਪੰਜਾਬ ਦੀ ਤਰਫ ਮੂੰਹ ਕਰਕੇ ਵਾਪਸ. ਸੋ ਇਹ ਸਾਡਾ ਵਿਰਸਾ ਹੈ, ਇਹ ਸਾਡੀ ਹਿਸਟਰੀ ਹੈ. ਔਰ ਇਸ ਵਿਰਸੇ ਨਾਲ ਹਰ ਸਿੱਖ ਨੂੰ ਜਾਣੂ ਹੋਣਾ ਹੈ, ਹਰ ਸਿੱਖ ਨੂੰ ਪਛਾਣਨਾ ਹੈ ਕਿ ਵਿਰਸਾ ਕੀ ਹੈ. ਅੱਜ ਕੱਲ ਨਹੀਂ ਪੜ੍ਹਾਉਂਦੇ ਅਸੀਂ ਆਪਣੇ ਸਕੂਲਾਂ ਵਿੱਚ, ਪੰਜਾਬ ਦੇ ਸਕੂਲਾਂ ਵਿੱਚ ਇਹ ਹਿਸਟਰੀ ਨਹੀਂ ਪੜ੍ਹਾਈ ਜਾਂਦੀ ਹੈ. ਇਹ ਵੀ ਪੋਲੀਟੀਕਲ ਥਾਟ ਹੈ, ਜੋ ਮਰਜ਼ੀ ਕਹੋ, ਪਰ ਅਸੀਂ ਆਪ ਤੇ ਪੜ੍ਹ ਸਕਦੇ ਹਾਂ. ਇਨਫ ਮਟੀਰੀਅਲ ਇਜ਼ ਅਵੇਲੇਬਲ. ਹਾਂਜੀ, ਸੋ ਸੁਰਿੰਦਰ ਜੀ ਇੱਕ ਚੀਜ਼ ਹੋਰ ਇਨਕਲੂਡ ਕਰ ਸਕੋਗੇ ਕਿ ਤੁਸੀਂ ਜਿਵੇਂ ਉਹ ਛੋਟਾ ਕੱਲੂਕਾਰਾ, ਵੱਡਾ ਕੱਲੂਕਾਰਾ ਦੱਸਿਆ ਸੀ ਨਾ, ਉਦੋਂ ਬਾਅਦ ਬੜੀ ਵਾਰੀ ਮਨ ਵਿੱਚ ਖਿਆਲ ਆਇਆ ਕਿ ਗੁਰੂ ਸਾਹਿਬ ਨੇ ਕਿਵੇਂ ਉਹਨਾਂ ਨੂੰ, ਸਿੱਖਾਂ ਨੂੰ ਇੰਨੀ ਅਣਖ ਦਿੱਤੀ, ਕਿਵੇਂ ਉਹਨਾਂ ਨੂੰ ਇੰਨਾ ਸਟਰੋਂਗ ਬਣਾਇਆ ਤੇ ਕਿਵੇਂ ਉਹਨਾਂ ਨੇ ਇੰਨੀ ਦ੍ਰਿੜਤਾ ਦਿੱਤੀ. ਇਹ ਇਨਕਲੂਡ ਕਰਕੇ ਦੱਸੋਗੇ ਕਿਸੇ when we go through his life sketch though, ਤੁਸੀਂ ਮੈਂ ਉਹਨਾਂ ਦੇ ਸਾਰੇ ਦੇ ਲਾਈਫ ਦੇ ਇਵੈਂਟ ਕ੍ਰੋਨੋਲੋਜੀਕਲੀ ਕਵਰ ਕਰਨੇ ਹਨ, ਔਰ ਜਿਤਨੀ ਡੈਪਥ ਵਿੱਚ ਹੋ ਸਕਿਆ ਉਤਨੀ ਡੈਪਥ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ. ਤੇ ਉਹ ਆਪਣੇ ਆਪ ਹੀ ਉਹ ਸਾਰੇ ਫੈਕਟ ਸਾਹਮਣੇ ਆ ਜਾਣਗੇ ਸਾਰੇ. ਕਿ ਉਦੋਂ ਤੇ ਹੈ ਹੀ ਸੀ, ਮੈਨੂੰ ਲੱਗਦਾ ਕਿ ਹੁਣ ਵੀ ਹੋਣੀ ਬੜੀ ਲੋੜ ਹੈ. ਬਿਲਕੁਲ ਹੈ ਲੋੜ, ਕਿਉਂਕਿ ਜਦੋਂ ਮੈਂ ਗੁਸਤਾਖੀ ਕਰ ਰਹੀ ਹਾਂ, ਪਰ ਸੱਚੀ ਮੁੱਚੀ ਗੁਰਦੁਆਰੇ ਜਾ ਕੇ ਨਾ ਦੁੱਖ ਲੱਗਦਾ ਕਿ ਅਸੀਂ ਗੁਰਦੁਆਰਿਆਂ ਨੂੰ ਇੱਕ ਸੋਸ਼ਲ ਕਲੱਬ ਬਣਾ ਲਿਆ. ਅੰਦਰ ਬੈਠ ਕੇ ਸੁਣਨ ਨੂੰ ਕੋਈ ਕੁਝ ਵੀ ਤਿਆਰ ਨਹੀਂ ਹੁੰਦਾ ਤੇ ਸਿਰਫ ਬਾਹਰ ਬੈਠ ਕੇ ਗੱਪਾਂ ਮਾਰੀਆਂ ਜਾਂ ਲੰਗਰ ਕਿੱਡਾ ਕੁ ਵਧੀਆ ਬਣਿਆ ਹੈ ਉਹ ਖਾ ਕੇ ਘਰ ਆ ਗਏ. ਐਂਡ that was not the purpose of gurdwaras. ਚਲੋ ਸੋ ਇਹ ਕਿ ਤੁਸੀਂ ਜੋ ਕਰ ਰਹੇ ਹੋ ਨਾ, ਤੁਸੀਂ ਇੰਨੀ ਵੱਡੀ ਸੇਵਾ ਕਰ ਰਹੇ ਹੋ. COVID for us, it is a like of blessing. We would have missed all this. ਮੈਂ ਵੀ ਇਸ ਗੱਲ ਮੈਂ ਸੋਚਦਾ ਹੁੰਦਾ ਕਿ ਜਦੋਂ ਗੁਰਦੁਆਰੇ ਦੀ ਦੁਆਰ ਨਹੀਂ ਯੂ ਵੈਲਕਮ ਦੀਦੀ. ਤੇ ਹੁਣ ਤੁਸੀਂ ਇੱਕ ਗੱਲ ਹੋਰ ਕਹੀਏ ਕਿ 2-3 ਹਫ਼ਤਿਆਂ ਬਾਅਦ ਸ਼ਾਇਦ ਨਾ ਹੋਵੇ ਜ਼ੂਮ. ਨਹੀਂ ਮੈਂ ਨਹੀਂ ਗੱਲ ਕਹੀ, ਮੇਰੇ ਮਨ 'ਚ ਆਂਦੀ ਹੈ ਗੱਲ ਕਿ ਜਦੋਂ ਕੋਵਿਡ ਦੂਰ ਹੋ ਜਾਏ ਕਿਧਰੇ ਤੇ ਫਿਰ ਜਦੋਂ ਗੁਰਦੁਆਰੇ ਵਾਪਸ ਜਾਵਾਂ ਤੇ ਮੈਨੂੰ I will need a setup there in the ਗੁਰਦੁਆਰਾ for the Zoom. ਸੋ ਮੈਂ ਉਸ ਬਾਰੇ ਗੱਲ ਕਰ ਰਿਹਾ ਸੀ. ਸੋ ਉਹ ਫਿਰ ਮੇਰੇ ਮਨ 'ਚ ਇੱਕ ਪਤਾ ਨਹੀਂ ਕਿਉਂ ਖਿਆਲ ਆਉਂਦਾ ਹੈ ਕਿ ਯਾਰ ਕੋਵਿਡ ਜਾਣ ਤੋਂ ਪਹਿਲੇ ਜਿਹੜੀਆਂ ਇੰਪੋਰਟੈਂਟ ਗੱਲਾਂ ਜਿਹੜੀਆਂ ਹੈ. I agree with you. Somebody is trying to say something, but I think ਉਹਦੀ ਆਵਾਜ਼ ਮੈਨੂੰ ਨਹੀਂ ਆ ਰਹੀ ਠੀਕ. Somebody is trying to say something, but maybe you can try one more time. ਹਾਂ, ਪਰ ਇਹ ਬੰਦ ਨਾ ਕਰਨਾ ਹੈ ਤੇ ਸਾਡੇ ਲਈ, ਤੁਹਾਨੂੰ ਨਹੀਂ ਪਤਾ ਕਿੰਨੇ ਸਾਰੇ ਸਭ ਲਈ ਜਿਹੜੇ ਤੁਹਾਨੂੰ ਸੁਣਦੇ ਨੇ ਨਾ, ਇਹ ਜ਼ਿੰਦਗੀ ਦਾ ਇਹ ਬੜਾ ਵੱਡਾ ਖੱਪਾ ਤੁਸੀਂ ਪੂਰਾ ਕਰ ਰਹੇ ਹੋ. Thank you, Didi. And we appreciate that sincerely from bottom of our heart. Thank you. ਨਹੀਂ ਮੈਂ ਉਹਨਾਂ ਦੀ ਲਾਈਫ ਨੂੰ ਮੈਂ ਡੈਫੀਨਿਟਲੀ, ਐਂਡ ਕਿਸੇ ਨੇ ਕੋਈ ਪਾਰਟਿਕੂਲਰ ਚੀਜ਼ ਕੋਈ, ਔਰ ਇੱਕ ਸੈਸ਼ਨ ਉਹਨਾਂ ਦੀ ਬਾਣੀਆਂ ਦੇ ਉੱਤੇ ਵੀ ਹੋਏਗਾ, ਉਹ ਮੈਂ ਅਲੱਗ ਕਰਾਂਗਾ ਉਹਨਾਂ ਦੀਆਂ ਰਾਈਟਿੰਗਸ ਦੇ ਉੱਤੇ, ਯੂ نو, ਐਂਡ ਕੀ ਲਿਖਿਆ ਉਹਨਾਂ ਨੇ. ਚਾਹੇ ਦੇਖੋ ਮੈਂ ਹੈਰਾਨ ਰਹਿ ਜਾਂਦਾ ਕਿ ਆਪ ਨਹੀਂ ਬਿਲੀਵ ਕਰਨਾ ਰਾਮ ਤੇ ਕ੍ਰਿਸ਼ਨ ਵਿੱਚ, ਆਪ ਨਹੀਂ ਬਿਲੀਵ ਕਰਦੇ ਗਣੇਸ਼ ਵਿੱਚ, ਆਪ ਨਹੀਂ ਬਿਲੀਵ ਕਰਦੇ ਮਹਾਭਾਰਤ ਵਿੱਚ, ਲੇਕਿਨ ਉਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ, ਉਹਨਾਂ ਨੂੰ ਪ੍ਰੇਰਣਾ ਦੇਣ ਵਾਸਤੇ, ਉਹਨਾਂ ਨੂੰ ਸਮਝਾਉਣ ਵਾਸਤੇ ਕਿ ਦੇਖੋ ਜੀ ਰਾਮ ਕੌਣ ਹਨ ਤੇ ਕ੍ਰਿਸ਼ਨ ਕੌਣ ਹਨ ਤੇ ਕਿੱਥੋਂ ਤੁਸੀਂ ਆਏ ਹੋ, ਕਿੱਥੋਂ ਤੁਸੀਂ ਕਿਹੜੀ, ਤੁਸੀਂ ਤੁਹਾਡੇ ਪੂਰਵਜ ਕੌਣ ਸਨ, ਤੁਹਾਡੇ ਕੌਣ ਸੀ ਅਰਜੁਨ, ਕੌਣ ਸੀ ਭੀਮ, ਕੌਣ ਸੀ ਦੁਰਯੋਧਨ, ਕੌਣ ਸੀ ਦ੍ਰੋਣਾਚਾਰਿਆ, ਕਿਤਨੇ ਵੱਡੇ ਸੂਰਮੇ ਪੈਦਾ ਹੋਏ ਹਨ ਇਸ ਕੰਟਰੀ ਵਿੱਚ
ਤੇ ਹੁਣ ਤੁਹਾਡੀ ਸੁਰਮਤਾ ਕਿੱਥੇ ਗਈ? ਤੁਹਾਡੀ ਕਿੱਥੋਂ, ਕਿਉਂ ਤੁਸੀਂ ਗੁਲਾਮੀ ਵਿੱਚ ਹੋ? ਤੇ ਮੈਂ ਰਾਮ ਅਵਤਾਰ ਦੀਆਂ ਉਹ ਲਾਸਟ ਲਾਈਨਾਂ ਮੈਂ ਤੁਹਾਨੂੰ ਸੁਣਾਵਾਂਗਾ ਜਦੋਂ ਮਹਾਰਾਜ ਪੂਰੀ ਕਥਾ ਰਾਮਾਇਣ ਦੀ ਟ੍ਰਾਂਸਲੇਟ ਕਰਦੇ ਹਨ ਤੇ ਕਹਿੰਦੇ ਹਨ ਲਾਸਟ ਵਿੱਚ ਇਹ ਵੀ ਕਹਿ ਦਿੰਦੇ ਹਨ ਕਿ ਇਹ ਰਾਈਟ ਕੌਣ ਸੀ ਤੇ ਰੌਂਗ ਕੌਣ ਸੀ, ਤੇ ਇਹਦੇ ਚੱਕਰਾਂ 'ਚ ਮੈਂ ਨਹੀਂ ਪੈਂਦਾ। ਮੈਂ ਤੁਹਾਨੂੰ ਸੁਣਾਵਾਂਗਾ, ਮੈਂ ਉਹਨਾਂ ਦੀ ਲੈਂਗੁਏਜ ਤੁਹਾਨੂੰ ਸੁਣਾਵਾਂਗਾ। ਬ੍ਰਦਰ ਰਾਮ ਰਾਈਟ ਸੀ ਕਿ ਰਾਵਣ ਰਾਈਟ ਸੀ, ਉਹ ਮੇਰਾ ਇਸ਼ੂ ਨਹੀਂ ਹੈ। ਉਹ ਮੇਰਾ ਉਹ ਤੁਸੀਂ ਉਹ, ਕਿਉਂਕਿ ਉੱਥੇ ਵਰਡ ਜਿਹੜੇ ਰਾਸ ਦੇ ਐਂਡ ਵਿੱਚ ਵਰਡ ਆਏ ਹਨ, ਉਹ ਉੱਥੇ ਵਰਡ ਆਏ ਹਨ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ। ਇਹ ਰਾਮ ਅਵਤਾਰ ਦੇ ਐਂਡ ਵਿੱਚ ਆਏ ਹਨ ਵਰਡ। ਅਸੀਂ ਨਹੀਂ ਮੰਨਦੇ ਰਾਮ ਨੂੰ, ਮੰਨਦੇ ਨਹੀਂ ਹੈ, ਪਰ ਤੁਹਾਨੂੰ ਤਾਂ ਸਮਝਾਈਏ ਨਾ ਵੀ ਤੁਸੀਂ ਕਿਉਂ ਆਪਣੀ ਜ਼ਿੰਦਗੀ ਡਰ ਦੇ ਵਿੱਚ ਜਿੰਦੇ ਪਏ ਹੋ? ਤੁਸੀਂ ਨਹੀਂ ਹੋ ਉਂਝਦੇ। ਹਿੰਦੂਆਂ ਵਿੱਚ ਵੀ ਬੜੇ ਵੱਡੇ ਸੂਰਬੀਰ ਪੈਦਾ ਹੋਏ ਹਨ, ਤੁਸੀਂ ਆਪਣੀ ਹਿਸਟਰੀ ਨੂੰ ਪਹਿਚਾਣੋ। ਦੇਖੋ ਮਹਾਰਾਜ ਨੇ ਕਿਤਨੇ ਵੱਡੇ ਉਪਕਾਰ ਕੀਤੇ ਹਨ, ਕਿਤਨੇ ਉਪਕਾਰੀ ਹਿਰਦਾ ਹੈ ਮਹਾਰਾਜ ਦਾ। ਕੌਣ ਲਿਖਦਾ ਹੈ ਦੂਸਰੇ ਧਰਮਾਂ ਬਾਰੇ? ਕੌਣ ਲਿਖੇਗਾ ਉਹਨਾਂ ਨੂੰ ਸਮਝਾਉਣ ਵਾਸਤੇ, ਉਹਨਾਂ ਦੀ ਧਰਮ ਬਾਰੇ? ਕੌਣ ਇਤਨਾ ਐਫਰਟ ਕਰੇਗਾ? ਕਿਤਨਾ ਉਪਕਾਰੀ ਹਿਰਦਾ ਹੈ, ਕਿਤਨੇ ਉਪਕਾਰੀ ਹਨ, ਪਰ ਨਹੀਂ ਸਮਝ ਸਕਦੇ। ਇਹ ਇਸ ਪਾਰਟ ਆਫ ਉਹਨਾਂ ਦੀ ਇਸ ਉਪਕਾਰੀ ਹਿਰਦੇ ਨੂੰ ਜਾਣ ਨਹੀਂ ਸਕੇ ਅਸੀਂ, ਜੋ ਪੌਂਟਾ ਉਹਨਾਂ ਨੇ ਲਿਖ ਕੇ ਕੀਤਾ ਸਾਰਾ ਕੰਮ। ਬਟ I will go through it and I'll make sure that at least ਜਿਹੜੇ whoever signs up on these Sunday sessions are well aware of what went on in those days. ਹਾਂਜੀ, anybody else has any questions? Otherwise I'm going to end the class in a minute or two. Please speak up though if somebody has something to say. ਵੀਰ ਜੀ ਤੁਹਾਡਾ ਧੰਨਵਾਦ ਕਰਨਾ ਸੀ ਅਗੇਨ, ਕੋਟ ਧੰਨਵਾਦ ਕਿ ਤੁਸੀਂ you helped us travel from 970s to 2021 and brought out this beautiful chapter within our history, and ਜਿੱਥੋਂ ਸਾਡੀ ਹੋਂਦ ਸ਼ੁਰੂ ਹੋਈ ਔਰ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਐਗਜ਼ਾਮਪਲ, I mean ਇਹ ਤੇ centuries and eons ਲੱਗ ਜਾਣੇ ਹੈ ਕਿ ਇਹ ਐਗਜ਼ਾਮਪਲ ਜਿਹੜਾ ਹੈਗਾ will be the example to follow for the whole world. So ਉਸ ਚੀਜ਼ ਦਾ ਤੁਸੀਂ ਸਾਨੂੰ ਐਗਜ਼ਾਮਪਲ ਦੇ ਰਹੇ ਹੋ ਔਰ ਇੰਨਾ ਬਿਊਟੀਫੁਲੀ ਤੁਸੀਂ ਪ੍ਰੈਜ਼ੈਂਟ ਕੀਤਾ। ਇਨ ਬਿਟਵੀਨ ਤੁਸੀਂ ਜਿਹੜਾ ਕਰੰਟ ਸਿਚੁਏਸ਼ਨ ਚੱਲ ਰਹੀ ਹੈ ਕਿ ਕਰੰਟ ਜੋ ਇਸ ਮੈਸੇਜ ਨੂੰ ਤੋੜ ਮਰੋੜ ਕੇ for purposes of self like ਜਿਹੜੇ purposes ਜਿਹੜੇ ਹੋਰ ਨੇ ਉਹਨਾਂ ਦਾ ਵੀ ਤੁਸੀਂ ਜ਼ਿਕਰ ਕੀਤਾ ਹੈ, and I'm aware of ways and means by which that is being tried to be done. And so ਔਰ ਪਰ ਇਹ ਹੁੰਦਾ ਆਇਆ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦਿੱਤੀ ਹੈ from 1500 1600s, ਇਹ ਸੇਮ ਚੀਜ਼ ਜਿਹੜੀ ਹੈਗੀ ਹੈ ਜੋ ਇਸ ਵੇਲੇ ਹੋ ਰਹੀ ਹੈ, ਜਿਸ ਤਰ੍ਹਾਂ ਕਿ ਇਸ ਵੇਲੇ ਤੋੜ ਮਰੋੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸ਼ੁਰੂ ਤੋਂ ਹੀ ਹੁੰਦੀ ਆ ਰਹੀ ਹੈ ਐਂਡ ਹੁੰਦੀ ਰਹਿਣੀ ਹੈ। ਸੋ ਪਰ ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦੇ ਕੇ ਹਿਸਟਰੀ ਸਮਝਾ ਰਹੇ ਹੋ, ਇਹ ਹੀ ਤਰੀਕਾ ਹੈਗਾ that we can preserve and share our wealth with not just our kids but the whole world. And so ਤੁਹਾਡਾ ਬਹੁਤ ਧੰਨਵਾਦ ਹੈ, and all power to you and to the Sangat. Thank you Virji, thank you for the encouraging words. Thank you ji. ਸੁਰਿੰਦਰ ਜੀ ਤੁਸੀਂ ਜੈਸੀ ਨੂੰ ਜਾਣਦੇ ਹੋ? IGS ਨਾਲ ਦੇ ਪ੍ਰੋਗਰਾਮਸ ਵਿੱਚ ਬੋਲਦੀ ਹੁੰਦੀ ਸੀ ਨਾ, ਉਹਨੇ ਕਿਤਾਬਾਂ ਵੀ ਕੁਝ ਲਿਖੀਆਂ ਹੋਈਆਂ ਨੇ। ਹਾਂਜੀ ਮੈਂ ਮਿਲਿਆ ਹੋਇਆ ਇੱਕ ਅੱਧ ਵਾਰੀ। ਮੈਂ I mean I'm not very close or something, but ਮੈਂ ਮਿਲਿਆ ਹੋਇਆ ਇੱਕ ਦੋ ਵਾਰੀ। ਅੱਛਾ, ਮੈਂ ਨਾ ਉਹਨਾਂ ਨਾਲ ਗੱਲ ਕਰਕੇ ਨਾ ਤੁਹਾਡਾ ਨੰਬਰ ਉਹਨਾਂ ਨੂੰ ਦੇਣਾ ਚਾਹਾਂਗੀ। I wanted to listen to you ਕਿਉਂਕਿ ਉਹ ਵੀ ਮੈਸੇਜ ਬੜੀ ਸੋਹਣੀ ਤਰ੍ਹਾਂ ਕਨਵੇ ਅੱਗੇ ਕਰ ਸਕਦੀ ਹੈ ਤੁਸੀਂ ਜਿਹੜਾ ਦਿੰਦੇ ਹੋ। Oh, thank you. Yeah, if you can include her, that will be great. Sure, no problem. ਮੈਨੂੰ because ਸਾਰੇ included ਜੀ ਮੇਰੇ, because nobody is not allowed to come or anything like that, but ਠੀਕ ਹੈ। ਮੈਨੇ ਕੀ ਹਿਸਟਰੀ ਦੀ ਜਾਣੂ, ਉਹਨਾਂ ਦੀ ਲਾਈਫ ਨਾਲ ਅਸੀਂ ਘੱਟ ਜਾਣੂ ਆ। somehow ਧੁੰਦਲਾਪਨ ਹੈ ਉਹਨਾਂ ਦੀ, ਬਸ ਥੋੜੀਆਂ ਬਹੁਤ ਚੀਜ਼ਾਂ ਪਤਾ ਹਨ। ਔਰ ਇੱਕ ਤੇ ਜਿਹੜੀ ਪਿਕਚਰ ਜਿਹੜੀਆਂ ਲੋਕ ਬਣਾਉਂਦੇ ਹਨ ਕਿ ਉਹ ਸਿਰਫ ਉਹਨਾਂ ਨੇ ਬਸ ਤਲਵਾਰ ਹੀ, ਬਸ ਖਾਲੀ ਯੁੱਧ ਹੀ ਲੜੇ ਨੇ, ਉਹਨਾਂ ਨੇ ਕੀਰਤਨ ਵਾਲਾ ਰੂਪ ਨਹੀਂ ਹੈ ਨਜ਼ਰ ਆਉਂਦਾ, ਪੋਇਟਿਕ ਵਾਲਾ ਰੂਪ ਨਹੀਂ ਨਜ਼ਰ ਆਉਂਦਾ, ਪਰਉਪਕਾਰੀ ਵਾਲਾ ਰੂਪ ਨਹੀਂ ਨਜ਼ਰ ਆਉਂਦਾ, ਉਹ ਆਰਟਿਸਟਿਕ ਵਾਲਾ ਰੂਪ ਨਜ਼ਰ ਨਹੀਂ ਆਉਂਦਾ। ਉਹ ਬਸ ਸਿਰਫ ਇੱਕ ਸਿੰਗਲ ਡਾਇਮੈਂਸ਼ਨ ਰੱਖਿਆ ਹੋਇਆ ਉਹਦਾ। ਔਰ ਉਹਨਾਂ ਦੀਆਂ
ਇਹ ਚੇਤੇ ਰਹੇ ਸਾਰਿਆਂ ਨੂੰ, I want to repeat this again though, ਕਿ ਉਹਨਾਂ ਦੀ ਉਮਰ ਸਿਰਫ 42 years ਦੀ ਏਜ ਸੀ ਜਦੋਂ ਜੋਤੀ ਜੋਤ ਸਮਾਏ ਹਨ। ਇਹ ਯਾਦ ਰਹੇ ਸਾਰਿਆਂ ਨੂੰ, ਇਹ ਗੱਲ, ਇਹ ਭੁੱਲੇ ਨਾ ਗੱਲ ਹੈ। ਹਾਂਜੀ, ਉਹਨਾਂ ਦੀ ਉਮਰ ਕੋਈ 100 ਸਾਲ ਦੀ ਉਮਰ ਨਹੀਂ ਸੀ ਕਿ ਇਤਨੀ ਜਿਹੜੀ ਅਚੀਵਮੈਂਟ ਜਿਹੜੀਆਂ ਉਹਨਾਂ ਨੇ ਕੀਤੀਆਂ, ਇਹ 42 ਸਾਲ ਦੀ ਉਮਰ ਦੇ ਵਿੱਚ ਇੱਥੋਂ ਜੋਤੀ ਜੋਤ ਸਮਾਏ ਹਨ। ਇਹ ਚੇਤਾ ਰਵੇ ਸਾਰਿਆਂ ਨੂੰ ਇਸ ਗੱਲ ਦਾ, ਇਹ ਭੁੱਲੇ ਨਾ ਗੱਲ ਹੈ। Most of us, when we are 42, we don't even know what we are doing. We don't know where we are going, what we are doing. ਤੇ ਇਹ ਗੱਲ ਯਾਦ ਰਵੇ ਸਾਰਿਆਂ ਨੂੰ ਕਿ ਉਹਨਾਂ ਦੀ ਉਮਰ ਕਿਤਨੀ ਛੋਟੀ ਉਮਰ ਵਿੱਚ ਉਹ ਇੱਥੋਂ ਚਲੇ ਗਏ ਇੱਥੋਂ, ਔਰ ਕੀ ਅਚੀਵਮੈਂਟਸ ਉਹਨਾਂ ਦੀ ਹੋਈਆਂ। ਔਰ 960 ਵਿੱਚ ਪੰਜਾਬ ਗੁਲਾਮ ਹੋਇਆ ਤੇ 1768 1770 ਕਈ 1771 ਮੰਗਦੇ ਹਨ, ਕਈ 1768 ਕਹਿੰਦੇ ਹਨ, doesn't matter which date you pick up, you know ਤੇ ਤੁਸੀਂ ਦੇਖ ਲਓ ਕਿ ਜਿਹੜੀ ਕੌਮ ਇਤਨੇ ਸਾਲ ਗੁਲਾਮ ਰਹੀ ਹੋਵੇ, ਜਿਹੜੀ ਕੌਮ ਇਤਨੇ ਸਾਲ ਗੁਲਾਮ ਰਹਿ ਕੇ ਉਸ ਗੁਲਾਮੀ ਦੀ ਜੰਜੀਰਾਂ 'ਚ ਬੰਨੀ ਹੋਵੇ, ਉਸ ਕੌਮ ਨੂੰ ਇਹਨਾਂ ਨੇ 70 ਸਾਲਾਂ ਦੇ ਅੰਦਰ 1699 ਦੀ ਵਿਸਾਖੀ ਤੋਂ ਲੈ ਕੇ 1770 ਤੱਕ 70 ਸਾਲਾਂ ਦੇ ਅੰਦਰ ਉਸ ਅੰਮ੍ਰਿਤ ਦੀ ਤਾਕਤ ਨੇ ਪੰਜਾਬ ਦੀ ਧਰਤੀ ਤੋਂ ਮੁਗਲਾਂ ਦੀਆਂ ਜੜ੍ਹਾਂ ਕੱਢ ਕੇ ਰੱਖ ਦਿੱਤੀਆਂ ਇਹਨਾਂ ਨੇ। This is not something to be lightly taken on. This is not something that we might not think that, but ਤੁਸੀਂ ਕਦੀ ਸੋਚਣਾ ਧਿਆਨ ਬਾਰੇ ਇਸ ਬਾਰੇ, after the class, just think about it for a second. What magic did he do though? What did he really, what happened though? So anyway, ਜੀ ਇੱਕ ਰਿਕੁਐਸਟ ਇਹ ਵੀ ਕਰਨੀ ਹੈ ਕਿ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਅਸੀਂ ਉਹ ਚੀਜ਼ਾਂ ਭੁੱਲ ਗਏ ਜਾਂ ਅਸੀਂ ਕਨਵੀਨੀਐਂਟਲੀ ਭੁੱਲ ਗਏ, ਜਿਹਦੇ ਕਰਕੇ ਮੈਂ ਹੁਣੇ ਕੋਈ ਗੱਲ ਕਰ ਰਹੇ ਸਨ ਕਿ ਉਹਨਾਂ ਦਾ ਟਾਈਮ, ਬਟ ਮੀਨਿੰਗ ਕਿ ਉਸ ਵੇਲੇ ਜਿਹੜੇ ਸਿੱਖ ਸਨ ਤੇ ਸਾਡਾ, when I hear ਕਿ ਉਹ ਤੇ ਅਸੀਂ, there seems to be a division, there seems to be a kind of a chasm between ਉਹ ਸਿੱਖ ਤੇ ਅਸੀਂ ਸਿੱਖ, and that I think is a very important thing for us mentally to think about, is ਕਿ ਅਸੀਂ ਉਹਨਾਂ ਸਿੱਖਾਂ ਨੂੰ ਆਪਣੇ ਨਾਲੋਂ ਕਿਸ ਤਰ੍ਹਾਂ ਡਿਵਾਈਡ ਕਰਤਾ। ਐਂਡ ਉਹਦੇ ਵਿੱਚ ਤੁਸੀਂ ਜਿਹੜੀ ਕਿੰਨੀ ਸੋਹਣੀ ਐਗਜ਼ਾਮਪਲ ਦਿੱਤੀ ਕਿ ਜਿਹੜੇ ਉਹ ਜਾ ਰਹੇ ਸਨ ਬੁੱਧਾ ਦਲ ਦੇ ਜਿਹੜੇ ਸਿੰਘ ਸਨ, ਤੇ ਉਹ ਕਹਿੰਦੇ ਕਿ ਸਾਡਾ ਪਿਓ ਤੇ ਗੁਰੂ ਗੋਬਿੰਦ ਹੈ, ਤੇ ਅਸੀਂ ਜਿਹੜਾ ਹੈਗਾ ਅਸੀਂ ਜਾਤਾਂ ਵਿੱਚ ਫੇਰ ਪੈ ਕੇ ਤੇ ਅਸੀਂ ਇੱਕ ਡਾਇਮੈਂਸ਼ਨ ਆਫ, ਜਿਵੇਂ ਤੁਸੀਂ ਹੁਣੇ ਮੈਂਸ਼ਨ ਕਰ ਰਹੇ ਸੀ ਕਿ ਇੱਕ ਵਾਰੀਅਰ ਦੀ ਡਾਇਮੈਂਸ਼ਨ ਨੂੰ ਹੀ ਜ਼ਿਆਦਾ ਤਵੱਜੋ ਦੇ ਕੇ ਬਾਕੀ ਡਾਇਮੈਂਸ਼ਨਸ ਨੂੰ ਕਿਵੇਂ ਅਸੀਂ ਛੱਡ ਦਿੱਤਾ ਹੈ। ਪਰ ਉਹਦੇ ਵਿੱਚ ਆਈ ਥਿੰਕ ਵੀ ਨੀਡ ਟੂ ਇੰਟਰੋਸਪੈਕਟ, ਜਿਵੇਂ ਤੁਸੀਂ, ਐਂਡ ਆਈ ਹੋਪ ਦੈਟ ਵੀਲ ਬੀ ਏਬਲ ਟੂ ਡੂ ਦੈਟ ਇਨ ਸਮ ਆਫ ਦ ਸੈਸ਼ਨਸ, ਇਜ਼ ਇੰਟਰੋਸਪੈਕਟ ਕਿ ਅਸੀਂ ਹਾਊ ਡਿਡ ਦਿਸ ਡਿਵੀਜ਼ਨ ਬਿਟਵੀਨ ਉਹ ਸਿੱਖ ਤੇ ਅਸੀਂ ਸਿੱਖ ਜਿਹੜਾ ਹੈਗਾ, so that will be a great thing where we can hopefully all contribute. Thank you ji. Thank you Vijay, we'll try to do that. Absolutely, yeah, absolutely. I echo that, Surinder ji, jo hune veer ji ne kiya na, I echo that. So many times I wonder ਕਿ ਅਸੀਂ ਕਿੱਥੇ ਆ ਗਏ ਹਾਂ, ਕਿੱਥੋਂ ਕਿੱਥੇ ਆ ਗਏ ਹਾਂ, ਜੋ ਗੁਰੂ ਸਾਹਿਬ ਨੇ ਬਣਾਇਆ ਸੀ। ਗੁਰਬਾਣੀ ਤੋਂ ਟੁੱਟਣ ਨਾਲ ਹੁੰਦੀਆਂ ਸਾਰੀਆਂ ਚੀਜ਼ਾਂ। ਹਾਂ ਯਾ, ਤੇ ਉਹ ਕਿਉਂ ਟੁੱਟੇ ਆ ਤੇ ਕਿਵੇਂ ਵਾਪਸ ਜੁੜ ਸਕਨੇ ਆ, ਹੈ ਨਾ? And you are doing amazing maybe job. maybe two of us will get encouraged, after listening to his life. ਮੇਰਾ ਤੇ ਗੋਲ ਹੈ ਕਿ not two, I think 70-80 ਬੰਦੇ ਇਕੱਠੇ ਹੁੰਦੇ ਆ, 2 4 5 ਵੀ ਅਗਰ ਇਹੋ ਜਿਹੇ ਹੋਵਣ ਜਿਨ੍ਹਾਂ ਦੇ ਮਨ ਵਿੱਚ ਇਹ ਲਾਲਸਾ ਪੈਦਾ ਹੋ ਜਾਵੇ ਉਹਨਾਂ ਬਾਰੇ ਜਾਣਨ ਦੀ, ਹੋਰ ਔਰ ਉਹ ਜਾਣੂ ਫਿਰ ਹੋ ਜਾਣ ਉਸ ਗੱਲ ਦੇ, ਤੇ ਉਹਨਾਂ ਨੂੰ ਦੇਖ ਕੇ ਆਪਣੀ ਲਾਈਫ ਜਿਹੜੀ ਹੈ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਲਾਈਫ ਨੂੰ ਬੈਟਰ ਕਰ ਲੈਣ ਅਗਰ, ਤੇ ਮੇਰੀ ਖੁਸ਼ੀ ਹੋਏਗੀ ਇਸ ਗੱਲ ਨੂੰ ਜੀ। ਮੈਂ ਹੁਣ ਫਤਿਹ ਬੁਲਾਉਣ ਲੱਗਾ ਜੀ ਸਾਰਿਆਂ ਨੂੰ, unless somebody else wants to say something. Surinder Veer ji, Satinder Singh here from Ghaziabad, Singh Wisdom Channel. Veer ji, first of all, thanks a lot for this special topic, because ਮੈਂ ਖੁਦ ਕਈ ਵਾਰ ਬੜਾ unclear feel ਕਰਦਾ ਸੀ, but ਜਦੋਂ ਕੋਈ ਇਹੋ ਜਿਹੀ ਕੋਈ discussion ਆਉਂਦੀ ਸੀ confusing, I would never
entertain myself. मैं ज़्यादा देर negativity च नहीं सी रहना चाहता, because किते ना किते भावना ਜਿਹੜੀ ਉਹ ਕਮਜ਼ੋਰ ਪੈਂਦੀ ਸੀ. But I'm sure ਕਿ ਤੁਹਾਡੇ ਜਿਹੜੇ 2-3-4 sessions ਹੋਣਗੇ, they will help me reconstruct ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੋ amazing contribution ਹੈਗਾ ਹੈ. ਪੌਂਟਾ ਸਾਹਿਬ ਦਾ ਮੈਂ ਮੈਸੇਜ ਪਾਇਆ ਸੀ ਤੇ ਮੈਂ ਹਮੇਸ਼ਾ ਜਾ ਕੇ I feel those vibes there. ਤੇ one just point ਮੇਰੇ ਮਾਈਂਡ 'ਚ ਆ ਰਿਹਾ ਹੈ ਵੀਰ ਜੀ ਕਿ was this ਇਹ ਜਿਹੜਾ ਰਿਬੈਲ ਅਸੀਂ ਡਿਸਕਸ ਕਰ ਰਹੇ ਸੀ from these ਪਹਾੜੀ ਰਾਜੇ and other, is it somewhere related to because ਗੁਰੂ ਸਾਹਿਬ ਨੇ ਕਿਤੇ ਨਾ ਕਿਤੇ ਪਖੰਡਵਾਦ ਦੇ ਜੋ ਹੈ ਆਪੋਜ਼ਿਟ ਕਾਫੀ ਚੀਜ਼ਾਂ ਨੂੰ ਪੇਸ਼ ਕੀਤਾ ਸੀ? ਦੂਸਰਾ, ਕਿਆ ਜਿਹੜੇ ਬਾਅਦ ਚੋਂ ਡੋਗਰਾਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੇ ਵੀ ਜਾ ਕੇ ਜੋ ਚੀਜ਼ਾਂ ਹੋਈਆਂ, ਸੋ ਇਜ਼ देयर अ ਲੀਨੇਜ ਟੂ ਅੰਡਰਸਟੈਂਡ somewhere? Dogra ਨਾਲ issue ਤੇ ਬਿਲਕੁਲ different ਸਨ ਵੀਰ ਜੀ. That is a totally different topic. I'll talk about that some other day though. But yes, ਪਹਾੜੀ ਰਾਜਿਆਂ ਨੂੰ ਕਾਸਟਿਜ਼ਮ ਨਾਲ ਵੀ ਬੜਾ ਇਸ਼ੂ ਸੀ, ਕਿਉਂਕਿ ਮਹਾਰਾਜ ਦੀ ਆਰਮੀ ਵਿੱਚ ਉਹਨਾਂ ਨੇ ਕਦੀ ਵਿਤਕਰਾ ਨਹੀਂ ਕੀਤਾ. ਉੱਥੋਂ ਵੀ ਇਸ਼ੂ ਸਨ ਉਹਨਾਂ ਨੂੰ. ਫਿਰ ਰਾਮਾਇਣ ਦੀ ਤੇ ਮਹਾਭਾਰਤ ਦੀ ਤੇ 24 ਅਵਤਾਰ ਦੀ ਤੇ ਚੰਡੀ ਕੀ ਵਾਰ ਵਿੱਚ ਉਹਨਾਂ ਨੇ ਆਪ ਬ੍ਰਾਹਮਣ ਨਹੀਂ ਸਨ, ਉਹਨਾਂ ਨੂੰ ਖੱਤਰੀ ਪਰਿਵਾਰ ਚ ਪੈਦਾ ਹੋਏ ਤੇ ਟ੍ਰੈਡੀਸ਼ਨਲ ਹਿੰਦੂਇਜ਼ਮ ਦੀ ਥਾਟ ਵਿੱਚ ਸਿਰਫ ਬ੍ਰਾਹਮਣ ਹੀ ਇਹਨਾਂ ਗੱਲਾਂ ਨੂੰ ਲਿਖ ਸਕਦਾ ਹੈ ਤੇ ਸਮਝਾ ਸਕਦਾ ਹੈ. ਉਸ ਗੱਲਾਂ ਤੋਂ ਵੀ ਤਕਲੀਫ ਸੀ ਉਹਨਾਂ ਨੂੰ, ਪਰ ਸਭ ਤੋਂ ਵੱਡੀ ਤਕਲੀਫ ਸੀ ਕਿ ਉਹਨਾਂ ਨੂੰ they were insecure ਸਨ ਅੰਦਰ. ਸਤਿੰਦਰ ਜੀ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸੀ ਕਿ ਇਨਸਿਕਿਉਰਿਟੀ ਤੋਂ ਸਾਰਾ ਕੁਝ ਪੈਦਾ ਹੁੰਦਾ ਹੈ. ਜਦੋਂ ਆਪਣਾ ਰਾਜ ਖਤਰੇ ਵਿੱਚ ਹੋਵੇ, ਫਿਰ ਮੁਗਲ ਗਵਰਨਮੈਂਟ ਤੋਂ ਵੀ ਪ੍ਰੈਸ਼ਰ ਹੈ. ਸੋਚ ਕੇ ਦੇਖੀ ਹੁਣ ਤੁਹਾਡੀ ਕਿੰਗਡਮ ਹੈ, ਮੁਗਲ ਇੰਪਾਇਰ ਇੰਨੀ ਵੱਡੀ ਹੈ ਔਰ ਤੁਹਾਡੀ ਇੱਕ ਛੋਟੀ ਜਿਹੀ ਬੂੰਦ ਹੈ ਉਹਦੇ ਵਿੱਚ, ਤੁਸੀਂ ਉੱਥੇ ਬੈਠੇ ਹੋਏ ਹੋ. ਅਚਾਨਕ ਤੁਹਾਡੇ ਰਾਜ ਦੇ ਅੰਦਰ ਇੱਕ ਬੰਦਾ ਆ ਜਾਂਦਾ ਹੈ ਜਿਹੜਾ ਕਹਿੰਦਾ ਕਿ ਤੁਸੀਂ ਸਿਰ ਚੁੱਕ ਕੇ ਜੀਵਾਂਗੇ, ਅਸੀਂ ਨਹੀਂ ਸਿਰ ਨੀਵਾਂ ਕਰਕੇ ਜੀਣਾ. ਹਾਂਜੀ, ਅਸੀਂ ਜੀਣਾ ਹੈ, ਸਿਰ ਚੁੱਕ ਕੇ ਜੀਵਾਂਗੇ, ਅਸੀਂ ਇਹਨਾਂ ਦੇ ਸਾਹਮਣੇ ਖੜੇ ਹੋ ਜਾਂਦੇ. ਫਿਰ ਤੁਹਾਨੂੰ ਆਪਣਾ ਰਾਜ ਡੋਲਦਾ ਨਜ਼ਰ ਆਉਂਦਾ ਹੈ, ਰਾਈਟ? ਤੁਸੀਂ ਸੋਚਦੇ ਹੋ ਕਿ ਯਾਰ ਇਹ ਮੁਗਲ ਜੇ ਨਾਰਾਜ਼ ਹੋ ਗਏ ਮੇਰੇ ਨਾਲ ਤੇ ਮੇਰੇ ਤੇ ਚੜ ਕੇ ਆਣਾ ਇਹਨਾਂ ਨੇ ਸਾਰਿਆਂ ਨੇ, ਤੇ ਤੁਹਾਡੇ ਅੰਦਰ ਇਨਸਿਕਿਉਰਿਟੀ ਪੈਦਾ ਹੁੰਦੀ ਹੈ. ਜਦੋਂ ਇਨਸਿਕਿਉਰਿਟੀ ਪੈਦਾ ਹੁੰਦੀ ਹੈ ਤਾਂ ਸਾਰੀਆਂ ਚੀਜ਼ਾਂ ਅੰਦਰੋਂ ਹੁੰਦੀਆਂ. ਫਿਰ ਮੈਂ ਅੱਗੇ ਜਾ ਕੇ ਨੈਕਸਟ ਵੀਕ ਯੂ ਵਿਲ ਸੀ ਹਾਊ ਸਮਟਾਈਮਸ when they need his help though they come to him begging for help. ਹਾਂਜੀ, ਨਦੌਣ ਦੀ ਬੈਟਲ ਵਿੱਚ ਹੋਇਆ ਔਰ ਮੈਂ I will go through that, ਔਰ ਮਹਾਰਾਜ ਨੇ ਆਪ ਡਿਸਕਸ ਵੀ ਕੀਤਾ ਵਿੱਚ ਨਾਟਕ ਵਿੱਚ. ਤੇ ਨਦੌਣ ਦੀ ਬੈਟਲ ਵਿੱਚ ਜਦੋਂ ਮਦਦ ਮੰਗਣ ਆਏ ਉਹਨਾਂ ਦੀ, ਤਾਂ ਉਹਨਾਂ ਨੇ ਨਾ ਨਹੀਂ ਕੀਤੀ. ਉਹਨਾਂ ਨੇ ਇਹ ਨਹੀਂ ਕਿਹਾ ਭੀਮ ਚੰਦ ਤੂੰ ਸਾਡੇ ਨਾਲ ਬੜੀ ਦੁਸ਼ਮਣੀ ਕੀਤੀ ਹੈ, ਤੂੰ ਸਾਡੇ ਸਾਹਮਣੇ ਖਿਲਾਫ ਤੂੰ ਲੜਿਆ ਹੈ, ਤੂੰ ਭੰਗਾਣੀ ਵਿੱਚ ਤੇਰੀ ਮਦਦ ਨਹੀਂ ਕਰਨੀ ਅਸੀਂ. He never said that. He said okay, ਜੇ ਠੀਕ ਹੈ, ਜੇ ਇਹਨਾਂ ਨਾਲ ਲੜੋਗੇ ਤੁਹਾਡੇ ਨਾਲ ਆ ਅਸੀਂ. ਪਰ ਕੀ ਹੋਇਆ ਫਿਰ ਨਦੌਣ ਦੀ ਬੈਟਲ ਤੋਂ ਬਾਅਦ? I don't need to say anything. We'll go through that thing. So ਇਹ ਜਦੋਂ ਅਨੰਦਪੁਰ ਸਾਹਿਬ ਨੂੰ ਜਦੋਂ ਘੇਰਾ ਪਿਆ, ਜਦੋਂ ਸਿੱਖਾਂ ਨੂੰ ਖਾਣ ਵਾਸਤੇ ਕੁਝ ਨਾ ਰਿਹਾ, ਇੱਕ ਪਹਾੜੀ ਰਾਜਾ ਚੜ ਕੇ ਆਇਆ, ਕਹਿਣ ਲੱਗਾ ਮਹਾਰਾਜ ਤੁਸੀਂ ਇੰਨੀ ਮਦਦ ਕੀਤੀ ਹੈ, ਇਤਨਾ ਅਸੀਂ ਤੁਹਾਡੇ ਨਾਲ ਰਹੇ ਹਾਂ, ਤੁਸੀਂ ਹਿੰਦੂਆਂ ਵਿੱਚੋਂ ਆਏ ਹੋ, ਠੀਕ ਹੈ, ਗੁਰੂ ਨਾਨਕ ਦੇ ਫਾਦਰ ਮਦਰ ਹਿੰਦੂ ਸਨ, ਠੀਕ ਹੈ, ਤੁਸੀਂ ਇੱਥੇ ਦੇ ਸਨ ਆਫ ਸੋਇਲ ਹੋ, ਅਸੀਂ ਤੁਹਾਡੀ ਮਦਦ ਕਰਾਂਗੇ, ਇਹਨਾਂ ਨਾਲ ਅਸੀਂ ਰੁਸਤਮ ਖਾਨ ਦੇ ਖਿਲਾਫ ਲੜਾਂਗੇ. ਇੱਕ ਪਹਾੜੀ ਰਾਜਾ ਚੱਲ ਕੇ ਆਇਆ ਹੋਵੇ ਉਸ ਵੇਲੇ ਜਦੋਂ ਘੇਰਾ ਪਿਆ ਹੋਇਆ ਸੀ ਅਨੰਦਪੁਰ ਸਾਹਿਬ ਦਾ, ਇੱਕ ਪਹਾੜੀ ਰਾਜਾ ਚੱਲ ਕੇ ਆਇਆ ਹੋਵੇ ਚਮਕੌਰ ਜਦੋਂ 10 ਲੱਖ ਦਾ ਘੇਰਾ ਸੀ ਤੇ 40 ਸਿੰਘ ਸਨ ਅੰਗਦ, ਇੱਕ ਪਹਾੜੀ ਰਾਜੇ ਨੇ ਮਦਦ ਕੀਤੀ ਹੋਵੇ ਆ ਕੇ ਉਸ ਵੇਲੇ. And these facts need to be brought. I mean, I'm not making this up, by the way. Satinder is you can read it yourself. I'll give a good bibliography ਦੀ ਲੰਬੀ ਲਿਸਟ ਦੇ ਦਿਆਂਗਾ next time ਕਿੱਥੋਂ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈ. ਹਾਂਜੀ, ਸੋ ਇਹ ਕੋਈ ਮਨ ਗਣਤ ਗੱਲਾਂ ਨਹੀਂ ਹੈ, ਸੱਚੀਆਂ ਗੱਲਾਂ ਬਿਲਕੁਲ, ਪਰ ਤੁਹਾਨੂੰ ਇਹ ਸਮਝਣੀਆਂ ਪੈਣਗੀਆਂ ਯਾਰ. ਸੋ ਹੋਪਫੁਲੀ ਇਨ ਦ ਨੈਕਸਟ 2-3 ਸੈਸ਼ਨ ਵਿੱਚ ਹੋਰ ਕਲੈਰਿਟੀ ਹੋਏਗੀ ਥਾਟ ਪ੍ਰੋਸੈਸ ਦੀ. ਪਰ ਇਹ ਸਾਰਾ ਕੁਝ ਸ਼ੁਰੂ ਹੁੰਦਾ ਜਦੋਂ ਆਪਣਾ ਰਾਜ ਭਾਗ ਤੁਹਾਨੂੰ ਡਗਮਗਦਾ ਨਜ਼ਰ ਆਏ. ਔਰ ਹੁਣ ਵੀ ਸਿੱਖ ਕੌਮ ਸੇਮ ਹੋ ਰਿਹਾ, ਨਹੀਂ ਬੰਦੇ ਬੋਲਦੇ ਜ਼ਿਆਦਾ ਬਿਕਾਜ਼ ਦੇ ਫੀਲ ਕਿ ਸਾਨੂੰ ਸਾਡੀ ਕੋਈ ਪੋਜੀਸ਼ਨ ਖਰਾਬ ਹੀ ਨਾ ਆਵੇ ਜਾਂ ਸਾਨੂੰ ਕੋਈ ਪ੍ਰੋਬਲਮ ਨਾ ਆਵੇ, ਅਸੀਂ ਨਹੀਂ ਬੋਲਾਂਗੇ ਇਹਦੇ ਖਿਲਾਫ ਹੀ ਨਾ. ਸੋ ਇਹ ਹੁਣ ਵੀ ਹੁੰਦਾ ਹੈ ਕੁਝ ਹੱਦ ਤੱਕ, ਸੋ ਹੁਣ ਵੀ ਹੈ, ਉਸ ਵੇਲੇ ਤੇ ਹੈ ਹੀ ਸੀ. ਸੋ but we will definitely go through it, and hopefully in the next 2 to 3 sessions ਤੁਹਾਡਾ ਜਿਹੜਾ fogginess ਹੈ, ਜਿਹੜੀ ਧੁੰਦਲਾਪਨ ਜਿਹੜਾ ਹੈ ਉਹ ਦੂਰ ਹੋ ਜਾਏਗਾ, ਧੁੰਦਲਾਪਨ ਕਾਫੀ ਹੱਦ ਤੱਕ. I'll try my best at least, and I'll also give a bibliography to this team at the end. If somebody wants to read himself, ਤੇ ਉਹ ਮੈਂ ਜ਼ਰੂਰ ਮੈਂ ਪਾ ਦਿਆਂਗਾ. I will definitely put that through. I will maybe type it in
on the WhatsApp chat group ਦੇ ਉੱਤੇ, so that everybody can read those books, you know. But if ਇਹਨਾਂ ਮੈਨੂੰ books ਲੱਗਦਾ ਨੂੰ ਕਿ ਇਹਨਾਂ ਹਾਂਜੀ ਚੀਜ਼ਾਂ ਦਾ ਹੁਣ ਡਿਜੀਟਲ ਡਾਕੂਮੈਂਟੇਸ਼ਨ ਵੀ ਕਿਤੇ ਨਾ ਕਿਤੇ ਵਿਜ਼ੂਅਲ ਔਰ ਆਡੀਓ I know. ਐਸਪੈਕਟ I saw your talk the other day. I'll talk to you separately about that. I am zero in technology, Satinder. You are the one who should take the lead on this one. So I'll talk to you separately on that. Oh, tusi karo kam. You know. Oh, मैं नहीं कर सकता. मेरे ability गुरु ने दी नहीं हो वाली. You know. So yeah. ਵਾਹਿਗੁਰੂ Virji, I just wanted to ask that thing that you mentioned in the Braj Bhasha, that's available in the Sikh.com. I can check from there. ਤੁਸੀਂ ਹੁਣੇ ਵਿੱਚ ਬਚਿੱਤਰ ਨਾਟਕ ਵਿੱਚੋਂ ਜਾਂ ਉਹਦੇ ਚ ਰੈਫਰੈਂਸ ਦਿੱਤੀਆਂ ਸੀ ਨਾ, ਜੋ ਤੁਸੀਂ ਲਾਈਨਾਂ ਪੜ੍ਹ ਕੇ ਸੁਣਾ ਰਹੇ ਸੀ। ਮੈਂ ਵਿਚਿੱਤਰ ਨਾਟਕ ਚੋਂ ਰੈਫਰੈਂਸ ਦਿੱਤੀ ਹੈ ਤੇ ਇੱਕ ਰੈਫਰੈਂਸ ਦਿੱਤੀ ਸੀ ਮੈਂ ਸੂਰਜ ਪ੍ਰਕਾਸ਼ ਤੋਂ। ਨਹੀਂ, I think from ਬਚਿੱਤਰ ਨਾਟਕ ਨਾ, ਵਿਚਿੱਤਰ ਨਾਟਕ is available everywhere. Is available. You can buy it. You can read the translation. बढ़िया अच्छी, I can check it out. बढ़िया अच्छी translations हो गई हैं। पंडित नारायण सिंह ਰਾਂ ਦੀ ਬਹੁਤ ਅੱਛੀ ਹੈ। ਹੁਣ ਰਤਨ ਸਿੰਘ ਜੱਗੀ ਰਾਂ ਦੀ ਜਿਹੜੀ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਉਹ ਵੀ is very good। ਬੜੀਆਂ ਹੋਰ ਵੀ ਹਨ। ਡਾਕਟਰ ਓਂਕਾਰ ਸਿੰਘ ਰਾਂ ਦੀ ਅੱਛੀ ਹੈ। There's a lot of them. ਡਾਕਟਰ ਜੋਤ ਸਿੰਘ ਰਾਂ ਨੇ ਕੀਤੀ ਹੈ ਇੰਗਲਿਸ਼ ਵਿੱਚ, ਉਹ ਵੀ ਅੱਛੀ ਹੈ। Oh yeah, there's lots available. ਕਿਤਾਬਾਂ ਦੀ ਕਮੀ ਨਹੀਂ ਹੈ, ਪੜਨ ਵਾਲਿਆਂ ਦੀ ਕਮੀ ਹੈ, ਕਿਤਾਬਾਂ ਦੀ ਕਮੀ ਨਹੀਂ। ਕਿਤਾਬਾਂ ਬਹੁਤ ਹਨ, ਪੜਨ ਵਾਲੇ ਘੱਟ ਹਨ। So okay ji, I think nobody has any more question. I'm Fateh bulawaanga ji. I'm going to stay here for a minute or two and then there's no kirtan class today ji. Waheguru ji ka khalsa, Waheguru ji ki fateh ji. I'm going to stay here for a few more